ਸਵਾਗਤ ਜੀ ਤੁਹਾਡਾ ਫਿਰ ਤੋਂ ਇੱਕ ਵਾਰਾਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਤੇ ਹੋ ਸਕਦਾ ਕਿ ਆਵਾਜ਼ ਥੋੜ੍ਹੀ ਜਿਹੀ ਢਿੱਲੀ ਕਮਜ਼ੋਰ, ਥੋੜ੍ਹਾ ਜਿਹਾ ਸਰੀਰ ਤੁਹਾਨੂੰ ਐਂ ਜਾਪੇ ਵੀ ਜਿਵੇਂ ਠੀਕ ਨਹੀਂ ਹੁੰਦਾ। ਤੇ ਗੱਲ ਸਹੀ ਹੈ ਕਿ ਥੋੜ੍ਹਾ ਸਰੀਰ ਠੀਕ ਨਹੀਂ ਹੈ, ਪਰ ਫਿਰ ਵੀ ਆਪਾਂ ਹਾਜ਼ਰ ਹਾਂ ਜੀ ਆਪਣੇ ਸਮੇਂ ਮੁਤਾਬਕ। ਤੇ ਜਿਹੜੀਆਂ ਵੀ ਖਬਰਾਂ ਇਸ ਵਕਤ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਨੇ ਉਹਨਾਂ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਨਾਲ ਵੀਰ ਪਰਮਵੀਰ ਬਾਠ ਹੋਈ। ਹੋ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਆਪਣਾ ਸੁਣਾਓ, ਸਤਿ ਸ੍ਰੀ ਅਕਾਲ। ਸਿਹਤਾਂ ਕਿਵੇਂ? ਰਦਾ ਵੀ ਅੱਜ ਉਲਟਾ ਪੁੱਛਿਆ ਜਾਵੇ ਨਾ। ਨਹੀਂ ਬਣਦਾ ਅੱਜ। ਨਹੀਂ ਠੀਕ ਆ। ਦੇਖੋ, ਗੋਲੀਆਂ 2 ਸਵੇਰੇ, ਆਹ 2 ਦੁਪਹਿਰੇ, 2 ਸ਼ਾਮ ਨੂੰ, ਨਹੀਂ ਖਾਧੀਆਂ। ਉਸੇ ਪਾਣੀ ਨਾਲ ਨਹੀਂ ਖਾਧੀਆਂ, ਬਿਲਕੁਲ ਖਾਧੀਆਂ। ਉਹਦਾ ਕਰਕੇ ਥੋੜ੍ਹਾ ਜਿਹਾ ਅਸਰ ਹੈਗਾ। ਆਰਾਮ ਪੂਰਾ ਕਰਨਾ। ਕੱਚੀ ਲੱਸੀ ਛੱਡਣੀ ਨਹੀਂ। ਆਹ ਦੁੱਧ ਨੂੰ ਮੂੰਹ ਨਹੀਂ ਲਾਉਣਾ। ਮਤਲਬ ਇੰਨਾ ਕੁਛ ਮਤਲਬ ਚਲੋ ਕੋਈ ਗੱਲ ਨਹੀਂ, ਕੋਸ਼ਿਸ਼। ਕੋਈ ਕਹਿੰਦਾ ਵੀ ਮੌਸਮ ਤਬਦੀਲੀ ਕਰਕੇ, ਕੋਈ ਕਹਿੰਦਾ ਕੋਈ ਵੱਧ ਘੱਟ ਖਾਧਾ ਗਿਆ ਹੋਣਾ ਬਾਹਰਲਾ, ਪੁੰਗਾਰੇ ਫੁੱਟ ਰਹੇ ਜੀ, ਪੁੰਗਾਰੇ ਦੀ ਬਹਾਰ ਹੈ ਨਾ ਕੁਛ। ਚਲੋ ਜੋ ਵੀ ਆ ਠੀਕ ਹੈ। ਇਹਦੇ ਨਾਲ ਮੇਰੇ ਖਿਆਲ ਇੰਜਣ ਥੋੜ੍ਹਾ ਜਿਹਾ ਕਈ ਵਾਰ ਉਹ ਜੇ ਮੰਨ ਲਓ ਵੀ ਮੌਸਮ ਦੇ ਹਿਸਾਬ ਨਾਲ ਬਾਹਰ ਕੋਈ ਚੇਂਜ ਆਉਂਦੀ ਹੈ ਤੇ ਸਰੀਰ 'ਚ ਵੀ ਤੇ ਆਉਣੀ ਚਾਹੀਦੀ। ਕੀ ਫਰਕ ਨਹੀਂ ਆਉਣੀ ਚਾਹੀਦੀ ਹੈ ਵੈਸੇ। ਇੰਜਣ ਜਿਹੜਾ ਨਾ ਜਿੱਦਾਂ ਠੀਕ ਕਰਨਾ, ਹੁਣ ਮੰਨ ਲਓ ਜਦੋਂ ਮੈਨੂੰ ਕੁਛ ਹੁੰਦਾ ਛੇਤੀ ਹੋ ਜਾਂਦਾ, ਹੁਣ ਵੱਡਾ ਇੰਜਣ ਠੀਕ ਕਰਨ ਨੂੰ ਵੀ ਟਾਈਮ ਲੱਗਦਾ। ਆ ਥੋੜ੍ਹੇ ਦਿਨ ਲੱਗਣਗੇ। ਓਵਰਹਾਲ ਹੀ ਕਰਨਾ ਪੈਂਦਾ। ਨਹੀਂ ਪਰ ਚਲੋ ਕੋਈ ਨਹੀਂ, ਆਸ ਕਰਦੇ ਹਾਂ ਵੀ ਕੱਲ੍ਹ ਤੱਕ ਕਾਇਮ ਹੋ ਜਾਊਗਾ ਕੰਮ। ਸੰਧਾਲੀਆ ਸਾਹਿਬ, ਵੈਸੇ ਇੱਕ ਗੱਲ ਹੈਗੀ ਆ, ਤੁਸੀਂ ਮੰਨੋ ਨਾ ਮੰਨੋ, ਤੁਸੀਂ ਜਾਣੋ ਨਾ ਜਾਣੋ, ਪਰ ਆਪਣੇ ਜਿਹੜੇ ਟੱਬਰ ਦੇ ਮੈਂਬਰ ਆ ਨਾ, ਪਰਿਵਾਰ ਦੇ ਮੈਂਬਰ ਪ੍ਰਾਈਮ ਏਸ਼ੀਆ ਟੀਵੀ ਦੇ ਐਨ ਚੰਗੇ ਤਰੀਕੇ ਧਿਆਨ ਰੱਖਦੇ ਆ ਨਿੱਕੀ ਨਿੱਕੀ ਕੱਲੀ ਕੱਲੀ ਗੱਲ ਤੇ। ਅੱਛਾ ਜੀ। ਕੱਲ੍ਹ ਇੱਕ ਤਾਂ 1500 ਐਪੀਸੋਡ ਪੂਰੇ ਹੋਏ ਸੀ ਪ੍ਰਾਈਮ ਫੋਕਸ ਤੇ। ਆਪਾਂ ਸਲਾਹ ਕਰ ਲਈ ਕਿ ਅੱਜ ਨਹੀਂ ਦੱਸਣਾ। ਇਹ ਨਹੀਂ ਕਿ ਉਹ ਇਕੱਲਾ ਤੁਹਾਨੂੰ ਦੇਖਦੇ ਹੀ ਆ ਜਾਂ ਇਕੱਲਾ ਤੁਹਾਨੂੰ ਸੁਣਦੇ ਆ, ਉਹ ਨਾਲ ਪੜ੍ਹਦੇ ਵੀ ਆ ਇੱਦਾਂ ਕਿ ਭਾਈ ਕਿੰਨੇ ਐਪੀਸੋਡ ਹੋ ਗਿਆ, ਕੀ ਹੋ ਗਿਆ, ਕਿੰਨਿਆਂ ਨੇ ਵਧਾਈਆਂ ਦਿੱਤੀਆਂ, ਤੁਸੀਂ ਨਹੀਂ ਦਿੱਤੀਆਂ। ਨਹੀਂ ਚਲੋ, ਜੇ ਉਹਨਾਂ ਨੂੰ ਪਤਾ ਲੱਗਿਆ ਵੀ 1500 ਐਪੀਸੋਡ ਵਾਕਈ ਨੋਟ ਕੀਤਾ, ਤੇ ਫਿਰ ਜਿਹੜੀ ਗੱਲ ਆਪਾਂ ਸੋਚੀ ਵੀ ਚਲੋ ਨੋਟਿਸ ਆਉਂਦਾ ਇਸ ਚੀਜ਼ ਦਾ ਕਿ ਨਹੀਂ ਆਉਂਦਾ, ਸੋ ਉਹਦੇ ਲਈ ਧੰਨਵਾਦੀ ਹੈ ਜੀ ਇਹੀ। ਕਿਉਂਕਿ ਪਿਆਰ ਸਦਕਾ ਹੀ 1500 ਐਪੀਸੋਡ ਹੋ ਗਏ, ਹੋਰ ਕਿਤੇ ਆਪਣੇ ਆਪ ਥੋੜ੍ਹਾ ਹੋ ਸਕਦੇ। ਨਹੀਂ, ਇਹ ਤਾਂ ਗੱਲ ਤੁਹਾਡੀ ਠੀਕ ਹੈ। ਤੇ ਤੁਸੀਂ ਇਹ ਦੇਖੋ ਕਿ ਜਿੰਨੇ ਵੀ ਲੀਡਰ ਸਾਹਿਬਾਨ ਨੇ ਜਾਂ ਕੋਈ ਵੀ ਬੰਦਾ ਜਿਹੜਾ ਕਿ ਵਿਚਰਦਾ ਵੱਧ ਲੋਕਾਂ ਦੇ ਵਿੱਚ, ਜਿਹਦੀ ਗੱਲ ਨੂੰ ਸੁਣਿਆ ਪੜ੍ਹਿਆ ਜਾਂਦਾ, ਉਹ ਬਹੁਤ ਧਿਆਨ ਰੱਖੇ। ਕਿਉਂਕਿ ਫੜਨ ਵਾਲੇ ਤਾਂ ਹੁਣ ਇਹ ਨਹੀਂ ਕਿ ਲੀਡਰ ਜਿੱਥੇ ਮਰਜ਼ੀ ਜਾ ਕੇ ਜਿਹੜਾ ਮਰਜ਼ੀ ਭਾਸ਼ਣ ਦੇ ਦੇਵੇ। ਜੇ ਇਹ ਫੜ ਸਕਦੇ ਆ ਕਿ 300 ਫੁੱਟ ਲੁਧਿਆਣੇ ਦਿੱਲੀ ਤੱਕ ਨਹੀਂ ਹੁੰਦਾ, ਤਾਂ ਫਿਰ ਅਗਲੇ ਕੁਝ ਵੀ ਫੜ ਸਕਦੇ ਆ ਭਾਈ। ਉਹਨੇ ਚਲੋ ਕਿਸੇ ਵੇਲੇ ਚੱਲਦੀ ਗੱਡੀ 'ਚ ਕਈ ਕੁਛ ਹੋ ਜਾਂਦਾ ਜੀ। ਉਹ ਨਹੀਂ ਗੱਲ ਇਹ ਆ ਵੀ ਭਾਵਨਾਵਾਂ ਜਿਹੜੀਆਂ ਉਹ ਸਹੀ ਹੋਣੀਆਂ ਚਾਹੀਦੀਆਂ। ਸਹੀ ਹੋਣੀਆਂ ਚਾਹੀਦੀਆਂ ਹੈ ਨਾ। ਕੋਈ ਕਹਿਣ ਨਾਲ ਕੋਈ ਅੱਖਰਾਂ ਦਾ ਕੋਈ ਵਾਧ ਘਾਟ ਹੋ ਜੇ ਤੇ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪਰ ਚਲੋ ਇਹਨਾਂ ਦੋਵਾਂ ਚੀਜ਼ਾਂ ਦੇ ਲਈ ਆਪਾਂ ਧੰਨਵਾਦ ਤੇ ਫਿਰ ਵੀ ਪਰਿਵਾਰ ਦੇ ਮੈਂਬਰਾਂ ਦਾ ਹੀ ਬਣਦਾ। ਕਿਉਂਕਿ ਜੇ ਉਹ ਸੁਣਦੇ ਦੇਖਦੇ ਚੰਗੀ ਤਰ੍ਹਾਂ ਜਾਣਦੇ ਆ ਤੇ ਫਿਰ ਹੀ ਗੱਲ ਆ ਨਾ। ਆਮ ਤੌਰ ਦੇ ਉੱਤੇ ਨਾ ਜਦੋਂ ਘਰਾਂ ਦੇ ਵਿੱਚ ਨਵੇਂ ਨਵੇਂ ਮੋਬਾਈਲ ਫੋਨ ਆਏ ਸੀ, ਤਾਂ ਮੋਬਾਈਲ ਫੋਨ ਆਏ, ਬੀਬੀਆਂ ਆਪਣੀਆਂ ਨੇ ਤਾਂ ਕੰਮ ਕਰਨਾ ਹੁੰਦਾ। ਇੱਕ ਗਤਾਵਾ ਸ਼ਬਦ ਹੁੰਦਾ, ਬੀਬੀਆਂ ਗਤਾਵਾ ਕਰਦੀਆਂ ਜਾਂ ਬੀਬੀਆਂ ਆਟਾ ਗੁੰਨਦੀਆਂ, ਜਾਂ ਉਹ ਕੰਮ ਕਈ ਵਾਰੀ ਜਿਹੜਾ ਕੱਪੜੇ ਧੋਂਦੀਆਂ, ਹੱਥ ਝੱਗ ਨਾਲ ਲਿਬੜੇ ਹੋਣੇ, ਜਾਂ ਗਤਾਵਾ ਕਰਦੇ ਆ ਤੂੜੀ ਨਾਲ ਜਾਂ ਹੋਰ ਕਿਸੇ ਚੀਜ਼ ਨਾਲ ਲਿਬੜੇ ਹੋਣੇ, ਜਾਂ ਉਧਰਲੇ ਪਾਸੇ ਆਟਾ ਗੁੰਨਦੇ ਆ ਆਟੇ ਨਾਲ ਲਿਬੜੇ ਹੋਣੇ। ਤਾਂ ਉਸੇ ਵੇਲੇ ਜੇ ਟੈਲੀਫੋਨ ਹੈ ਨਾ, ਬੀਬੀਆਂ ਨੇ ਐਂ ਮਾੜਾ ਜਿਹਾ ਐਂ ਕਰਕੇ, ਇੱਥੋਂ ਹੀ ਐਂ ਕਰਕੇ, ਇੱਥੇ ਕੰਨ ਨੂੰ ਲਾ ਦੇ ਹਾਂ ਮਾੜਾ ਜਿਹਾ ਫੋਨ। ਹੁਣ ਉਹ ਬੀਬੀਆਂ ਇੱਦਾਂ ਕਹਿੰਦੀਆਂ, ਆਪਾਂ ਵੀ ਮਾੜਾ ਜਿਹਾ ਇੱਦੀ ਝਾੜ ਝੂੜ ਕੇ ਇੱਦਾਂ ਹੀ ਫਿਰ ਸਾਰਿਆਂ ਦਾ ਧੰਨਵਾਦ ਇੱਦੀ ਕਰ ਦੇਣਾ। ਆਹੋ ਨਹੀਂ, ਫਿਰ ਹੁਣ ਕਰ ਕੀ ਸਕਦੇ, ਹੋਰ ਕੋਈ ਤਰੀਕਾ ਵੀ ਕੋਈ ਨਹੀਂ, ਹੈ ਨਾ। ਚਲੋ ਬੜੇ ਧੰਨਵਾਦੀ ਹਾਂ ਜੀ ਇਹ ਆਪ ਜੀ ਦੇ, ਤੁਸੀਂ ਇੰਨਾ ਮੋਹ ਮੁਹੱਬਤ ਕਰਦੇ ਹੋ, ਚੱਲਦੇ ਹੋ। ਆ ਮੇਨ ਗੱਲ ਤੇ ਇਹ ਆ ਵੀ ਚੱਲਦੇ ਹੋ। ਆਹ ਵੀ ਅਸੀਂ ਤਾਂ ਲੱਗੇ ਜਾਂਦੇ ਨੇ ਰੋਜ਼ ਹੀ, ਪਰ ਤੁਸੀਂ ਚੱਲਦੇ ਹੋ, ਫਿਰ ਵੀ ਤੁਹਾਨੂੰ ਲੱਗਦਾ ਵੀ ਠੀਕ ਹੈ ਬੰਦੇ, ਤੇ ਅਸੀਂ ਆਪਣੇ ਤੌਰ ਤੇ ਦੱਬੀ ਆਉਂਦੇ ਹਾਂ ਕਿ ਤੁਸੀਂ ਇੱਕ ਗੱਲ ਦੇਖੋ ਕਿ ਪਹਿਲਾਂ ਲੀਡਰਾਂ ਨੂੰ ਚੱਲਦੇ ਆ, ਫਿਰ ਲੀਡਰਾਂ ਦੀਆਂ ਗੱਲਾਂ 'ਚ ਆਪਾਂ ਨੂੰ ਵੀ ਚੱਲਦੇ ਆ। ਆਹੋ ਇਹ ਤਾਂ ਦੋਹਰਾ ਟਾਰਚਰ। ਚਲੋ ਹੁਣ ਆਪਾਂ ਖਬਰਾਂ ਵਾਲੇ ਪਾਸੇ ਆਈਏ ਹੌਲੀ ਹੌਲੀ ਕਰਕੇ। ਆਹ ਖਬਰਾਂ ਵਾਲੇ ਪਾਸੇ ਵੀ ਜਾਣਾ, ਤੇ ਖਬਰਾਂ ਵਾਲੇ ਪਾਸਿਓਂ ਕਿੱਧਰੋਂ ਸ਼ੁਰੂ ਕਰੀਏ ਪਹਿਲਾਂ? ਦੇਖੋ, ਚਾਹੇ ਇੱਧਰੋਂ ਸ਼ੁਰੂ ਕਰ ਲਓ ਚਾਹੇ ਉੱਧਰੋਂ ਸ਼ੁਰੂ ਕਰ ਲਓ, ਆਉਣਾ ਵਿਚਾਲੇ ਪੈਣਾ। ਇਹ ਤਾਂ ਹੈ। ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਨੇ ਭਗਵੰਤ ਮਾਨ ਸਾਹਿਬ ਤੇ ਇਲਜ਼ਾਮ ਲਾਤਾ। ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ, ਉਹਨੇ ਜਲੰਧਰ ਵਾਲੇ ਭਾਸ਼ਣ ਦੇ ਵਿੱਚ ਜਿੱਦਾਂ ਦੇ ਛਿਹਾੜੇ ਕੱਢੇ, ਜਿੰਨੀਆਂ ਗੱਲਾਂ ਕਹਿਤੀਆਂ, ਉਹ ਅੱਜ ਕੱਲ੍ਹ ਭਲਕ ਜਿੰਨੇ ਦਿਨ ਮਰਜ਼ੀ ਲਾ ਲਓ ਇੱਦਾਂ ਹੀ ਭਖਦੀਆਂ ਰਹਿਣੀਆਂ। ਹੁਣ ਜਿੱਧਰੋਂ ਇੱਕ ਸ਼ੁਰੂ ਕਰ ਲੈਂਦੇ ਆ। ਨਹੀਂ ਚਲੋ, ਇਹ ਦੋਵੇਂ ਗੱਲਾਂ ਹੀ ਆ, ਕਰਨੀਆਂ ਤੇ ਪੈਣੀਆਂ ਹੀ ਆ। ਹੁਣ ਦੇਖੋ, ਪਹਿਲੀ ਗੱਲ ਤੇ ਇਹ ਆ ਵੀ ਰੈਲੀ ਜਿਹੜੀ ਹੋਈ ਉੱਥੇ, ਜਾਂ ਕਹਿ ਲਓ ਕਿ ਵੀ ਸਮਾਗਮ ਹੋਇਆ, ਉਹਦੇ 'ਚ ਅਕਾਲੀ ਦਲ ਅਲੱਗ ਸੀਗਾ ਤੇ ਬਸਪਾ ਦਾ ਅਲੱਗ ਹੋਇਆ। ਪਹਿਲੀ ਗੱਲ ਤਾਂ ਇਹੋ ਵਿਚਾਰਨ ਵਾਲੀ, ਕਿਉਂਕਿ ਜੇ ਪਿਛਲੇ ਦਿਨਾਂ ਤੱਕ ਤੇ ਗੱਠਜੋੜ ਸੀ, ਇਕੱਠੇ ਸੀ, ਤੇ ਜਿੰਨੇ ਵੀ ਸਮਾਗਮ ਹੋਏ ਉਹ ਬਸਪਾ ਤੇ ਅਕਾਲੀ ਦਲ ਦੇ ਇਕੱਠਿਆਂ ਦੇ ਹੋਏ, ਤੇ ਹੁਣ ਵੋਟਾਂ ਤੋਂ ਬਾਅਦ ਅਲੱਗ-ਅਲੱਗ ਹੋ ਗਿਆ ਕੰਮ। ਦੇਖੋ, ਇਹ ਤਾਂ 1996-97 ਦੇ ਵਿੱਚ ਵੀ ਕੰਮ ਹੋਇਆ ਸੀ। ਜਿੰਨੀ ਦੇਰ ਤਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਰਿਜ਼ਲਟ ਨਹੀਂ ਆਇਆ,
ਜਿੰਨੀ ਦੇਰ ਤਾਂ ਆਸ ਉਮੀਦ ਕਾਇਮ ਸੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨੂੰ ਕਿ ਭਾਈ ਸਾਡੀ ਸਰਕਾਰ ਬਣ ਸਕਦੀ ਹੈ, ਅਸੀਂ ਇੱਕ ਗੱਠਜੋੜ ਐਸਾ ਕਰ ਲਿਆ, ਜਮ੍ਹਾਂ ਘਟਾਓ ਵੋਟਾਂ ਦੀ ਕਰਕੇ ਦੇਖ ਲਈ ਕਿ ਸੂਤ ਆ ਜਾਣਾ ਹੀ। ਉਨੀ ਦੇਰ ਤਾਂ ਹਰ ਇੱਕ ਰੈਲੀ 'ਚ ਵੀ ਇਕੱਠੇ ਇੱਕ ਦੂਜੇ ਦੇ ਹਲਕਿਆਂ 'ਚ ਪ੍ਰਚਾਰ ਵੀ ਕਰਨ ਜਾਂਦੇ ਰਹੇ, ਉਨੀ ਦੇਰ ਤਾਂ ਪੋਸਟਰ ਵੀ ਇਕੱਠਿਆਂ ਦੇ ਛਪਦੇ ਰਹੇ, ਉਨੀ ਦੇਰ ਤਾਂ ਸਭ ਕੁਝ ਇਕੱਠਾ, ਤੇ ਇਹਦਾ ਕਹਿੰਦੇ ਆਹ ਗੱਠਜੋੜ ਹੀ ਅਸਲੀ ਗੱਠਜੋੜ ਹੈ। ਇਸ ਗੱਠਜੋੜ ਦੇ ਨੇੜ ਤੇੜ ਹੋਰ ਕੁਝ ਨਹੀਂ। ਪਰ ਰਿਜ਼ਲਟ ਬਾਅਦ 'ਚ ਆਇਆ, ਹਾਰਾਂ ਪੱਲੇ ਬਾਅਦ 'ਚ ਪਈਆਂ। ਉਹਦੇ ਤੋਂ ਬਾਅਦ ਇਹ ਪਹਿਲਾ ਜਨਤਕ ਇਕੱਠ ਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨੇੜੇ, ਕਿਉਂਕਿ ਉੱਥੇ ਸੰਗਤ ਨੇ ਆਉਣਾ ਹੁੰਦਾ ਤੇ ਉੱਥੇ ਬਹੁਤ ਸਾਰੀਆਂ ਸਿਆਸੀ ਧਿਰਾਂ ਫਿਰ ਆਪਣਾ ਇਕੱਠ ਕਰਦੀਆਂ। ਐਤਕੀ ਬਾਕੀ ਦਾ ਕਿਸੇ ਨੇ ਨਹੀਂ ਕੀਤਾ, ਪਰ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ। ਪਰ ਦੋਨਾਂ ਹੀ ਪਾਰਟੀਆਂ ਦੇ ਇਕੱਠ 'ਚ ਬਸਪਾ ਵਾਲਿਆਂ ਨੇ ਕਿਸੇ ਵੀ ਪੋਸਟਰ ਬੈਨਰ ਦੇ ਵਿੱਚ ਅਕਾਲੀ ਦਲ ਦਾ ਨਾਂ ਨਹੀਂ ਲਿਖਿਆ, ਅਕਾਲੀ ਦਲ ਵਾਲਿਆਂ ਨੇ ਕਿਤੇ ਵੀ ਬਹੁਜਨ ਸਮਾਜ ਪਾਰਟੀ ਦਾ ਜ਼ਿਕਰ ਨਹੀਂ ਕੀਤਾ। ਜਾਣੀ ਕਿ ਜਿਹੜੀ ਏਕਤਾ ਕੱਲ ਤੱਕ ਬਹੁਤ ਮਹੱਤਵਪੂਰਨ ਲੱਗਦੀ ਸੀ, ਅੱਜ ਨਾ ਤਾਂ ਉਹ ਬਸਪਾ ਵਾਲੇ ਪਾਸੇ ਨਜ਼ਰ ਆਈ, ਨਾ ਉਹ ਅਕਾਲੀ ਦਲ ਵਾਲੇ ਪਾਸੇ ਨਜ਼ਰ ਆਈ। ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪ੍ਰਧਾਨਗੀ ਕੀਤੀ, ਉਧਰੋਂ ਜਸਵੀਰ ਸਿੰਘ ਗੜੀ ਹੋਰਾਂ ਨੇ ਕੀਤੀ, ਪਰ ਇੱਕ ਦੂਜੇ ਦਾ ਜ਼ਿਕਰ ਨਹੀਂ ਕੀਤਾ। ਹਾਂਜੀ, ਇਹ ਗੱਲ ਨੋਟ ਕਰਨ ਵਾਲੀ ਆ। ਦੇਖੋ, ਹੋ ਸਕਦਾ ਕਿ ਵੀ ਕਿਸੇ ਦੇ ਧਿਆਨ 'ਚ ਨਾ ਆਉਂਦੀ ਗੱਲ ਹੈ ਨਾ, ਵੀ ਚਲੋ ਕੀ ਫਰਕ ਪੈਂਦਾ, ਪਰ ਗੱਲ ਇਹ ਆ ਵੀ ਜੇ ਕੋਈ ਗੱਠਜੋੜ ਬਣਦਾ ਤੇ ਉਸ ਗੱਠਜੋੜ ਨੂੰ ਜੇ ਮੰਨ ਲਓ ਵੀ ਇਸ ਤਰ੍ਹਾਂ ਬਣਾਇਆ ਜਾਂਦਾ ਵੀ ਪਿਛਲੇ ਸਮੇਂ ਜਿੱਦਾਂ ਕਿਹਾ ਗਿਆ ਦੋਵਾਂ ਪਾਰਟੀਆਂ ਵਾਲੇ ਪਾਸਿਓਂ ਵੀ ਇਹ ਉਹ ਗੱਠਜੋੜ ਆ ਜਿਹਦੀ ਬੜੀ ਲੋੜ ਆ ਜੀ, ਹੈ ਨਾ, ਸਮਾਜਿਕ ਗੱਠਜੋੜ ਆ। ਪਰ ਜੇ ਉਹਦੀ ਲੋੜ ਸੀ ਤੇ ਮੇਰੇ ਖਿਆਲ ਨਾਲ ਉਹ ਲੋੜ ਇਲੈਕਸ਼ਨਾਂ ਤੱਕ ਤਾਂ ਨਹੀਂ ਹੋਣੀ ਚਾਹੀਦੀ, ਇਲੈਕਸ਼ਨਾਂ ਤੋਂ ਬਾਅਦ ਵੀ ਚੱਲਣੀ ਚਾਹੀਦੀ ਸੀ ਜੀ। ਪਰ ਬਾਕੀ ਚਲੋ ਹੁਣ ਉਹ ਦੋਵੇਂ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਨੂੰ ਲੱਗਦਾ ਹੋਊਗਾ ਕਿ ਅਸੀਂ ਹੁਣ ਸਾਡੇ ਹਿਸਾਬ ਨਾਲ ਲੋੜ ਨਹੀਂ ਹੈਗੀ ਅਜੇ 5 ਸਾਲ, ਇਸ ਕਰਕੇ ਉਹਨਾਂ ਨੇ ਅਲੱਗ-ਅਲੱਗ ਕਰ ਲਿਆ। ਬਾਕੀ ਚਲੋ ਦੂਸਰੇ ਬਸਪਾ ਵਾਲੇ ਇਕੱਠ ਦੀ ਤਾਂ ਬਹੁਤੀ ਚਰਚਾ ਨਹੀਂ ਹੈ, ਕਿਉਂਕਿ ਉਹਨਾਂ ਨੇ ਤਾਂ ਉਹੀ ਗੱਲਾਂ ਕੀਤੀਆਂ ਬਹੁਤੀਆਂ ਜਸਵੀਰ ਸਿੰਘ ਗੜੀ ਹੋਰਾਂ ਨੇ ਜਿਹੜੀਆਂ ਕਿ ਅੱਗੇ ਪਹਿਲਾਂ ਤੋਂ ਚੱਲਦੀਆਂ ਕਿ ਮਹਾਰਾਜ ਸਰਕਾਰ ਤਾਂ ਦਿੱਲੀੋਂ ਚੱਲੀ ਜਾਂਦੀ ਹੈ ਜੀ। ਪਰ ਜਿਹੜੀਆਂ ਗੱਲਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀਤੀਆਂ ਉਹਦੇ 'ਚ ਥੋੜ੍ਹਾ ਜਿਹਾ ਧਿਆਨ ਦੇਣ ਦੀ ਗੱਲ ਹੈਗੀ ਹੈ, ਕਿਉਂਕਿ ਆਹ ਜਿਹੜੀ ਗੱਲ ਭਗਵੰਤ ਮਾਨ ਹੋਰਾਂ ਦੇ ਬਾਰੇ 'ਚ ਉਹਨਾਂ ਨੇ ਕਹੀ, ਉਹ ਤੋਂ ਪਹਿਲਾਂ ਉਹ ਕਹਿੰਦੇ ਵੀ ਮੈਂ ਮਨ ਬਣਾਇਆ ਸੀ ਵੀ ਮੈਂ 6 ਮਹੀਨੇ ਕੁਝ ਨਹੀਂ ਬੋਲਣਾ, ਪਰ ਮੈਂ ਹੁਣ ਰਹਿ ਨਹੀਂ ਪਾ ਰਿਹਾ ਵੀ ਮੈਨੂੰ ਗੱਲ ਕਰਨੀ ਪੈਣੀ। ਫਿਰ ਉਹਨਾਂ ਨੇ ਇਲਜ਼ਾਮ ਇਹ ਲਾਏ ਕਿ ਵੀ ਮਾਨ ਸਾਹਿਬ ਜਦੋਂ ਗੁਰਦੁਆਰਾ ਸਾਹਿਬ ਆਏ ਆ ਤੇ ਉਹਨਾਂ ਦੀ ਪੀਤੀ ਸੀਗੀ। ਦੇਖੋ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪ੍ਰਧਾਨਗੀ ਕੀਤੀ ਉਸ ਇਕੱਠ ਦੀ, ਬੀਬੀ ਹਰਸਿਮਰਤ ਕੌਰ ਬਾਦਲ ਬੈਠੇ, ਜਿਹੜੇ ਡਾਇਸ ਤੇ ਸਟੇਜ ਦੇ ਤੋਂ ਸੰਬੋਧਨ ਕਰ ਰਹੇ ਸੀ ਸੁਖਬੀਰ ਸਿੰਘ ਬਾਦਲ ਸਾਹਿਬ, ਉਸ ਸਟੇਜ ਦੇ ਇੱਕ ਪਾਸੇ ਡਾਇਸ ਤੇ ਜਗਮੀਤ ਸਿੰਘ ਬਰਾੜ ਸਾਹਿਬ ਬੈਠੇ ਸੀ, ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਸਾਹਿਬ ਬੈਠੇ ਸੀ, ਐਨ ਜਾਣੀ ਡਾਇਸ ਦੇ ਨਾਲ ਲੱਗੇ। ਇਹਦੇ ਤੋਂ ਇਲਾਵਾ ਬੀਬੀ ਬਾਦਲ ਬੈਠੇ, ਹੋਰ ਬਹੁਤ ਸਾਰੇ ਅਕਾਲੀ ਦਲ ਦੇ ਲੀਡਰ ਆਏ। ਜਾਣੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਪਹਿਲਾ ਜਨਤਕ ਇਕੱਠ ਸੀ ਜਿਹਦੇ ਵਿੱਚ ਉਹਨਾਂ ਨੇ ਆਣ ਕੇ ਗੱਲ ਕੀਤੀ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਮਾਂ ਦੇਣਾ ਚਾਹੁੰਦੇ ਸੀ, ਲੋਕਾਂ ਨੇ ਵੋਟਾਂ ਪਾਈਆਂ, ਸਰਕਾਰ ਉਹਨਾਂ ਦੀ ਬਣਾਈ ਹੈ, ਪਰ ਦੁੱਖ ਹੀ ਕਹਿੰਦੇ ਬੜਾ ਲੱਗਾ, ਇੰਨਾ ਦੁੱਖ ਲੱਗਾ ਕਹਿੰਦੇ ਰਿਹਾ ਨਹੀਂ ਗਿਆ। ਕਹਿੰਦੇ ਇਦਾਂ ਹੀ ਦੱਸਿਆ ਉੱਥੇ ਸਾਰਿਆਂ ਨੇ, ਗੱਲ ਮੇਰੇ ਤੱਕ ਪਹੁੰਚੀ ਹੈ, ਮਰਿਆਦਾ ਦਾ ਹੀ ਪਤਾ ਨਹੀਂ ਹੈ। ਸਵੇਰੇ ਕਹਿੰਦੇ ਗੁਰੂ ਘਰ ਮੱਥਾ ਟੇਕਣ ਆਏ ਤੇ ਇਹਨਾਂ ਨੇ ਪੀਤੀ ਸੀ, ਚਰਚਾ ਚੱਲ ਪਈ। ਵਿਰਸਾ ਸਿੰਘ ਬਲਟੋਆ ਸਾਹਿਬ ਨੇ ਵੀ ਕਿਹਾ, ਕਹਿੰਦੇ ਮੈਨੂੰ ਵੀ ਟੈਲੀਫੋਨ ਆਏ ਆ, ਮੈਡੀਕਲ ਕਰਾਓ, ਕਹਿੰਦੇ ਮੈਡੀਕਲ ਕਰਾਉਣਾ ਚਾਹੀਦਾ। ਫਿਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤਾਂ ਬਰਗਾੜੀ ਦਾ ਵੀ ਜ਼ਿਕਰ ਕਰਤਾ, ਕਹਿੰਦੇ ਬਰਗਾੜੀ ਦੇ ਵਿੱਚ ਜਦੋਂ ਮੋਰਚਾ ਲੱਗਾ ਸੀ ਇੱਕ ਵਾਰੀ ਉਦੋਂ ਪੀ ਕੇ ਚਲੇ ਗਿਆ ਸੀ, ਉਦੋਂ ਇਹਨਾਂ ਨੂੰ ਉੱਥੋਂ ਕਿਹਾ ਗਿਆ ਕਿ ਤੁਸੀਂ ਚਲੇ ਜਾਓ। ਇੱਕ ਵਾਰੀ ਪਹਿਲਾਂ ਹੋਰ ਗੁਰੂ ਘਰ ਦੇ ਵਿੱਚ ਵੀ ਕਹਿੰਦੇ ਇਸੇ ਤਰੀਕੇ ਪੀ ਕੇ ਚਲੇ ਗਏ ਸੀ। ਤੁਸੀਂ ਇਹ ਦੇਖੋ ਕਿ ਜੇ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਕਰਕੇ ਗੁਰੂ ਘਰ ਜਾਂਦਾ, ਮਾੜੀ ਗੱਲ ਹੈ, ਬਿਲਕੁਲ ਮਾੜੀ ਗੱਲ ਹੈ। ਪਰ ਦੂਸਰੇ ਪਾਸੇ ਜੇ ਕਿਸੇ ਦੇ ਉੱਤੇ ਮਾੜਾ ਇਲਜ਼ਾਮ ਵੈਸੇ ਹੀ ਲਾਇਆ ਜਾਵੇ ਤਾਂ ਉਦੋਂ ਵੀ ਮਾੜੀ ਗੱਲ ਹੈ। ਹੁਣ ਇਹਦੇ ਵਿੱਚ ਸੱਚ ਕੀ ਹੈ ਤੇ ਕੀ ਨਹੀਂ ਉਹ ਬਾਅਦ 'ਚ ਪਤਾ ਲੱਗੂ। ਪਰ ਭਗਵੰਤ ਮਾਨ ਹੋਰਾਂ ਦੇ ਉੱਤੇ ਸਭ ਤੋਂ ਪਹਿਲਾਂ ਜਦੋਂ ਬਹੁਤ ਰੌਲਾ ਰੱਪਾ ਪਿਆ ਸੀ ਤੇ ਉਦੋਂ ਹਰਿੰਦਰ ਸਿੰਘ ਖਾਲਸਾ ਹੋਰਾਂ ਨੇ ਪਾਇਆ ਸੀ। ਉਹ ਕਹਿੰਦੇ ਜੀ ਮੈਂ ਵੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤੇ, ਆਈ ਵੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤੇ, ਮੇਰੇ ਨਾਲ ਬਹਿੰਦੇ ਆ, ਪਰ ਪੀਤੀ ਹੁੰਦੀ ਇਹਨਾਂ ਨੇ, ਮੇਰੀ ਸੀਟ ਬਦਲ ਦਿਓ ਸਪੀਕਰ ਸਾਹਿਬ। ਉਹਦੇ ਤੋਂ ਬਾਅਦ ਹਰਿੰਦਰ ਸਿੰਘ ਖਾਲਸਾ ਹੋਰੀ ਤਾਂ ਕਿਸੇ ਪਾਸੇ ਨਹੀਂ ਨਜ਼ਰ ਆਏ। ਭਗਵੰਤ ਮਾਨ ਜ਼ਰੂਰ ਦੂਸਰੀ ਵਾਰ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਕੇ ਸੰਗਰੂਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਦੇ ਵਿੱਚ ਅੱਪੜ ਗਿਆ ਸੀ। ਉਹਦੇ ਤੋਂ ਬਾਅਦ ਵਿਧਾਨ ਸਭਾ ਦੀ ਚੋਣ ਵੀ ਹੁਣ ਜਿੱਤ ਗਏ, ਮੁੱਖ ਮੰਤਰੀ ਵੀ ਬਣ ਗਏ। ਜਾਣੀ ਕਿ ਪਹਿਲੀ ਵਾਰੀ ਜਦੋਂ ਇਲਜ਼ਾਮ ਲੱਗਾ ਸੀ ਤਾਂ ਭੋਰਾ ਕੁੱਪਰ ਨੂੰ ਗਏ, ਐਤਕੀ ਫਿਰ ਇਲਜ਼ਾਮ ਲੱਗਾ, ਦੇਖੋ ਕਿਤੇ ਨੂੰ ਜਾਂਦੇ ਆ। ਹਾਂਜੀ, ਗੱਲ ਤਾਂ ਹੈਗੀ ਆ। ਹੁਣ ਦੇਖੋ ਇਲਜ਼ਾਮ ਤੋਂ ਬਾਅਦ ਅਜੇ ਕੋਈ ਜਵਾਬ ਤਾਂ ਮੇਰਾ ਖਿਆਲ ਉਸ ਪਾਸਿਓਂ ਆਇਆ ਨਹੀਂਗਾ, ਪਰ ਹਾਂ ਕਾਰਨ ਹੈ ਵੀ ਉਹ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਆਈਟੀ ਵਿੰਗ ਹੈ ਜਾਂ ਕਰਕੇ ਵੋਟਰ ਸਪੋਰਟਰ ਨੇ ਉਹਨਾਂ ਦੇ, ਉਹ ਜ਼ਰੂਰ ਜਵਾਬ ਦੇਣ ਲੱਗ ਪੈਂਦੇ ਆ ਵੀ ਉਹ ਕਹਿੰਦੇ ਵੀ ਮਹਾਰਾਜ ਦੇਖੋ ਜੇ ਮਾਨ ਸਾਹਿਬ ਬਾਹਰ ਨਿਕਲਦੇ ਆ ਤੇ ਫੇਰ ਹੀ ਕੋਈ ਨਾ ਕੋਈ ਕੁਛ ਕਹਿੰਦਾ, ਅਤੇ ਉਹਦੇ ਨਾਲ ਚੰਗਾ ਜੇ ਬੰਦਾ ਘਰੇ ਹੀ ਬੈਠਾ ਰਹੇ ਮਹਿਲ ਦੇ ਵਿੱਚ ਤੇ ਤੁਸੀਂ ਬਾਹਰੋਂ ਤੁਹਾਡੇ MLA ਮੰਤਰੀ ਵੀ ਉਡੀਕਦੇ ਰਹਿਣ ਵੀ ਯਾਰ ਸਾਨੂੰ ਮੁੱਖ ਮੰਤਰੀ ਸਾਹਿਬ ਨਾਲ ਮਿਲਾ ਦਿਓ, ਤੇ ਫਿਰ ਤੁਸੀਂ ਆਪੇ ਦੇਖ ਲਓ ਵੀ ਕੀ ਫਰਕ ਪਊਗਾ। ਹੁਣ ਘੁਮਾ ਕੇ ਤਾਰ ਤਾਂ ਉਹਨਾਂ ਨੇ ਕਿਤੇ ਹੋਰ ਜੋੜੀ ਹੈ, ਕਿਹਾ ਕਿਸੇ ਨੂੰ ਕੁਛ ਨਹੀਂ। ਪਰ ਗੱਲ ਇਹ ਆ ਵੀ ਇਹ ਚਲੋ ਜੇ ਗੱਲ ਇਹੋ ਜਿਹੀ ਕੁਛ ਹੋਈ ਆ ਤੇ ਫਿਰ ਮਾੜੀ ਗੱਲ ਆ,
ਪਰ ਦੂਜੇ ਪਾਸੇ ਇਹ ਵੀ ਆ ਵੀ ਇਹ ਤੇ ਹੋ ਗਿਆ ਮਾਨ ਸਾਹਿਬ ਦੇ ਉੱਪਰ ਇਲਜ਼ਾਮ। ਇੱਕ ਮੈਂ ਗੱਲ ਕਰਨੀ ਸੀ ਹੋਰ ਥੋੜੀ ਜੀ। ਮਾਲਵਿੰਦਰ ਸਿੰਘ ਕੰਗ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਫਿਰ ਪੱਤਰਕਾਰਾਂ ਨੇ ਪੁੱਛ ਲਿਆ ਜੀ ਕੰਗ ਸਾਹਿਬ ਆ ਦੇਖੋ ਕਿੰਨੀ ਵੱਡੀ ਗੱਲ ਹੋ ਗਈ ਹੈ। ਉਹ ਕਹਿੰਦੇ ਅੱਛਾ, ਕਹਿੰਦੇ ਅਸਲ 'ਚ ਰੌਲਾ ਪਤਾ ਕੀ ਹੈ, ਸਵੇਰੇ ਹੀ ਲੱਗ ਪੈਂਦੇ ਉੱਠ ਕੇ ਵਿਰੋਧੀ ਪਾਰਟੀਆਂ ਵਾਲੇ, ਇਹਨਾਂ ਨੇ ਕਾਰਾਂ ਲੈ ਲੈਣੀਆਂ ਜੀ, ਆਹ ਕਰਕੇ ਆਏ। ਉਹ ਕਹਿੰਦੇ ਜੀ ਅਸਲ 'ਚ ਅਸੀਂ ਜਿੰਨੇ ਕੁ ਕੰਮ ਕਰ ਦਿੱਤੇ ਸਰਕਾਰ ਬਣਾਉਣ ਤੋਂ ਬਾਅਦ, ਜਿੰਨੇ ਐਲਾਨ ਹੋ ਗਏ, ਜਿਸ ਤਰੀਕੇ ਭ੍ਰਿਸ਼ਟਾਚਾਰ ਦੇ ਉੱਤੇ ਕਾਬੂ ਪੈਣਾ ਸ਼ੁਰੂ ਹੋ ਗਿਆ, ਇਹਨਾਂ ਨੂੰ ਸਮਝ ਨਹੀਂ ਆਉਂਦੀ ਕਹਿੰਦੇ ਗੱਲ ਕੀ ਕਰੀਏ। ਇਸੇ ਕਰਕੇ ਇਦਾਂ ਦੇ ਬੇਤੁਕੇ ਇਲਜ਼ਾਮ ਲਾਉਂਦੇ ਆ। ਦੂਸਰਾ, ਜੇ ਆਪਾਂ ਲੋਕਾਂ ਦੇ ਪੱਖ ਤੋਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ਼ੂ ਬਹੁਤ ਨੇ, ਚਾਹੇ ਸੁਖਬੀਰ ਸਿੰਘ ਬਾਦਲ ਸਾਹਿਬ ਸਹੀ ਨੇ, ਚਾਹੇ ਭਗਵੰਤ ਮਾਨ ਸਾਹਿਬ ਸਹੀ ਹੈ। ਹੁਣ ਪਾਣੀ ਧਰਤੀ ਦਾ ਥੱਲੇ ਜਾ ਰਿਹਾ, ਜਾਂ ਜਿਹੜਾ ਪਾਣੀ ਸਾਡੇ ਕੋਲੇ ਨਹਿਰਾਂ ਦਰਿਆਵਾਂ ਦੇ ਵਿੱਚ ਹੈਗਾ ਉਹ ਥੋੜਾ ਜਿਹਾ ਥੱਲੇ ਨੂੰ ਚਲਾ ਗਿਆ, ਜਾਣੀ ਭ੍ਰਿਸ਼ਟ ਜਿਹਾ ਹੋ ਗਿਆ, ਉਹਦੇ ਵਿੱਚ ਮਿਲਾਵਟ ਬੜੀ ਹੋ ਗਈ, ਕੈਮੀਕਲ ਪੈ ਗਏ। ਰੁਜ਼ਗਾਰ ਦਾ ਮੁੱਦਾ ਆਪਣੇ ਕੋਲੇ ਸਭ ਤੋਂ ਵੱਡਾ, ਭ੍ਰਿਸ਼ਟਾਚਾਰ ਤੇ ਨਸ਼ੇ ਦਾ ਮੁੱਦਾ ਵੱਡਾ। ਪਰ ਐਨ ਉਸ ਮੌਕੇ ਦੇ ਉੱਤੇ ਜਦੋਂ ਬਹੁਤ ਸਾਰੇ ਨੌਜਵਾਨ ਨੌਕਰੀਆਂ ਮੰਗਦੇ ਆ, ਉਦੋਂ ਸਾਡੇ ਸਿਆਸਤਦਾਨ ਜਦੋਂ ਇਦਾਂ ਦੇ ਮੁੱਦਿਆਂ ਦੇ ਉੱਤੇ ਲੜਦੇ ਆ, ਫਿਰ ਸੰਧਾਲੀਆ ਸਾਹਿਬ ਪੰਜਾਬ ਦੇ ਵਿਕਾਸ ਦੀ ਕਿੰਨੀ ਕੁ ਵੱਡੀ ਆਸ ਰੱਖੀ ਹੈ, ਤੁਸੀਂ ਮੈਨੂੰ ਮਾੜਾ ਜਿਹਾ ਸਮਝਾ ਦਿਓ ਫਿਰ ਅੱਗੇ ਤੁਰ ਪਓ। ਨਹੀਂ, ਗੱਲ ਤਾਂ ਠੀਕ ਹੈ, ਕਾਰਨ ਉਹੀ ਹੈ ਨਾ ਵੀ ਇਹ ਜਿਹੜੀਆਂ ਚੀਜ਼ਾਂ ਨੇ ਜੇ ਤੇ ਆਪਾਂ ਸਿੱਧੀਆਂ ਚੱਲਣੀਆਂ ਤਾਂ ਫਿਰ ਤਾਂ ਕੰਮ ਔਖਾ, ਤੇ ਜੇ ਆਪਾਂ ਡੀਰੇਲ ਕਰਕੇ ਬਿਆਨ ਦੇਣੇ ਆ ਤਾਂ ਫਿਰ ਬਿਆਨ ਤਾਂ ਦਿੱਤੇ ਹੀ ਜਾ ਸਕਦੇ ਆ। ਹੁਣ ਗੱਲ ਇਹ ਆ ਵੀ ਇਹਦਾ ਜਦ ਤੱਕ ਮੈਨੂੰ ਲੱਗਦਾ ਵੀ ਉਸ ਪਾਸਿਓਂ ਕੋਈ ਜਵਾਬ ਨਹੀਂ ਆਉਂਦਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਗੱਲ ਕਲੀਅਰ ਨਹੀਂ ਹੁੰਦੀ, ਉਨੀ ਦੇਰ ਤੱਕ ਤਾਂ ਆਪਾਂ ਕੀ ਕਹਿ ਸਕਦੇ ਹਾਂ। ਪਰ ਜਿਹੜਾ ਇੱਕ ਹੋਰ ਮੁੱਦਾ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਉੱਥੇ ਚੁੱਕਿਆ, ਆਪਾਂ ਉਹਦਾ ਜ਼ਿਕਰ ਕਰ ਲੈਂਦੇ ਹਾਂ ਜੀ। ਇਹ ਇਲਜ਼ਾਮ ਉਹਨਾਂ ਨੇ ਕੇਂਦਰ ਤੇ ਲਾਇਆ। ਉਹ ਕਹਿੰਦੇ ਦੇਖੋ ਆ ਮਹੀਨਾ ਡੂਢ ਮਹੀਨਾ ਪਹਿਲਾਂ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਜਿਹੜੀ ਹੈ ਜੀ, ਉਹਦੇ ਤੇ ਕੇਂਦਰ ਸਰਕਾਰ ਨੇ ਕਰ ਲਿਆ ਕਬਜ਼ਾ। ਹੁਣ ਕਹਿੰਦੇ ਉਹਨਾਂ ਦਾ ਇਰਾਦਾ ਵੀ SGPC ਤੇ ਵੀ ਆਪਾਂ ਕਬਜ਼ਾ ਕਰਨਾ, ਤੇ ਇਹ ਚਾਹੁੰਦੇ ਇਹ ਆ ਕਿ ਵੀ ਇੱਕ ਤਰ੍ਹਾਂ ਨਾਲ ਆਪਾਂ ਉਹਨਾਂ ਸੰਸਥਾਵਾਂ ਦੇ ਉੱਪਰ ਕਬਜ਼ਾ ਕਰ ਲਈਏ, ਤੇ ਜਦੋਂ ਇੱਕ ਤਰ੍ਹਾਂ ਕਬਜ਼ਾ ਕਰ ਲਿਆ ਤੇ ਫਿਰ ਉਹ ਕਹਿੰਦੇ ਵੀ ਸਿੱਖ ਪੰਥ ਦੀਆਂ ਲੱਤਾਂ ਬਾਹਾਂ ਬੰਨ੍ਹਣ ਵਾਲੀ ਗੱਲ ਕਰਨ ਵਾਲੀ ਹੈ ਵੀ ਇਹਨਾਂ ਦੀਆਂ ਲੱਤਾਂ ਬਾਹਾਂ ਮੰਨ ਲਓ, ਫਿਰ ਇਹ ਕਰ ਕੁਛ ਨਹੀਂ ਸਕਦੇ। ਪਰ ਉਹ ਕਹਿੰਦੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਮਾੜਾ ਮੈਂ ਹੋ ਸਕਦਾ, ਸਿਕੰਦਰ ਸਿੰਘ ਮਲੂਕਾ ਹੋਰੀ ਮਾੜੇ ਹੋ ਸਕਦੇ, ਉਹ ਲਾਗੇ ਬੈਠੇ ਸੀ, ਪਰ ਅਕਾਲੀ ਦਲ ਥੋੜ੍ਹਾ ਮਾੜਾ ਵੀ ਆਹ ਜਿਹੜੀਆਂ ਚੀਜ਼ਾਂ ਇਸ ਵਕਤ ਕੀਤੀਆਂ ਜਾ ਰਹੀਆਂ ਵੀ ਅਸੀਂ ਕਬਜ਼ਾ ਕਰਨਾ ਇਹਨਾਂ ਸੰਸਥਾਵਾਂ ਦੇ ਉੱਪਰ, ਤੁਸੀਂ ਦੱਸੋ ਵੀ ਤੁਸੀਂ ਹੋਣ ਦਿਓਗੇ? ਇਹ ਲੋਕਾਂ ਨੂੰ ਪੁੱਛਿਆ ਉਹਨਾਂ ਨੇ। ਸੰਧਾਲੀਆ ਸਾਹਿਬ ਜਦੋਂ ਉਹਨਾਂ ਨੇ ਕਿਹਾ ਨਾ ਕਿ ਅਕਾਲੀ ਦਲ ਬੜੀ ਤਕੜੀ ਪਾਰਟੀ ਹੈ, ਹਾਰਾਂ ਜਿੱਤਾਂ ਕਹਿੰਦੇ ਹੁੰਦੀਆਂ ਰਹਿੰਦੀਆਂ, ਮੈਂ ਕਹਿੰਦੇ ਜਿੱਦਣ ਐਤਕੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਂਦੇ ਸੀ, ਇਹ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਸੰਬੋਧਨ ਕਰਦੇ ਆ ਕੈਮਰਿਆਂ ਦੇ ਸਾਹਮਣੇ, ਮੈਂ ਕਹਿੰਦੇ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕੋਲ ਬੈਠਾ ਸੀ ਤੇ ਬਾਦਲ ਸਾਹਿਬ ਨੇ ਫਿਰ ਗੱਲ ਸੁਣਾਈ, ਕਹਿੰਦੇ ਜੇ ਕਰੀ ਜ਼ਿਮਨੀ ਚੋਣ ਸੀ ਅਕਾਲੀ ਦਲ ਹਰੀ ਜਾਵੇ, ਅਸੀਂ ਕਹਿੰਦੇ ਨਤੀਜੇ ਤੋਂ ਬਾਅਦ ਬਾਹਰ ਨਿਕਲੇ, ਨਾਲ ਇੱਕ ਨਿਹੰਗ ਸਿੰਘ ਜੀ ਸੀਗੇ ਤੇ ਨਿਹੰਗ ਸਿੰਘ ਹੋਰੀ ਜਕਾਰੇ ਲਾਈ ਜਾਣ, ਕਹਿੰਦੇ ਮੈਂ ਕਿਹਾ ਨਿਹੰਗ ਸਿੰਘ ਜੀ ਆਪਾਂ ਤਾਂ ਹਾਰ ਗਏ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਜਿੱਤਿਆ ਖਾਲਸਾ ਜਿਹੜਾ ਰੱਬ ਵਰਗਾ ਤੇ ਹਾਰਿਆ ਖਾਲਸਾ ਜਿੱਤੇ ਵਰਗਾ, ਕਿ ਜਾਣੀ ਉਤਸ਼ਾਹ ਦੇ ਵਿੱਚ ਰਹਿਣਾ, ਗੱਲ ਹੀ ਕੋਈ ਨਹੀਂ, ਪ੍ਰਵਾਹ ਕੋਈ ਨਹੀਂ। ਪਰ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਹ ਕਿਹਾ ਕਿ ਭਾਈ ਸੈਂਟਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਤੇ ਹੁਣ SGPC ਤੇ ਕਬਜ਼ਾ ਕਰਨ ਨੂੰ ਫਿਰਦੇ ਆ, ਸੰਧਾਲੀਆ ਸਾਹਿਬ ਮੈਨੂੰ ਕੁਝ ਚੇਤੇ ਆਇਆ। ਦੇਖੋ ਪਹਿਲੀ ਗੱਲ ਕਿ ਸਿੱਖਾਂ ਦੀਆਂ ਇਹ ਦੋ ਬਹੁਤ ਅਹਿਮ ਧਾਰਮਿਕ ਸੰਸਥਾਵਾਂ, ਇਹਨਾਂ ਦੇ ਉੱਤੇ ਕਿਸੇ ਵੀ ਜੇ ਉਸ ਧਿਰ ਦਾ ਕਬਜ਼ਾ ਹੁੰਦਾ ਜਿਹੜੀ ਕਿਸੇ ਹੋਰ ਮੰਤਵ ਦੇ ਲਈ ਇਹਨੂੰ ਚਲਾਉਣਾ ਚਾਹੁੰਦੀ ਹੈ ਤਾਂ ਬਹੁਤ ਮਾੜੀ ਗੱਲ ਹੈ, ਡਟ ਕੇ ਠੋਕ ਕੇ ਵਜਾ ਕੇ ਵਿਰੋਧ ਹੋਣਾ ਚਾਹੀਦਾ। ਪਰ ਦੂਸਰੇ ਪਾਸੇ ਤੁਹਾਨੂੰ ਚੇਤਾ ਹੋਣਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਹੁੰਦਾ ਸੀ, ਉਹ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਦੀ ਹੁਣ ਕੇਂਦਰ ਦੇ ਵਿੱਚ ਸਰਕਾਰ ਹੈ, ਬਹੁਤ ਸਾਰੀਆਂ ਅਕਾਲੀ ਦਲ ਬਾਦਲ ਵਿਰੋਧੀ ਪੰਜਾਬ ਦੀਆਂ ਪੰਥਕ ਧਿਰਾਂ ਕਹਿੰਦੀਆਂ ਹੁੰਦੀਆਂ ਸੀ ਕਿ ਭਾਈ ਇਹਨਾਂ ਦੇ ਰਾਹੀਂ ਉਹ ਬੰਦੇ ਕਬਜ਼ਾ ਕਰਨ ਨੂੰ ਫਿਰਦੇ ਆ, ਉਹਨਾਂ ਦੇ ਮੁਤਾਬਕ ਚਲਾਉਂਦੇ ਆ। ਅਸੀਂ ਨਹੀਂ ਕਹਿੰਦੇ ਕੋਈ ਇਲਜ਼ਾਮ ਸਹੀ ਸੀ, ਪਰ ਉਦੋਂ ਉਹ ਕਹਿੰਦੇ ਹੁੰਦੇ ਸੀ ਕਿ ਤੁਸੀਂ ਰਲੇ ਹੋ ਤੇ ਉਹਨਾਂ ਨੂੰ ਤੁਸੀਂ ਕਬਜ਼ਾਈ ਜਾਂਦੇ ਹੋ, ਹੁਣ ਤੁਸੀਂ ਕਹਿੰਦੇ ਹੋ। ਪਰ ਦੂਸਰੀ ਗੱਲ, ਦੁਬਾਰਾ ਇਲੈਕਸ਼ਨ ਤਾਂ ਨਹੀਂ ਹੋਈ, ਸ਼੍ਰੋਮਣੀ ਅਕਾਲੀ ਦਲ ਨੇ ਟਿਕਟਾਂ ਦਿੱਤੀਆਂ ਸੀ ਉਹਨਾਂ ਬੰਦਿਆਂ ਨੂੰ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਜਿੱਤੇ ਆ। ਸ਼੍ਰੋਮਣੀ ਅਕਾਲੀ ਦਲ ਨੇ ਕਾਲਕਾ ਸਾਹਿਬ ਨੂੰ ਪ੍ਰਧਾਨ ਬਣਾਇਆ ਸੀ ਪਿਛਲੇ ਸਮੇਂ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਨੇ ਸਿਰਸਾ ਸਾਹਿਬ ਨੂੰ ਪ੍ਰਧਾਨ ਬਣਾਇਆ ਸੀ, ਸਗੋਂ ਜਦੋਂ ਪ੍ਰਧਾਨ ਹੋਣ ਦੇ ਬਾਵਜੂਦ ਵੀ ਉਹ ਹਾਰ ਗਿਆ ਸੀ ਤੇ ਉਹਦੇ ਤੋਂ ਬਾਅਦ ਮੈਂਬਰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਇਹਦਾ ਮਤਲਬ ਹੈ ਕਿ ਠੀਕ ਹੈ ਕਬਜ਼ਾ ਉਹਨਾਂ ਨੇ ਕਿਹੜਾ ਕਿਸੇ ਹੋਰ ਤਰੀਕੇ ਨਾਲ ਕਰ ਲਿਆ, ਤੁਹਾਡੇ ਬੰਦੇ ਚਲੇ ਗਏ ਆ। ਇਹਦਾ ਮਤਲਬ ਹੈ ਕਿ ਕਿਤੇ ਉਮੀਦਵਾਰਾਂ ਦੀ ਚੋਣ ਦੇ ਵਿੱਚ ਕੋਈ ਕਮੀ ਰਹਿ ਗਈ ਕਿ ਉਦੋਂ ਪੰਜਾਬ ਤੋਂ ਬਹੁਤ ਸਾਰੇ ਲੀਡਰਾਂ ਦੀ ਕਮੇਟੀ ਬਣਾ ਕੇ ਭੇਜਦੇ ਹੁੰਦੇ ਆ ਕਿ ਭਾਈ ਤੁਸੀਂ ਇਸ ਚੋਣ ਦੇ ਲਈ ਅਬਜ਼ਰਵਰ ਦੇ ਰੂਪ ਦੇ ਵਿੱਚ ਜਾਓ, ਕਿ ਉਹਨਾਂ ਨੇ ਠੀਕ ਤਰੀਕੇ ਉੱਥੇ ਕੰਮ ਨਹੀਂ ਕੀਤਾ। ਜਿਹੜੀ ਕਹਾਣੀ ਕੀ ਸੀ ਕਿ ਸੰਗਤ ਤੋਂ ਤਾਂ ਪੁੱਛਿਆ, ਅਕਾਲੀ ਦਲ ਤਕੜਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, 100 ਸਾਲ ਤੋਂ ਉੱਪਰ ਦੀ ਉਮਰ ਹੋ ਗਈ ਸ਼੍ਰੋਮਣੀ ਅਕਾਲੀ ਦਲ ਦੀ, ਪਰ ਕਾਰਨ ਕੀ ਰਿਹਾ ਕਿ ਜਿਨ੍ਹਾਂ ਨੂੰ ਆਪਾਂ ਅੱਗੇ ਲਾਉਣੇ ਆ ਉਹ ਕਬਜ਼ਾ ਕਰਾਉਣ ਦੇ ਲਈ ਆਪ ਫਿਰ ਉਹਨਾਂ ਦੇ ਨਾਲ ਤੁਰ ਪੈਂਦੇ ਆ। ਕਿਤੇ ਨਾ ਕਿਤੇ ਤਾਂ ਫਿਰ ਇਹ ਹਿਸਾਬ ਕਿਤਾਬ ਲਾਉਣਾ ਪਊਗਾ ਨਾ ਕਿ ਕਹਾਣੀ ਕਮਜ਼ੋਰ ਰਹਿ ਕਿੱਥੇ ਗਈ ਹੈ। ਨਹੀਂ, ਮਤਲਬ ਇਹ ਗੱਲ ਕਲੀਅਰ ਆ ਵੀ
ਹੁਣ ਆਪਾਂ ਨੂੰ ਇਹ ਗਾਂਹ ਵੀ ਠੋਕ ਜਾ ਕੇ ਪੁੱਛਣਾ ਪਊਗਾ ਜਾਂ ਵੇਖਣਾ ਪਊਗਾ ਵੀ ਜਿਹੜਾ ਘੜਾ ਆਪਣੇ ਵਾਲਾ ਉਹ ਕਿਤੇ ਕੱਚਾ ਤਾਂ ਨਹੀਂ, ਕਿਉਂਕਿ ਹੁਣ ਗਾਂਹ ਵੀ ਜਿੱਦਾਂ ਹੁਣ ਇਸ ਚੀਜ਼ ਦੀ ਚਰਚਾ ਚੱਲਦੀ ਹੈ ਵੀ ਸ਼ਾਇਦ SGPC ਦੀਆਂ ਇਲੈਕਸ਼ਨਾਂ ਵੀ ਹੋਣ, ਉਦੋਂ ਵੀ ਜਿਹੜੇ ਵੀ ਨੁਮਾਇੰਦੇ ਅੱਗੇ ਚੁਣ ਕੇ ਆਉਣੇ ਨੇ ਜਾਂ ਜਿਨ੍ਹਾਂ ਨੂੰ ਵੀ ਟਿਕਟਾਂ ਦਿੱਤੀਆਂ ਜਾਣੀਆਂ ਨੇ ਉਹਨਾਂ ਬਾਰੇ ਵੀ ਜ਼ਰੂਰ ਪਤਾ ਕਰ ਲਿਆ ਜਾਵੇ ਵੀ ਹਾਂ ਯਾਰ ਇਹ ਬੰਦਾ ਖੜੂਗਾ ਮੌਕੇ 'ਤੇ ਜੀ, ਵੀ ਕਿਤੇ ਇੱਦਾਂ ਤਾਂ ਨਹੀਂ ਹੋਊਗਾ ਵੀ ਜੇ ਮੰਨ ਲਓ ਹੁਣ ਦਿੱਲੀ ਜੋ ਕੁਛ ਸਿਆਸਤ ਹੋਈ ਘਟੀ ਵਾਪਰੀ ਉਹ ਅਕਾਲੀ ਦਲ ਨੂੰ ਵੀ ਬੜੀ ਵਧੀਆ ਤਰ੍ਹਾਂ ਪਤਾ, ਬਾਦਲ ਸਾਹਿਬ ਨੂੰ ਵੀ ਬੜੀ ਚੰਗੀ ਤਰ੍ਹਾਂ ਪਤਾ। ਹੁਣ ਉਹ ਜੇ ਇੱਕ ਸਟ੍ਰੈਟਜੀ ਇੱਕ ਥਾਂ 'ਤੇ ਕਾਮਯਾਬ ਹੋ ਸਕਦੀ ਹੈ ਤੇ ਗੱਲ ਕਲੀਅਰ ਆ ਵੀ ਉਹੀ ਸਟ੍ਰੈਟਜੀ ਦੂਜੇ ਥਾਂ ਹੋ ਸਕਦਾ ਵੀ ਅਗਲੇ ਵਰਤਣ ਜੀ। ਉਸ ਸਟ੍ਰੈਟਜੀ ਤੋਂ ਬਚਣ ਦਾ ਢੰਗ ਤਰੀਕਾ ਪਹਿਲਾਂ ਤੋਂ ਕੱਢ ਲੈਣਾ ਚਾਹੀਦਾ ਵੀ ਇਹ ਨਾ ਕਿਤੇ ਇੱਦਾਂ ਹੋਵੇ ਵੀ ਆਪਾਂ ਜਿਹੜੇ ਬੰਦਿਆਂ ਨੂੰ ਇਸ ਵਕਤ ਮੈਂਬਰ ਬਣਾਈਏ ਜੀ ਬਾਅਦ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਵੱਡਾ ਸਾਰਾ ਧੜਾ ਜਿਹੜਾ ਜੀ ਉਹ ਪਾਸੇ ਹੋ ਕੇ ਆਖੇ ਵੀ ਨਹੀਂ ਜੀ ਅਸੀਂ ਤੇ ਫਲਾਨੇ, ਉਹ ਵਾਲੀ ਚੀਜ਼ ਨਾ ਹੋਵੇ। ਮੇਰੇ ਖਿਆਲ ਨਾਲ ਇਸ ਚੀਜ਼ ਦੇ ਲਈ ਅਕਾਲੀ ਦਲ ਨੂੰ ਜ਼ਰੂਰ ਸੋਚਣਾ ਵਿਚਾਰਨਾ ਚਾਹੀਦਾ। ਬਾਕੀ ਜਿਹੜੀ ਉਹਨਾਂ ਨੇ ਸ਼ੰਕਾ ਜ਼ਾਹਰ ਕੀਤੀ ਹੈ ਜਾਂ ਜਿਹੜਾ ਸ਼ੱਕ ਜ਼ਾਹਰ ਕੀਤਾ ਜੇ ਇੱਦਾਂ ਤੇ ਆਪਾਂ ਕਹਿੰਦੇ ਵੀ ਮਾੜਾ, ਹਾਂ ਨਹੀਂ ਮਾੜਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਬਾਕੀ ਸੰਧਾਲੀਆ ਸਾਹਿਬ ਇਹਦੇ ਤੋਂ ਬਿਨਾਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਘਟੀਆਂ, ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜੇ ਭਗਵੰਤ ਮਾਨ ਮੁੱਖ ਮੰਤਰੀ ਹੋਰਾਂ ਦੇ ਉੱਤੇ ਇਲਜ਼ਾਮ ਲਾਏ ਤਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਉਹ ਸਵੇਰੇ 8 ਵਜੇ ਗੁਰੂ ਘਰ ਆ ਗਿਆ ਸੀ ਜਾਂ 8 ਤੋਂ 9 ਦੇ ਵਿਚਾਲੇ ਗੁਰੂ ਘਰ ਆ ਗਿਆ ਸੀ, ਉਹ ਸੰਗਤ ਦੇ ਵਿੱਚ ਘੁੰਮਦੇ ਰਹੇ, ਉਹਨਾਂ ਨੂੰ ਸਿਰੋਂ ਪਾਓ ਦੀ ਬਖਸ਼ਿਸ਼ ਕੀਤੀ ਗਈ, ਉਦੋਂ ਪਤਾ ਲੱਗ ਜਾਣਾ ਚਾਹੀਦਾ ਸੀ। ਜਾਂ ਫਿਰ ਉਹ ਜਲੰਧਰ ਕਿਵੇਂ ਚਲੇ ਗਏ, ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕੀਤੀ, ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਂ ਭਾਸ਼ਣ ਦਿੱਤਾ। ਗੱਲ ਕਿਹੜੀ ਠੀਕ ਹੈ ਕਿਹੜੀ ਨਹੀਂ, ਪਰ ਇੰਨੀ ਗੱਲ ਜ਼ਰੂਰ ਹੈ ਕਿ ਜਦੋਂ ਜਲੰਧਰ ਦੇ ਵਿੱਚ ਫਿਰ ਡਾਕਟਰ BR ਅੰਬੇਦਕਰ ਸਾਹਿਬ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਭਗਵੰਤ ਮਾਨ ਹੋਰਾਂ ਨੇ ਸੰਬੋਧਨ ਵੀ ਕੀਤਾ ਤੇ ਬਾਅਦ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ, ਉੱਥੇ ਸਭ ਤੋਂ ਵੱਧ ਜਿਹੜਾ ਮਸਲਾ ਚਰਚਾ ਦੇ ਵਿੱਚ ਰਿਹਾ ਉਹ ਰਿਹਾ ਦਿੱਲੀ ਵਾਲੀ ਮੀਟਿੰਗ ਦਾ ਕਿ ਦਿੱਲੀ ਦੇ ਵਿੱਚ ਜੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਪੰਜਾਬ ਦੇ ਅਧਿਕਾਰੀਆਂ ਦੀ ਮੀਟਿੰਗ ਕਿਉਂ ਕਰ ਲਈ, ਕਿਉਂਕਿ ਭਗਵੰਤ ਮਾਨ ਹੋਰੀ ਉਸ ਮੀਟਿੰਗ ਤੋਂ ਬਾਅਦ ਪਹਿਲੀ ਵਾਰੀ ਪੱਤਰਕਾਰਾਂ ਦੇ ਰੂਬਰੂ ਹੋਏ ਆ। ਉਹ ਕਹਿੰਦੇ ਜੀ ਪਹਿਲੀ ਗੱਲ ਹੈ ਕਿ ਅਫਸਰ ਮੈਂ ਭੇਜੇ, ਆਪਾਂ ਬਾਰ-ਬਾਰ ਕਹਿੰਦੇ ਸੀ ਕਿ ਅਜੇ ਸਪਸ਼ਟ ਨਹੀਂ, ਕਿਸੇ ਧਿਰ ਨੇ ਪੁਸ਼ਟੀ ਨਹੀਂ ਕੀਤੀ ਕਿ ਮੀਟਿੰਗ ਹੋਈ ਹੈ ਕਿ ਨਹੀਂ ਹੋਈ ਹੈ। ਪਰ ਜਦੋਂ ਭਗਵੰਤ ਮਾਨ ਸਾਹਿਬ ਨੂੰ ਪੁੱਛਿਆ ਗਿਆ ਤੇ ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿਤੇ ਐ ਨਾ ਕਹਿ ਦੇਣ ਕਿ ਮੀਟਿੰਗ ਹੋਈ ਨਹੀਂ ਭਾਈ, ਤੁਹਾਨੂੰ ਕਿਹਨੇ ਕਿਹਾ ਮੀਟਿੰਗ ਹੋਈ ਹੈ। ਪਰ ਉਹ ਕਹਿੰਦੇ ਜੀ ਅਫਸਰ ਮੈਂ ਭੇਜੇ ਸੀ, ਜੇ ਦੂਸਰੀ ਵਾਰੀ ਵੀ ਕਹਿੰਦੇ ਭੇਜਣੇ ਪਏ ਤਾਂ ਮੈਂ ਭੇਜੂੰਗਾ। ਦਿੱਲੀ ਦਾ ਐਜੂਕੇਸ਼ਨ ਸਿਸਟਮ ਵਧੀਆ, ਦਿੱਲੀ ਵਾਲੇ ਬਿਜਲੀ ਫ੍ਰੀ ਦਿੰਦੇ ਆ ਤੇ ਜਿੱਥੇ ਫਿਰ ਸਿਸਟਮ ਸਫਲਤਾਪੂਰਵਕ ਚੱਲਦਾ ਹੈ ਉੱਥੇ ਫਿਰ ਅਸੀਂ ਕਿਉਂ ਨਹੀਂ ਇਹ ਸਾਰਾ ਕੰਮ ਕਰ ਸਕਦੇ, ਕਹਿੰਦੇ ਤੁਸੀਂ ਮੈਨੂੰ ਸਮਝਾ ਦਿਓ। ਦੂਸਰਾ ਮੈਨੂੰ ਕਹਿੰਦੇ ਜੇ ਪੰਜਾਬ ਦੀ ਬਿਹਤਰੀ ਦੇ ਲਈ ਆਪਣੇ ਅਫਸਰ ਜਿਹੜੇ ਇਜ਼ਰਾਈਲ ਭੇਜਣੇ ਪਏ ਮੈਂ ਭੇਜੂ। ਪਹਿਲਾਂ ਵੀ ਕਹਿੰਦੇ ਪੰਜਾਬ ਦੇ ਅਫਸਰ ਗੁਜਰਾਤ ਜਾਂਦੇ ਰਹੇ ਆ, ਵੱਖ-ਵੱਖ ਸੂਬਿਆਂ 'ਚ ਜਾਂਦੇ ਰਹੇ ਆ, ਤੇ ਜੇ ਪਹਿਲਾਂ ਜਾਂਦੇ ਰਿਹਾ ਤੇ ਅੱਜ ਦਿੱਲੀ ਨੂੰ ਚਲੇ ਗਿਆ ਤਾਂ ਕੀ ਹੋਇਆ। ਤੇ ਦੂਸਰਾ ਉਹਨਾਂ ਨੇ ਕਿਹਾ ਜੀ ਉੱਥੇ ਇਕੱਲੇ ਦਿੱਲੀ ਦੇ ਮੁੱਖ ਮੰਤਰੀ ਨਹੀਂ ਸੀ, ਦਿੱਲੀ ਦੇ ਬਹੁਤ ਸਾਰੇ ਆਫੀਸਰ ਨਾਲ ਬੈਠੇ ਸੀ ਜਿੱਥੇ ਸਲਾਹ ਮਸ਼ਵਰਾ ਕੀਤਾ ਗਿਆ ਵੱਖ-ਵੱਖ ਮੁੱਦਿਆਂ ਦੇ ਉੱਤੇ, ਤੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ ਕਿ ਦਿੱਲੀ ਵਾਲੀ ਮੀਟਿੰਗ ਆਖਿਰਕਾਰ ਹੋਈ ਕਿਉਂ ਸੀ। ਮਤਲਬ ਉਹਨਾਂ ਨੇ ਆਪਣੇ ਇਸ ਸਪੀਚ 'ਚੋਂ ਜਾਂ ਉਹ ਜਿਹੜੀ ਵੀ ਪ੍ਰੈਸ ਵਾਰਤਾ ਸੀ ਉਹਦੇ 'ਚ ਮੁੱਦੇ ਨੂੰ ਇਹ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਵੀ ਦੱਸਿਆ ਇਹ ਜਾ ਰਿਹਾ ਸੀ ਵੀ ਜਿੱਦਾਂ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੇ ਫੋਨ ਕੀਤਾ ਹੋਊਗਾ ਵੀ ਓਕੇ ਵੀ ਅਫਸਰ ਮੇਰੇ ਕੋਲ ਘੱਲੋ ਮੈਂ ਮਿਲਣਾ ਇਹਨਾਂ ਨੂੰ ਜ਼ਰਾ, ਵੀ ਇਹ ਚੀਜ਼ ਮਾੜੀ ਆ। ਹੁਣ ਜੇ ਇਸ ਐਂਗਲ ਤੋਂ ਦੇਖਿਆ ਜਾਵੇ ਤਾਂ ਫਿਰ ਹਰੇਕ ਨੂੰ ਮਾੜੀ ਲੱਗੂਗੀ। ਭਗਵੰਤ ਮਾਨ ਸਾਹਿਬ ਨੇ ਇਹਨੂੰ ਇੱਦਾਂ ਪੇਸ਼ ਕੀਤਾ ਵੀ ਕਾਰਨ ਆ ਵੀ ਸਾਨੂੰ ਲੋੜ ਆ ਤੇ ਸਾਨੂੰ ਇਹ ਚੀਜ਼ ਜਾਣਨੀ ਆ ਵੀ ਯਾਰ ਕਿਹੜਾ ਬੰਦਾ ਕਿਹੜੇ ਕੰਮ ਨੂੰ ਕਿੱਦਾਂ ਕਰਦਾ, ਤੇ ਅਸੀਂ ਅੱਗੇ ਵੀ ਅਫਸਰਾਂ ਦਾ ਵਫਦ ਬਣਾ ਕੇ ਕਦੀ ਮੁਲਕ ਤੋਂ ਬਾਹਰ ਕਦੀ ਸਟੇਟ ਤੋਂ ਬਾਹਰ ਆਪਾਂ ਭੇਜਦੇ ਹੁੰਦੇ ਆ, ਤੇ ਸਾਨੂੰ ਲੱਗਿਆ ਵੀ ਦਿੱਲੀ ਵਾਲਿਆਂ ਕੋਲੇ ਫਲਾਣਾ ਮਾਡਲ ਹੈਗਾ ਵੀ ਤੁਸੀਂ ਭੱਜ ਕੇ ਜਾ ਕੇ ਚੈੱਕ ਕਰਕੇ ਆਓ ਜੀ। ਹੁਣ ਫਰਕ ਸਿਰਫ ਇੰਨਾ ਕਿ ਵੀ ਇਹ ਕਹਿੰਦੇ ਵੀ ਅਸੀਂ ਆਪਣਾ ਵਫਦ ਬਣਾ ਕੇ ਆਖਿਆ ਵੀ ਯਾਰ ਉਹਨਾਂ ਕੋਲੋਂ ਟਾਈਮ ਲੈ ਲਓ ਤੇ ਤੁਸੀਂ ਪੁੱਛ ਕੇ ਆਓ। ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਵੀ ਅਗਲੇ ਨੇ ਕਿਹਾ ਵੀ ਸਾਡੇ ਕੋਲ ਆ ਕੇ ਰਿਪੋਰਟ ਕਰੋ ਭਾਈ ਉਹ ਤੁਸੀਂ ਕਰਦੇ ਕਿਉਂ। ਹੁਣ ਇਹਦੇ 'ਚੋਂ ਕਿਹੜੀ ਗੱਲ ਸੱਚੀ ਹੈ ਕਿਹੜੀ ਗੱਲ ਝੂਠੀ ਹੈ ਇਹ ਕਹਿੰਦੇ ਕੱਲ ਨੂੰ ਪਤਾ ਲੱਗ ਜਾਣਾ, ਕਿਉਂਕਿ ਕੱਲ 16 ਤਰੀਕ ਹੈ ਤੇ ਕੱਲ ਨੂੰ ਐਲਾਨ ਹੋਣਾ ਹੈ ਨਾ। ਨਹੀਂ ਉਹਨਾਂ ਨੇ ਸਾਫ਼ ਹੀ ਕਰ ਦਿੱਤਾ, ਕਹਿੰਦੇ ਜੀ 16 ਤਰੀਕ ਨੂੰ ਤੁਹਾਨੂੰ ਪਤਾ ਲੱਗ ਜਾਊਗਾ, 16 ਤਰੀਕ ਨੂੰ ਪੰਜਾਬੀ ਉਡੀਕਣ, ਅਸੀਂ 16 ਤਰੀਕ ਨੂੰ ਵੱਡਾ ਫੈਸਲਾ ਕਰਾਂਗੇ। ਸੰਧਾਲੀਆ ਸਾਹਿਬ ਜੇ 16 ਤਰੀਕ ਨੂੰ 300 ਯੂਨਿਟ ਬਿਜਲੀ ਮੁਫਤ ਕਰਨ ਦਾ ਹੀ ਫੈਸਲਾ, ਦੇਖੋ ਵਿੱਤੀ ਤੌਰ ਤੇ ਭਾਰ ਤਾਂ ਪਊਗਾ, ਪਰ ਇਹ ਸਭ ਤੋਂ ਵੱਡਾ ਮੁੱਦਾ ਜਿਸ ਮੁੱਦੇ ਦੇ ਉੱਤੇ ਵਿਰੋਧੀ ਧਿਰਾਂ ਬਾਰ-ਬਾਰ ਆਮ ਆਦਮੀ ਪਾਰਟੀ ਦੀ ਖਿੱਚ ਤੇ ਧੂ ਦੋਨੇ ਚੀਜ਼ਾਂ ਕਰ ਰਹੀਆਂ ਨੇ। ਪ੍ਰਤਾਪ ਸਿੰਘ ਬਾਜਵਾ, ਫਤਿਹ ਬਾਜਵਾ ਸਾਹਿਬ, ਅਕਾਲੀ ਦਲ ਦੀ ਲੀਡਰਸ਼ਿਪ, ਉਹ ਬਾਰ-ਬਾਰ ਇਹ ਕਹਿੰਦੇ ਦੇ ਨਹੀਂ ਸਕਦੇ, ਬੱਤੀ ਨਹੀਂ ਮੁਫਤ ਦੇ ਸਕਦੇ, ਬਾਕੀ ਜੋ ਮਰਜ਼ੀ ਹੈ, ਜੇ ਬੱਤੀ ਮੁਫਤ ਦੇਣੀ ਉਹਦੇ ਲਈ ਪੈਸੇ ਚਾਹੀਦੇ, ਪੈਸੇ ਇਹਨਾਂ ਦੇ ਕੋਲੇ ਹੈ ਨਹੀਂ। ਹੁਣ ਦਿੱਲੀ ਬੈਠ ਕੇ ਪੰਜਾਬ ਦੀ ਅਫਸਰਸ਼ਾਹੀ ਤੇ ਦੂਸਰੇ ਦਿਨ 2.5 ਘੰਟੇ ਦੀ ਭਗਵੰਤ ਮਾਨ ਸਾਹਿਬ ਦੀ ਕੇਜਰੀਵਾਲ ਸਾਹਿਬ ਦੇ ਨਾਲ ਜਿਹੜੀ ਮੀਟਿੰਗ ਹੈ, ਉਸ ਮੀਟਿੰਗ ਦੇ ਵਿੱਚੋਂ ਕਿਹੜਾ ਫਾਰਮੂਲਾ ਉਹ ਲੱਭ ਕੇ ਲਿਆਏ ਆ ਕਿ ਜੇ ਉਹ ਦੇਣਾ ਹੋਇਆ ਤਾਂ ਸੈਂਕੜੇ ਕਰੋੜ ਰੁਪਏ ਦਾ ਜਿਹੜਾ ਬੋਝ ਪੈਣਾ ਪੰਜਾਬ ਦੇ ਉੱਤੇ ਬਿਜਲੀ ਮੁਫਤ ਦੇਣ ਦਾ, ਉਹ ਹੁਣ ਕਿਵੇਂ ਦਰੁਸਤ ਕਰਨਾ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਗੱਲ ਕਹੀ, ਲਾਈਟ ਨਹੀਂ ਆਉਣੀ, ਕਹਿੰਦੇ 4-5 ਸਾਲ ਜਿਹੜੇ ਆਉਣ ਵਾਲੇ ਲਾਈਟ ਲੂਟ ਨਹੀਂ ਆਉਣੀ,
ਸਾਡੇ ਤੇ ਕਹਿੰਦੇ ਇਲਜ਼ਾਮ ਲਾਉਂਦੇ ਸੀ ਨਾ ਕਿ ਥਰਮਲ ਕਿੱਥੋਂ ਲਾਤੇ। 2.5 ਰੁਪਏ ਕਹਿੰਦੇ ਬਿਜਲੀ ਮਿਲਦੀ ਆ ਉੱਥੋਂ, ਇਹ 20 ਰੁਪਏ ਤੇ 25 ਰੁਪਏ ਨੂੰ ਖਰੀਦਦੇ ਆ। ਮੈਂ ਕਹਿੰਦੇ ਅਜੇ ਕਲੀਅਰ ਕਰ ਦੇਣਾ, ਆ 5 ਸਾਲ ਪਿਛਲੇ ਕਿਹੜਾ ਆਈ ਆ ਚੱਜ ਨਾਲ। ਹੁਣ ਵੀ ਲਾਈਟ ਨਹੀਂ ਆਉਣੀ ਪੰਜਾਬ ਦੇ ਲੋਕੋ, ਪੱਖੇ ਕੂਲਰ ਹੋਰ ਜਿਹੜੀਆਂ ਚੀਜ਼ਾਂ ਜਨਰੇਟਰ ਇਨਵਰਟਰ ਪਹਿਲਾਂ ਲੈ ਕੇ ਰੱਖ ਲਓ, ਕਿਉਂਕਿ ਲਾਈਟ ਨਹੀਂ ਆਉਣੀ। ਤੇ ਜੇ ਤਾਂ 16 ਤਰੀਕ ਨੂੰ ਇਸ ਮੁੱਦੇ ਦੇ ਉੱਤੇ ਕੋਈ ਵੱਡਾ ਐਲਾਨ ਭਗਵੰਤ ਮਾਨ ਹੋਰੀ ਕਰ ਗਏ ਤਾਂ ਵਿਰੋਧੀਆਂ ਦੇ ਕੋਲੋਂ ਸ਼ਾਇਦ ਬਹੁਤ ਵੱਡਾ ਮੁੱਦਾ ਖੁੱਸ ਜਾਊਗਾ, ਨਹੀਂ ਤਾਂ ਦਿਨੋਂ ਦਿਨ ਉਹ ਚੜੀ ਜਾਣਾ ਉੱਪਰ ਨੂੰ, ਜਿੱਦੇ ਦਾ ਲਾਈਟ ਦੇ ਕੱਟ ਵੱਡੇ ਹੋਣੇ ਆ। ਹਾਂ ਨਹੀਂ, ਇਹ ਗੱਲ ਹੈਗੀ ਆ। ਦੇਖੋ ਕਾਰਨ ਹੈ ਵੀ ਸੁਖਬੀਰ ਬਾਦਲ ਸਾਹਿਬ ਨੇ ਦਾਅਵਾ ਜ਼ਰੂਰ ਰੱਖਿਆ ਨਾ ਇਹਨਾਂ ਤੇ। ਉਹ ਕਹਿੰਦੇ ਵੀ ਫੈਸਲੇ ਹੀ ਸਾਰੇ ਕੇਜਰੀਵਾਲ ਕਰੀ ਜਾਂਦਾ। ਅੱਜ ਜਿੰਨੇ ਕਹਿੰਦੇ ਡੀਸੀ ਬਦਲੇ ਕੇਜਰੀਵਾਲ ਨੇ, ਐਸਐਸਪੀ ਲਾਏ ਕੇਜਰੀਵਾਲ ਨੇ, ਹੁਣ ਸਾਰੀ ਚੀਜ਼ ਦੇ ਉੱਪਰੋਂ ਕੱਲੀ ਕੱਲੀ ਉਹ ਕਰ ਰਿਹਾ ਹੈ। ਤੇ ਇੱਥੇ ਤੁਸੀਂ ਆਖੀ ਜਾਓ ਵੀ ਭਗਵੰਤ ਮਾਨ ਦੇ ਕੋਲ ਸਾਰਾ ਕੁਝ ਹੈ, ਭਗਵੰਤ ਮਾਨ ਦੇ ਕੋਲ ਕੁਝ ਨਹੀਂ ਹੈਗਾ। ਦੂਸਰੇ ਪਾਸੇ ਭਗਵੰਤ ਮਾਨ ਹੋਰਾਂ ਨੂੰ ਪੁੱਛ ਲਿਆ ਵੀ ਮਹਾਰਾਜ ਉਹ ਤਾਂ ਇਦਾਂ ਕਹਿੰਦੇ, ਕਹਿੰਦੇ ਆਖਣ ਨੂੰ ਕੋਈ ਜੋ ਮਰਜ਼ੀ ਆਖੀ ਜਾਵੇ, ਤੁਹਾਡੇ ਸਾਹਮਣੇ ਆ ਵੀ ਮੈਂ ਕਿਹੜੀ ਕਿਹੜੀ ਚੀਜ਼ ਕਰ ਰਿਹਾ ਤੇ ਮੇਰੇ ਪੋਟਿਆਂ ਦੇ ਆ ਸਾਰਾ ਕੁਝ, ਵੀ ਮੈਂ ਆ ਸਾਰਾ ਕੁਝ ਕਰ ਰਿਹਾ। ਉਹ ਕਹਿੰਦੇ ਵੀ ਤੁਸੀਂ ਨਤੀਜੇ ਵੇਖੋ, ਗੱਲਾਂ 'ਚ ਨਾ ਜਾਓ। ਤੇ ਸਾਡਾ ਕੰਮ ਹੈ ਨਤੀਜਿਆਂ ਦੇ ਲਈ ਇਹ ਜਿਹੜੀਆਂ ਕੰਮ ਕਹੇ ਸੀ, ਗਰੰਟੀਆਂ ਕਹੀਆਂ ਸੀ, ਉਹ ਗਰੰਟੀਆਂ ਅਸੀਂ ਪੂਰੀਆਂ ਕਰਨੀਆਂ। ਜਿੱਦਣ ਗਰੰਟੀਆਂ ਪੂਰੀਆਂ ਹੋ ਗਈਆਂ ਸਾਰਿਆਂ ਨੂੰ ਜਵਾਬ ਮਿਲ ਜੂ। ਹੁਣ ਗੱਲ ਇਹ ਆ ਵੀ ਅਜੇ ਪੈਂਡਾ ਪੂਰਾ ਨਹੀਂ ਹੋਇਆ ਜੀ, ਮੰਜ਼ਿਲ ਤੇ ਪਹੁੰਚੇ ਨਹੀਂ ਤੇ ਰਾਜ ਤੇ ਫਿਰ ਬੰਦਾ ਗੱਲਾਂ ਕਰਦਾ, ਨਹੀਂ ਬੱਸ ਪਹੁੰਚਣੀ ਨਹੀਂ, ਇਹ ਪੈਂਚਰ ਹੋ ਜਾਣੀ ਰਾਜ ਹੀ, ਮੈਨੂੰ ਪਤਾ। ਦੂਜਾ ਕਹਿੰਦਾ ਨਹੀਂ ਤੇਲ ਹੀ ਹੈ ਨਹੀਂ ਇਹਦੇ 'ਚ ਪੂਰਾ, ਕਿੱਥੇ ਜਾਣੀ ਹੈ। ਜਿਹੜਾ ਬੰਦਾ ਚਲਾਉਣ ਵਾਲਾ ਹੁੰਦਾ ਕਹਿੰਦਾ ਨਾ ਪਰਵਾਹ ਨਾ ਕਰੋ, ਮੈਨੂੰ ਪਤਾ ਤੇਲ ਪੂਰਾ ਆਪਾਂ ਬਸ ਪਹੁੰਚ ਜਾਣਾ ਉੱਥੇ, ਤੁਸੀਂ ਦੇਖੋ ਆਪਾਂ ਬ੍ਰੇਕ ਹੀ ਉੱਥੇ ਜਾ ਕੇ ਮਾਰਨੀ। ਹੁਣ ਸਵਾਰੀਆਂ ਜੇ ਬੱਸ ਦੇ ਵਿਚਾਲੇ ਨੇ ਅਜੇ, ਤੇ ਸਾਰੀਆਂ ਗੱਲਾਂ ਸੱਚੀਆਂ ਹੀ ਜਾਪਦੀਆਂ। ਬਾਕੀ ਸੰਧਾਲੀਆ ਸਾਹਿਬ ਦੇਖੋ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਦੇਖਿਆ ਕਿ ਅੱਛਾ ਲੜਦੇ ਆ, ਕੋਈ ਗੱਲ ਨਹੀਂ, ਚਲੋ ਗੱਡੀ 'ਚ ਕੋਈ ਚੰਡੀਗੜ੍ਹ ਚੱਲਦੇ ਆ। ਮਨੋਰੰਜਨ ਕਾਲੀਆ ਸਾਹਿਬ ਨੇ ਚਿੱਠੀ ਲਿਖੀ ਸੀ ਪੰਜਾਬ ਦੇ ਰਾਜਪਾਲ ਸਾਹਿਬ ਨੂੰ ਕਿ ਭਾਈ ਪੰਜਾਬ ਦੇ ਅਧਿਕਾਰੀਆਂ ਦੀ ਦਿੱਲੀ ਦਾ ਮੁੱਖ ਮੰਤਰੀ ਮੀਟਿੰਗ ਕਿੱਦਾਂ ਲੈ ਲਊ। ਅਸ਼ਵਨੀ ਸ਼ਰਮਾ ਸਾਹਿਬ ਨੇ ਆਪਣੇ ਸਾਥੀ ਨਾਲ ਬਿਠਾਏ ਸਿੱਧਾ ਰਾਜਪਾਲ ਸਾਹਿਬ ਕੋਲ ਚੰਡੀਗੜ੍ਹ, ਅੰਦਰ ਜਾ ਕੇ ਗੱਲਬਾਤ ਕੀਤੀ। ਤੇ ਜਦੋਂ ਬਾਹਰ ਆਏ ਫਿਰ ਪੱਤਰਕਾਰਾਂ ਨੇ ਮਾੜਾ ਜਿਹਾ ਕਿਹਾ ਜੀ ਦੱਸੋ ਕਿ ਕਿਵੇਂ ਅੱਜ ਮੁਲਾਕਾਤ ਹੋਈ। ਕਹਿੰਦੇ ਮੁਲਾਕਾਤ, ਪੰਜਾਬ ਇੰਨਾ ਥੱਲੇ ਥੋੜ੍ਹੀ ਲੱਗ ਸਕਦਾ। ਕਹਿੰਦੇ ਅਸੀਂ ਤਾਂ ਰਾਜਪਾਲ ਸਾਹਿਬ ਨੂੰ ਕਹਿ ਕੇ ਆਏ ਹਾਂ ਕਿ ਤੁਸੀਂ ਜਾਂਚ ਕਰਾਓ, ਸੰਵਿਧਾਨ ਦੇ ਉਲਟ ਹੈ, ਸੰਵਿਧਾਨ ਦੀ ਭਾਵਨਾ ਦੇ ਉਲਟ ਹੈ ਕਿ ਪੰਜਾਬ ਦੇ ਅਧਿਕਾਰੀਆਂ ਨੂੰ ਦਿੱਲੀ ਦਾ ਮੁੱਖ ਮੰਤਰੀ ਇੱਕ ਬੈਠਕ ਦੇ ਲਈ ਸੱਦੇ, ਅਸੀਂ ਕਦੇ ਵੀ ਇਦਾਂ ਨਹੀਂ ਹੋਣ ਦੇਵਾਂਗੇ। ਦੂਸਰਾ, ਉਹ ਕਹਿੰਦੇ ਜੀ ਲਗਾਤਾਰ ਕਤਲ ਹੋਈ ਜਾਂਦੇ ਆ, ਸਥਿਤੀ ਜਿਹੜੀ ਹੈ ਕੰਟਰੋਲ ਤੋਂ ਬਾਹਰ ਹੈ, ਸਰਕਾਰ ਫੇਲ ਹੋ ਗਈ ਹੈ। ਤੇ ਅਸੀਂ ਰਾਜਪਾਲ ਸਾਹਿਬ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਤੁਸੀਂ ਸਾਰੀ ਚੀਜ਼ ਦੇ ਉੱਤੇ ਨਜ਼ਰਸਾਨੀ ਕਰੋ, ਉਹਦੀ ਰਿਪੋਰਟ ਤਿਆਰ ਕਰੋ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਮੱਸਿਆ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ। ਹੁਣ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਵਾਲੇ ਕਾਇਮ ਹੋ ਗਏ, ਤਰਨ ਚੁੱਘ ਸਾਹਿਬ, ਹਰਜੀਤ ਸਿੰਘ ਗਰੇਵਾਲ ਸਾਹਿਬ, ਮਨੋਰੰਜਨ ਕਾਲੀਆ ਹੋਰੀ, ਅਸ਼ਵਨੀ ਸ਼ਰਮਾ ਸਾਹਿਬ, ਜਿੱਧਰਲੇ ਪਾਸੇ ਕਿਸੇ ਦਾ ਸੂਤ ਲੱਗਦਾ ਸ਼ਿਕਾਇਤ ਜ਼ਰੂਰ ਦੇ ਰਿਹਾ। ਜਿਹੜੀ ਸ਼ਿਕਾਇਤ ਦੇ ਰਹੇ ਆ, ਪਰ ਇਹ ਤੇ ਹੁਣੇ ਫਿਰ ਆਮ ਆਦਮੀ ਪਾਰਟੀ ਵਾਲੇ ਤੇ ਸਵਾਲ ਚੁੱਕਣ ਲੱਗ ਪਏ ਨਾ ਜੀ। ਉਹਨਾਂ ਦੇ ਸਪੋਕਸਪਰਸਨ ਦਾ ਬਿਆਨ ਇਹ ਸੀ, ਉਹ ਕਹਿੰਦੇ ਵੀ ਦੇਖੋ ਬਿਲਕੁਲ ਜੋ ਦਿੱਲੀ ਵਾਲਾ ਫਾਰਮੂਲਾ ਉਹੀ ਪੰਜਾਬ ਤੇ ਚੱਲਣ ਲੱਗ ਪਿਆ। ਉੱਥੇ ਵੀ ਕਹਿੰਦੇ ਕੇਜਰੀਵਾਲ ਨੂੰ ਕੰਮ ਕਰਨ ਤੋਂ ਰੋਕਣ ਦੇ ਲਈ ਉਪ ਰਾਜਪਾਲ ਵਾਲਾ ਕੰਮ ਸੀਗਾ, ਇੱਥੇ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਕੰਮ ਕਰਨ ਤੋਂ ਰੋਕਣ ਲਈ ਰਾਜਪਾਲ ਵਾਲਾ ਫਾਰਮੂਲਾ। ਹੁਣ ਸਵਾਲ ਉਹਨਾਂ ਨੇ ਜਿਹੜਾ ਚੁੱਕਿਆ, ਉਹ ਸਵਾਲ ਇਹ ਆ, ਉਹ ਕਹਿੰਦੇ ਵੀ ਇਸ ਤੋਂ ਪਹਿਲਾਂ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ, ਚਾਹੇ ਇਹਨਾਂ ਦੀ ਆਪਣੀ ਸਰਕਾਰ ਸੀ ਜੀ, ਕਿੰਨੀ ਕੁ ਵਾਰ ਬੀਜੇਪੀ ਜਿਹੜੀ ਉਹ ਰਾਜਪਾਲ ਦੇ ਕੋਲ ਜਾਂਦੀ ਰਹੀ ਜੀ, ਫਲਾਨੀ ਚੀਜ਼ ਦੇ ਉੱਪਰ ਸਾਨੂੰ ਇਤਰਾਜ਼ ਹੈ, ਫਲਾਨੀ ਚੀਜ਼ ਦੇ ਉੱਪਰ ਇਤਰਾਜ਼ ਹੈ। ਤੇ ਅਜੇ ਸਾਨੂੰ ਕਹਿੰਦੇ 25 ਦਿਨ ਹੋਏ ਨਹੀਂ ਸਰਕਾਰ ਬਣਾਏ ਨੂੰ, ਤੇ ਨਾਲ ਦੀ ਨਾਲ ਹੀ ਸਾਡੀਆਂ ਸ਼ਿਕਾਇਤਾਂ ਲੈ ਕੇ ਰਾਜਪਾਲ ਕੋਲ ਜਾਣ ਲੱਗ ਪਏ। ਇਹਦਾ ਜਵਾਬ ਤੇ ਚਾਹੀਦਾ ਨਾ। ਹਾਂ ਨਹੀਂ, ਐਤਕੀ ਹੋਈ ਤਾਂ ਕਾਹਲੀ ਆ, ਪਰ ਫਿਰ ਵੀ ਸਾਨੂੰ ਚੰਗੇ ਲੀਡਰਾਂ ਦੀ ਲੋੜ ਹੈ। ਜੇ ਵਿਰੋਧੀ ਧਿਰ ਵਾਲੇ ਸਰਗਰਮ ਹੁੰਦੇ ਆ ਤਾਂ ਗੱਲ ਕਿਹੜੀ ਆ? ਨਹੀਂ, ਚੰਗੀ ਗੱਲ ਹੈ, ਪਰ ਅਗਲਿਆਂ ਨੇ ਲੌਜਿਕ ਕੱਢਤਾ। ਉਹ ਕਹਿੰਦੇ ਵੀ ਤਾਰ ਉਦਾਂ ਜੁੜਦੀ ਆ ਵੀ ਜੋ ਦਿੱਲੀ ਚੱਲਦਾ ਸੀ ਉਹ ਪੰਜਾਬ ਕਰਨ ਲੱਗ ਪਿਆ, ਵੀ ਤੁਸੀਂ 2-4-6 ਮਹੀਨੇ ਟਿਕੋ ਤਾਂ ਸਹੀ। ਚਲੋ ਕੋਈ ਗੱਲ ਨਹੀਂ, ਦਿੱਲੀ ਵਾਲੇ ਕਿਹੜਾ ਰੁਕ ਗਏ ਜੇ ਚਾਹੇ ਇਤਰਾਜ਼ ਕਰਦੇ ਸੀ, ਕਿਉਂਕਿ ਉੱਥੇ ਤਾਂ ਉਹਨਾਂ ਨੂੰ ਸੂਤ ਆ ਜਾਂਦਾ ਹਰ ਵਾਰ। ਇਹ ਕਹਿੰਦੇ ਅਸੀਂ ਕਰਨਾ ਹੀ, ਸਾਨੂੰ ਕਰ ਨਹੀਂ ਦਿੰਦੇ। ਬਾਕੀ ਸੰਧਾਲੀਆ ਸਾਹਿਬ ਗੱਲ ਇਦਾਂ ਹੋਈ ਕਿ ਜਦੋਂ ਜਲੰਧਰ ਦੇ ਵਿੱਚ ਭਗਵੰਤ ਮਾਨ ਹੋਰੀ ਆਏ, ਉੱਥੇ ਫਿਰ ਉਹਨਾਂ ਨੂੰ ਪੱਤਰਕਾਰਾਂ ਨੇ ਕਈ ਗੱਲਾਂ ਪੁੱਛੀਆਂ। ਸਭ ਤੋਂ ਅਹਿਮ ਜਿਹੜਾ ਮਸਲਾ ਚੱਲ ਗਿਆ ਉਹ ਸੀ, ਕਹਿੰਦੇ ਜੀ ਪ੍ਰਗਟ ਸਿੰਘ ਹੋਰਾਂ ਨੇ ਵੀ ਟਵੀਟ ਕੀਤਾ, ਉਹਨਾਂ ਨੇ ਕੋਈ ਖਬਰ ਸ਼ੇਅਰ ਕੀਤੀ ਸੀ ਕਿ ਆਹ ਦੇਖੋ ਪੰਜਾਬ ਸਰਕਾਰ ਇੰਨੇ ਵੱਡੇ ਕਰਜ਼ ਹੋਣ ਦੇ ਬਾਵਜੂਦ ਵੀ ਨਵੀਆਂ ਕਾਰਾਂ ਤੇ ਹੋਰ ਸਹੂਲਤਾਂ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਦੇਣ ਲੱਗੇ ਆ। ਹੁਣ ਜਦੋਂ ਇਹ ਗੱਲ ਸੁਣੀ, ਭਗਵੰਤ ਮਾਨ ਹੋਰਾਂ ਨੂੰ ਪੁੱਛਿਆ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਗੱਲ ਇਹ ਹੈ, ਪ੍ਰਗਟ ਸਿੰਘ ਹੋਰਾਂ ਨੂੰ ਇੱਕ ਸੁਨਾਹ ਦੇ ਦਿਓ, ਮੇਰਾ ਸੁਨੇਹਾ ਦੇ ਦਿਓ ਕਿ ਅਸੀਂ ਨਾ ਕਿਤੇ ਚਿੱਠੀ ਕੱਢੀ ਆ, ਨਾ ਸਾਡੀ ਕਿਤੇ ਸਲਾਹ ਹੋਈ ਆ, ਨਾ ਅਸੀਂ ਨਵੀਆਂ ਕਾਰਾਂ ਲੈਣੀਆਂ, ਪਰ ਜਿਨ੍ਹਾਂ ਦੇ ਕੋਲੇ ਪਹਿਲਾਂ ਹੀ ਵੱਧ ਕਾਰਾਂ ਨੇ ਸਰਕਾਰੀ, ਅਸੀਂ ਉਹਨਾਂ ਤੋਂ ਵਾਪਸ ਜ਼ਰੂਰ ਲੈਣੀਆਂ। ਕਹਿੰਦੇ ਮੇਰਾ ਸੁਨਾਹ ਦੇ ਦਿਓ। ਹੁਣ ਇੱਕ ਗੱਲ ਤਾਂ ਪੱਕੀ ਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਨੇ, ਖਾਸ ਤੌਰ ਦੇ ਉੱਤੇ ਸਿਆਸੀ ਲੀਡਰ ਨੇ, ਕੋਈ ਇਲੈਕਸ਼ਨ ਹਾਰ ਗਿਆ, ਕੋਈ ਮੰਤਰੀ ਦੇ ਅਹੁਦੇ ਤੋਂ ਲਿੱਥਾ, ਕੋਈ ਕਿਸੇ ਤਰੀਕੇ, ਪਰ ਸਰਕਾਰੀ ਗੱਡੀਆਂ ਝੂਟੀ ਜਾਂਦੇ ਆ। ਅੱਗੇ ਪਿੱਛੇ ਪਾਇਲਟ ਗੱਡੀਆਂ ਵੀ ਲੱਗੀਆਂ, ਬੁਲਟ ਪ੍ਰੂਫ ਗੱਡੀਆਂ ਵੀ ਲੱਗੀਆਂ। ਹੁਣ ਕਿਹੜੇ ਕਿਹੜੇ ਬੰਦੇ ਨੇ ਜਿਨ੍ਹਾਂ ਦੀਆਂ ਕਾਰਾਂ ਵਾਪਸ ਆਉਣਗੀਆਂ? ਮੈਂ ਕਹਿੰਦਾ ਜੇ ਫਾਲਤੂ ਨੇ ਕਾਰਾਂ
200% ਵਾਪਸ ਆਉਣੀਆਂ ਚਾਹੀਦੀਆਂ। ਤੇ ਜੇ ਕਿਸੇ ਐਮਐਲਏ, ਚਾਹੇ ਉਹ ਸੱਤਾਧਾਰੀ ਧਿਰ ਦਾ ਚਾਹੇ ਵਿਰੋਧੀ ਧਿਰ ਦਾ, ਸੰਧਾਲੀਆ ਸਾਹਿਬ ਜੇ ਉਹਨਾਂ ਨੂੰ ਗੱਡੀ ਦੀ ਲੋੜ ਹੈ, ਉਹਨਾਂ ਦੀ ਗੱਡੀ ਖਰਾਬ ਕਰਦੀ ਆ, ਤਾਂ ਜਿਹਨਾਂ ਕੋਲ ਵੱਧ ਉਹਨਾਂ ਨੂੰ ਤਾਂ ਲੈ ਕੇ ਉਹਨਾਂ ਨੂੰ ਦਿਓ, ਅਗਲੇ ਬੰਦੇ ਸਫ਼ਰ ਕਰਨ, ਵਧੀਆ ਤਰੀਕੇ ਦੇ ਨਾਲ ਕਰਨ। ਪਰ ਨਾਲ ਦੀ ਨਾਲ ਕਈ ਚਰਚਾਵਾਂ ਚੱਲੀਆਂ। ਇੱਕ ਚਰਚਾ ਇਹ ਸੀ, ਕਹਿੰਦੇ ਯਾਰ ਇੰਨੀਆਂ ਗੱਡੀਆਂ ਕੀ ਕੈਪਟਨ ਸਾਹਿਬ ਨੇ ਕਿਹੜਾ ਬਹੁਤਾ ਬਾਹਰ ਅੰਦਰ ਆਉਣਾ ਜਾਣਾ ਹੁੰਦਾ, ਵੀ ਜੇ ਉਹਨਾਂ ਨੂੰ ਸਰਕਾਰੀ ਗੱਡੀਆਂ ਦਿੱਤੀਆਂ ਫਿਰ ਬਹੁਤੀ ਤਾਂ ਲੋੜ ਨਹੀਂ ਹੈਗੀ, ਬਹੁਤਾ ਸਮਾਂ ਤਾਂ ਕਹਿੰਦੇ ਉਹਨਾਂ ਨੇ ਫਾਰਮ ਦੇ ਉੱਤੇ ਰਹਿਣਾ ਹੁੰਦਾ, ਇਸ ਕਰਕੇ ਉਹ ਵੀ ਇੱਧਰ ਨੂੰ ਕਰ ਲਓ। ਹੋਰ ਵੀ ਕਈ ਲੀਡਰਾਂ ਦੇ ਨਾਂ ਗਿਣ ਦਿੱਤੇ ਕਿ ਉਹਨਾਂ ਦੇ ਕੋਲੇ ਦਰਜਨ ਸਰਕਾਰੀ ਗੱਡੀਆਂ ਵੀ ਹੈਗੀਆਂ। ਤਾਂ ਸੰਧਾਲੀਆ ਸਾਹਿਬ ਜਿੱਦਾਂ ਪੈਨਸ਼ਨ ਦੇ ਪੈਸੇ ਵਾਪਸ ਲਿਆਉਂਦੇ ਆ ਕਿ ਅਸੀਂ ਸਰਕਾਰੀ ਖਜ਼ਾਨੇ 'ਚ 28 ਕਰੋੜ ਰੁਪਏ ਜਮ੍ਹਾਂ ਕਰਾਤਾ, 1,27,000 ਮਰ ਚੁੱਕੇ ਬੰਦਿਆਂ ਦੇ ਨਾਂ ਦੇ ਉੱਤੇ ਪੈਨਸ਼ਨ ਜਾਂਦੀ ਸੀ, ਇੱਦਾਂ ਹੀ ਸਰਕਾਰੀ ਗੱਡੀਆਂ, ਸਰਕਾਰੀ ਗਾਰਦ ਜਿਹੜੀ ਕਿ ਨਿਯਮਾਂ ਕਾਨੂੰਨਾਂ ਤੋਂ ਉਲਟ ਜਾ ਕੇ ਲੱਗੀ ਹੋ ਆ, ਉੱਥੇ ਜਾ ਕੇ ਐਕਸ਼ਨ ਲੈ ਹੀ ਲੈਣਾ ਚਾਹੀਦਾ। ਨਹੀਂ ਲੈਣਾ ਚਾਹੀਦਾ। ਮੈਨੂੰ ਲੱਗਦਾ ਵੀ ਹੁਣ ਨਾ ਜਿਹੜੀ ਗੱਲ ਆ ਭਗਵੰਤ ਮਾਨ ਹੋਣੀ ਜਿਸ ਪਾਸੇ ਤੁਰ ਪਏ ਵੀ ਜਿਹੜੀ ਗੱਲ ਚੱਲਦੀ ਹੈ ਯਾਰ ਉਹਦਾ ਜਵਾਬ ਦਿੱਤਾ ਜਾਵੇ, ਬਜਾਏ ਦੇ ਕੇ ਵੀ ਉਹਨੂੰ ਗੋਲ ਕੀਤਾ ਜਾਵੇ। ਜਿੱਦਾਂ ਹੁਣ ਆਹ ਜਿਹੜੀ ਮੀਟਿੰਗ ਵਾਲੀ ਗੱਲ ਸੀ ਵੀ ਉਹਨਾਂ ਨੇ ਕਹਿਤਾ ਵੀ ਯਾਰ ਮੈਂ ਭੇਜੇ ਸੀ ਬੰਦੇ, ਇਹਦੇ 'ਚ ਕਿਹੜੀ ਗੱਲ ਆ ਵੀ ਸਾਨੂੰ ਇਹ ਆ ਵੀ ਉਹ ਤਾਮਿਲਨਾਡੂ ਜਾ ਕੇ ਪਤਾ ਲੱਗਦਾ ਤਾਂ ਮੈਂ ਪੁੱਛੂੰਗਾ ਯਾਰ ਵੀ ਤੁਸੀਂ ਦੱਸ ਦਿਓ ਕਿੱਦਾਂ ਕਰਦੇ ਹੋ ਜੀ। ਹੁਣ ਕਹਿੰਦੇ ਵੀ ਜਿਹੜਾ ਇਹ ਕਿਹਾ ਜਾਂਦਾ, ਉਹ ਕਿਸੇ ਨੇ ਪੁੱਛ ਲਿਆ, ਕਹਿੰਦੇ ਖਹਿਰਾ ਸਾਹਿਬ ਵੀ ਕਹਿੰਦੇ ਤੁਹਾਡਾ ਤਾਂ ਸਾਰਾ ਕੁਝ ਦਿੱਲੀੋਂ ਚੱਲਦਾ ਜੀ। ਉਹ ਕਹਿੰਦੇ ਯਾਰ ਚੱਲਦਾ ਤੇ ਚੱਲਦਾ, ਇਹਦੇ 'ਚ ਕਿਹੜਾ ਗੱਲ ਆ ਵੀ ਬਾਕੀ ਪਾਰਟੀਆਂ ਨਹੀਂ ਚੱਲਦੀਆਂ ਦਿੱਲੀੋਂ। ਕਹਿੰਦੇ ਖਹਿਰਾ ਸਾਹਿਬ ਨੂੰ ਪੁੱਛਦੇ ਹੋ ਵੀ ਆਹ ਜਿਹੜੇ ਉਹਨਾਂ ਨੇ ਹੁਣੇ ਆਪਣੇ ਉੱਥੋਂ ਪ੍ਰਧਾਨ ਲਾਏ ਨੇ ਤੇ ਜਾਂ ਜਿਹੜੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਦੇ ਨੇਤਾ ਲਾਏ ਭਲੱਤ ਤੋਂ ਲਾਏ, ਨਹੀਂ ਉਹ ਤਾਂ ਕਮਾਲ ਦੀ ਗੱਲ ਸੀ ਉਸਨੇ। ਉਹ ਕਹਿੰਦੇ ਉਹਦਾ ਦਿੱਲੀੋਂ ਹੀ ਲੱਗਾ ਸਾਰਾ ਕੁਝ, ਜੇ ਬਾਕੀਆਂ ਦਾ ਜਿੱਦਾਂ ਦਿੱਲੀੋਂ ਚੱਲਦਾ ਉੱਦਾਂ ਸਾਡਾ ਦਿੱਲੀੋਂ ਚੱਲਦਾ। ਮੈਨੂੰ ਐਂ ਲੱਗਦਾ ਵੀ ਆਹ ਜਿਹੜੀ ਗੱਲ ਹੈ ਨਾ ਵੀ ਪਹਿਲਾਂ ਦੇ ਨਹੀਂ ਜੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਇਹਦਾ ਮਤਲਬ ਸਵਾਲ ਐਗਜ਼ਿਸਟ ਕਰਦਾ ਰਹਿੰਦਾ ਜੀ। ਤੇ ਜਿਹੜਾ ਕਲੀਅਰ ਕੱਟ ਹੀ ਮੰਨ ਜਾਣਾ ਵੀ ਆਹ ਇੱਦਾਂ ਤੇ ਤੁਸੀਂ ਦੱਸ ਦਿਓ ਯਾਰ ਇੱਦਾਂ ਹੈ ਨਹੀਂ, ਉਦੋਂ ਬਾਅਦ ਸਵਾਲ ਮੁੱਕ ਜਾਂਦਾ। ਦੇਖੋ ਫਿਰ ਵੀ ਅਸੀਂ ਕਹਿੰਦੇ ਆ ਕਿ ਪੰਜਾਬ ਵਾਲੇ ਫੈਸਲਾ ਆਪ ਲੈਣ। ਉਹਨਾਂ ਨੇ ਕਿਹਾ, ਕਹਿੰਦੇ ਜੀ ਮੈਂ ਫੈਸਲੇ ਲੈਣਾ, ਮੈਂ ਬੰਦੇ ਭੇਜਿਆ। ਕੌਣ ਕਹਿੰਦਾ ਕੇਜਰੀਵਾਲ ਸਾਹਿਬ ਫੈਸਲੇ ਲੈਂਦੇ ਆ, ਮੈਂ ਹੀ ਲੈਣਾ, ਕਹਿੰਦੇ ਸਾਰੇ ਫੈਸਲੇ ਤੁਹਾਡੇ ਸਾਹਮਣੇ ਆ। ਜੇ ਕਿਸੇ ਦਾ ਲੋੜੋਂ ਵੱਧ ਪ੍ਰਭਾਵ ਹੈਗਾ ਤਾਂ ਨਾ ਉਹ ਪਾਰਟੀ 'ਚ ਕਬੂਲੋ, ਕੋਈ ਵੀ ਪਾਰਟੀ, ਨਾ ਉਹ ਸਰਕਾਰ 'ਚ ਕਬੂਲੋ, ਬਿਲਕੁਲ ਨਹੀਂ ਕਬੂਲਣਾ ਚਾਹੀਦਾ। ਪੰਜਾਬ ਦੇ ਲੋਕਾਂ ਦੀ ਮਰਜ਼ੀ ਦੇ ਮੁਤਾਬਕ ਸਾਰਾ ਕੰਮ ਚੱਲਣਾ ਚਾਹੀਦਾ। ਇਸੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਨਵਾਂ ਪੰਗਾ ਪੈ ਗਿਆ। ਪੱਤਰਕਾਰਾਂ ਨੂੰ ਸਵਾਲ ਪੁੱਛ ਲਿਆ, ਕਹਿੰਦੇ ਜੀ ਜਦੋਂ ਤਾਂ ਵਿਰੋਧੀ ਧਿਰ ਦੇ ਵਿੱਚ ਸੀਗੇ ਉਦੋਂ ਤਾਂ ਸਾਧੂ ਸਿੰਘ ਧਰਮਸੋਤ ਦੇ ਘਰ ਮੂਹਰੇ ਜਾ ਤੁਸੀਂ ਧਰਨੇ ਲਾਉਂਦੇ ਸੀ, ਤੁਹਾਡੀ ਪਾਰਟੀ ਦੇ ਬੰਦੇ ਉੱਥੇ ਬਹਿੰਦੇ ਸੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੀ ਹੈ ਉਹਦੇ ਵਿੱਚ ਘਪਲਾ ਹੋ ਗਿਆ ਜੀ, ਸਾਧੂ ਸਿੰਘ ਧਰਮਸੋਤ ਅਸਤੀਫਾ ਦੇਣ ਜੀ, ਇਹਨਾਂ ਤੇ ਕਾਰਵਾਈ ਹੋਵੇ। ਕਿ ਹੁਣ ਤਾਂ ਮਹੀਨਾ ਹੋ ਚੱਲਾ ਤੁਹਾਡੀ ਸਰਕਾਰ ਹੈ, ਹਿੱਲੇ ਜੁਲੇ ਤੁਸੀਂ ਵੀ ਨਹੀਂ। ਉਹ ਕਹਿੰਦੇ ਜੀ ਮੈਂ ਤਾਂ ਤੁਹਾਨੂੰ ਇੱਕੋ ਹੀ ਗੱਲ ਦੱਸ ਦਿੰਦਾ ਹੀ। ਹੁਣ ਇਹ ਭਾਸ਼ਣ ਹੈ, ਇਹ ਬਿਆਨ ਹੈ, ਇਹ ਪ੍ਰੈਸ ਨੂੰ ਦਿੱਤਾ ਜਵਾਬ ਹੈ, ਇਹਨੂੰ ਅਮਲੀ ਜਾਮਾ ਕਦੋਂ ਪਹਿਨਾਇਆ ਜਾਂਦਾ ਇਹ ਤਾਂ ਹੁਣ ਵਾਲਾ ਸਮਾਂ ਦੱਸੂ। ਉਹ ਕਹਿੰਦੇ ਜੀ ਬੜੀ ਛੇਤੀ ਸਾਧੂ ਸਿੰਘ ਧਰਮਸੋਤ ਸਾਹਿਬ ਦੀ ਇੱਕ ਬੇਨਤੀ ਤੁਹਾਡੇ ਸਾਹਮਣੇ ਆਊਗੀ। ਜੇ ਇਸ ਬੇਨਤੀ ਦੇ ਵਿੱਚ ਉਹ ਸੈਸ਼ਨ ਕੋਰਟ ਜਾਂ ਹਾਈ ਕੋਰਟ ਨੂੰ ਕਹਿਣਗੇ ਜੀ ਮੈਨੂੰ ਬੈਰਕ, ਮੈਨੂੰ ਸੈੱਲ ਫਿਰ ਥੋੜ੍ਹਾ ਜਿਹਾ ਵਧੀਆ ਦਿੱਤਾ ਜਾਵੇ, ਉਹਦੇ ਵਿੱਚ ਸਹੂਲਤਾਂ ਥੋੜ੍ਹੀਆਂ ਵੱਧ ਦਿੱਤੀਆਂ ਜਾਣ। ਜਾਣੀ ਕਿ ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਬੜੀ ਜਲਦੀ ਸਾਧੂ ਸਿੰਘ ਧਰਮਸੋਤ ਹੋਰੀ ਜੇਲ੍ਹ 'ਚ ਹੋਣਗੇ ਤੇ ਜੇਲ੍ਹ ਦੇ ਵਿੱਚੋਂ ਫਿਰ ਬੇਨਤੀ ਪੱਤਰ ਅਦਾਲਤ ਨੂੰ ਭੇਜਣਗੇ ਕਿ ਭਾਈ ਮੈਨੂੰ ਇੰਨੀਆਂ ਸਹੂਲਤਾਂ ਵੱਧ ਚਾਹੀਦੀਆਂ। ਤੇ ਜਦੋਂ ਇਹ ਸਾਰੀ ਗੱਲ ਪੱਤਰਕਾਰਾਂ ਨੇ ਪੁੱਛ ਲਈ ਸਾਧੂ ਸਿੰਘ ਧਰਮਸੋਤ ਹੋਰਾਂ ਨੂੰ, ਉਹ ਕਹਿੰਦੇ ਜੀ ਪਹਿਲੀ ਗੱਲ ਇਹ ਹੈ ਕੈਪਟਨ ਸਾਹਿਬ ਦੀ ਸਰਕਾਰ ਨੇ ਜਾਂਚ ਕਰਾਈ, ਕਲੀਨ ਚਿੱਟ ਮਿਲੀ। ਚੰਨੀ ਸਾਹਿਬ ਮੁੱਖ ਮੰਤਰੀ ਬਣ ਗਿਆ, ਮੈਂ ਤਾਂ ਮੰਤਰੀ ਵੀ ਨਹੀਂ ਸੀ, ਜਾਂਚ ਪੜਤਾਲ ਹੋਈ, ਕਲੀਨ ਚਿੱਟ ਮਿਲੀ। ਹੁਣ ਕਹਿੰਦੇ ਜੇ ਕੋਈ ਇਤਰਾਜ਼, ਜੇ ਕੋਈ ਗਿਲਾ ਸ਼ਿਕਵਾ, ਜੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਹੈਗਾ, ਰਿਕਾਰਡ ਸਾਰਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਕੋਲੇ ਪਿਆ, ਰਿਕਾਰਡ ਦੇ ਵਿੱਚੋਂ ਜਾਂਚ ਕਰਾ ਲੈਣ, ਜੇ ਮੇਰਾ ਕੋਈ ਕਸੂਰ ਬਣਦਾ ਮੈਨੂੰ ਚੱਕ ਕੇ ਅੰਦਰ ਦੇ ਦੇਣ, ਗੱਲ ਕਿਹੜੀ ਹੈ। ਪਰ ਉਹ ਹੀ ਬਿਆਨ ਨਹੀਂ ਲੱਗਣੇ ਚਾਹੀਦੇ। ਘਪਲਾ ਕਹਿੰਦੇ 1 ਰੁਪਈਏ ਦਾ ਹੋਇਆ ਨਹੀਂ। ਸਾਧੂ ਸਿੰਘ ਧਰਮਸੋਤ ਹੋਰਾਂ ਨੇ ਮੋਹਰੇ ਚੈਲੰਜ ਕਰਤਾ। ਨਹੀਂ ਦੇਖੋ ਇਹ ਵੀ ਗੱਲ ਉਦਾਂ ਹੀ ਆ ਵੀ ਬਾਦਸ਼ਾਹ ਜੀ ਸਫ਼ਰ 'ਚ ਆ ਜੀ, ਉਹ ਕਹਿੰਦੇ ਨਹੀਂ ਪਹੁੰਚਣੇ, ਕਹਿੰਦੇ ਪਹੁੰਚੂ। ਹੁਣ ਪਤਾ ਨਹੀਂ ਵੀ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ, ਵੀ ਉਹ ਦਿਨ ਉਡੀਕਣਾ ਪੈਣਾ ਵੀ ਕਦੋਂ ਇਹ ਸਾਰਾ ਕੁਝ ਹੁੰਦਾ ਵਾਪਰਦਾ। ਪਰ ਇੱਕ ਗੱਲ ਤਾਂ ਹੈਗੀ ਆ ਵੀ ਜਿਸ ਹਿਸਾਬ ਨਾਲ ਹੁਣ ਭਗਵੰਤ ਮਾਨ ਹੋਣੀ ਨਿਤਰੇ ਨੇ ਮੈਦਾਨ ਦੇ ਵਿੱਚ, ਤੇ ਉਹ ਕਹਿੰਦੇ ਵੀ ਜਿਹੜੀ ਗੱਲ ਕਹੀ ਹੈ, ਜਿਹੜੀ ਗੱਲ ਅਸੀਂ ਕਰਨੀ ਹੈ ਉਹ ਕਲੀਅਰ ਕੱਟ ਤੁਹਾਡੇ ਸਾਹਮਣੇ ਕਰਨੀ ਹੈ। ਤੇ ਜਿਸ ਹਿਸਾਬ ਨਾਲ ਵਿਰੋਧੀ ਇਸ ਵਕਤ ਗਰਮ ਨੇ, ਕੋਈ ਕਹਿੰਦਾ ਵੀ ਭਾਈ ਸਾਹਿਬ ਇਹ ਕੇਜਰੀਵਾਲ ਚਲਾਉਂਦਾ ਹੈ, ਕੋਈ ਕਹਿੰਦਾ ਦਿੱਲੀੋਂ ਚਲਾਉਂਦਾ ਹੈ, ਕੋਈ ਕਹਿੰਦਾ ਜੀ ਇਹਦੀ ਨਹੀਂ ਉਹ ਮੰਨੀ ਜਾਂਦੀ, ਕੋਈ ਕਹਿੰਦਾ ਉਹਦੀ ਨਹੀਂ ਉਹ ਮੰਨੀ ਜਾਂਦੀ। ਉਹ ਆਪਣੀ ਥਾਂ 'ਤੇ ਗਰਮ ਨੇ। ਹੁਣ ਮੈਨੂੰ ਇਹ ਲੱਗਦਾ ਵੀ ਹੋ ਸਕਦਾ ਕੱਲ੍ਹ ਵਾਲਾ ਫੈਸਲਾ, ਆਪਾਂ ਦੁਬਾਰਾ ਫਿਰ ਚੇਤਾ ਕਰਾਂ 300 ਯੂਨਿਟ ਵਾਲਾ, ਕੱਲ੍ਹ ਵਾਲੇ ਫੈਸਲੇ ਤੋਂ ਬਾਅਦ ਹੋ ਸਕਦਾ ਵੀ ਥੋੜ੍ਹਾ ਬਹੁਤ ਫਰਕ ਪਵੇ ਵੀ ਅਗਲਾ ਟਾਈਮ ਉਹ ਤੇਰਾ ਭਲਾ ਇਹ ਤੇ ਗਰੰਟੀਆਂ ਪੂਰੀਆਂ ਕਰਨ ਵਾਲੇ ਪਾਸੇ ਤੁਰ ਪਏ, ਹੈ ਨਾ। ਤੇ ਜੇ ਉਹ ਫੈਸਲੇ ਦੇ ਵਿੱਚ ਕੋਈ ਹੋਰ ਘੁੰਡੀ ਗਰਾਰੀ ਨਿਕਲ ਆਉਂਦੀ ਆ ਵੀ ਮੰਨ ਲਓ ਕੱਲ੍ਹ ਨੂੰ ਕੋਈ ਨਾ ਕੋਈ ਹੋਰ ਇੱਥੋਂ ਉੱਥੇ ਜਾ ਕੇ ਕੋਈ ਕੇਸ ਹੀ ਪਾ ਦਿੰਦਾ ਜੀ, ਨਹੀਂ ਜੀ ਨਹੀਂ ਇਹ ਤਾਂ ਦਿੱਤਿਆ ਨਹੀਂ ਜਾ ਸਕਦਾ ਜੀ, ਇਹ ਤਾਂ ਪੰਜਾਬ ਦੇ ਕੋਲ ਵਸੀਲੇ ਨਹੀਂ ਹੈਗੇ ਜੀ, ਇਹ ਤਾਂ ਬੋਝ ਪੈ ਗਿਆ ਜੀ, ਇਹ 'ਤੇ ਪੰਜਾਬ ਸਰਕਾਰ ਨੂੰ ਰੋਕਿਆ ਜਾਵੇ ਜੀ। ਤੇ ਅਦਾਲਤ ਕੱਲ੍ਹ ਨੂੰ ਕਹਿ ਦਿੰਦੀ ਵੀ ਹਾਂਜੀ ਠੀਕ ਹੈ ਜੀ, ਅਜੇ ਤੁਸੀਂ ਨਾ ਦਿਓ ਜੀ 300 ਯੂਨਿਟ, ਸਾਨੂੰ ਪਹਿਲਾਂ ਫਲਾਣੀ ਚੀਜ਼ ਦੀ ਜਾਂਚ ਕਰਾ ਲੈਣ ਦਿਓ। ਉਹ ਵੀ ਚੀਜ਼ ਹੋ ਸਕਦੀ ਹੈ। ਬਾਕੀ ਸੰਧਾਲੀਆ ਸਾਹਿਬ ਮੈਂ ਥੋੜ੍ਹਾ ਜਿਹਾ ਧਰਮਸੋਤ ਸਾਹਿਬ ਦੇ ਉੱਤੇ ਪਿੱਛੇ ਆਵਾਂ, ਕਿਉਂਕਿ ਮੇਰੇ ਮਨ 'ਚ ਇੱਕ ਸਵਾਲ ਆ ਗਿਆ ਵੈਸੇ ਹੀ।
ਭਗਵੰਤ ਮਾਨ ਸਾਹਿਬ ਕਹਿੰਦੇ ਉਹ ਜੇਲ੍ਹ ਚ ਹੋਣਗੇ, ਧਰਮਸੋਤ ਸਾਹਿਬ ਕਹਿੰਦੇ 1 ਰੁਪਈਏ ਦਾ ਕਪੜਾ ਨਹੀਂ ਹੋਇਆ। ਜੇ ਨਹੀਂ ਕਪੜਾ ਹੋਇਆ ਤਾਂ ਬਹੁਤ ਚੰਗੀ ਗੱਲ ਹੈ, ਹੋਰ ਕੀ ਚਾਹੀਦਾ। ਜੇ ਸਾਧੂ ਸਿੰਘ ਧਰਮਸੋਤ ਸਾਹਿਬ ਨੂੰ ਕਲੀਨ ਚਿੱਟ ਮਿਲੇ, ਹੋਰ ਕਿਸੇ ਬੰਦੇ ਦੇ ਉੱਤੇ ਕੋਈ ਦਾਗ ਨਾ ਲੱਗੇ, ਆਹ ਕੁਛ ਹੀ ਪੰਜਾਬੀ ਚਾਹੁੰਦੇ ਆ। ਪਰ ਉਹ ਬੱਚੇ ਕਿਹੜੇ ਸੀ ਫਿਰ? ਹਜ਼ਾਰਾਂ ਬੱਚੇ SC ST ਭਾਈਚਾਰੇ ਦੇ ਬੱਚਿਆਂ ਨੂੰ ਮਿਲਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ। ਜਿੰਨੀ ਫੀਸ ਹੈ, ਚਾਹੇ ਉਹ ਸਰਕਾਰੀ ਕਾਲਜ ਪੜ੍ਹਨ, ਚਾਹੇ ਪ੍ਰਾਈਵੇਟ ਚ ਪੜ੍ਹਨ, ਯੂਨੀਵਰਸਿਟੀ ਚ ਪੜ੍ਹਨ, ਜਿੱਥੇ ਮਰਜ਼ੀ ਪੜ੍ਹਨ, ਉਹਨਾਂ ਨੂੰ 10ਵੀਂ ਜਮਾਤ ਤੋਂ ਬਾਅਦ ਜਿੰਨਾ ਵੀ ਉਹਨਾਂ ਦਾ ਖਰਚਾ ਪੜ੍ਹਾਈ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਮਿਲਦਾ ਹੈ। ਬੜੀ ਵਾਰ ਸੜਕਾਂ ਦੇ ਉੱਤੇ ਧਰਨੇ ਲੱਗੇ, ਕਾਹਦੇ ਕਰਕੇ? ਕਿ ਜੀ ਸਾਡਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੈਸਾ ਨਹੀਂ ਆਇਆ, ਸਾਨੂੰ ਹੁਣ ਕਾਲਜ ਵਾਲੇ ਰੋਲ ਨੰਬਰ ਨਹੀਂ ਦਿੰਦੇ, ਸਾਨੂੰ ਹੁਣ ਪੇਪਰਾਂ 'ਚ ਨਹੀਂ ਬਹਿਣ ਦਿੰਦੇ, ਸਾਡੇ ਤੋਂ ਚੈੱਕ ਮੰਗਦੇ ਆ, ਸਾਡੀਆਂ ਡਿਗਰੀਆਂ ਨਹੀਂ ਸਾਨੂੰ ਦਿੰਦੇ, ਸਾਡੇ ਡਿਪਲੋਮਾ ਸਰਟੀਫਿਕੇਟ ਨਹੀਂ ਸਾਨੂੰ ਦਿੰਦੇ। ਉਹ ਕਹਿੰਦੇ ਜੀ ਸਰਕਾਰ ਨੇ ਪੈਸੇ ਭੇਜੇ ਨਹੀਂ, ਤੁਹਾਡੇ ਆਏ ਨਹੀਂ, ਸਾਨੂੰ ਦੱਸੋ ਕਿ ਤੁਸੀਂ ਪੈਸੇ ਜਮ੍ਹਾਂ ਕਰਾ ਦਿਓ, ਮੁੜ ਕੇ ਜੇ ਸਾਨੂੰ ਆ ਗਿਆ ਤਾਂ ਅਸੀਂ ਤੁਹਾਨੂੰ ਦੇ ਦਿਆਂਗੇ। ਕਈ ਬੱਚੇ ਪੇਪਰ ਨਹੀਂ ਦੇ ਸਕੇ, ਕਈਆਂ ਦੀ ਪੜ੍ਹਾਈ ਅੱਧ ਵਿਚਾਲੇ ਛੁੱਟ ਗਈ। ਜੇ ਕਪੜਾ ਹੋਇਆ ਹੀ ਨਹੀਂ ਸੀ ਤਾਂ 2 ਵਾਰੀ ਜਾਂਚ ਕਿੱਦਾਂ ਹੋ ਗਈ? ਮੈਨੂੰ ਇਹਨਾਂ ਵੀ ਚੇਤਾ ਕਿ ਸ਼ਾਇਦ ਕੁਝ ਕਾਲਜਾਂ ਤੋਂ ਪੈਸੇ ਵਾਪਸ ਕਰਾਏ ਗਏ ਸੀ ਕਿ ਜਿਨ੍ਹਾਂ ਨੇ ਖੁਰਦ-ਬੁਰਦ ਕੀਤੇ ਸੀ। ਜੇ ਜਾਂਚ 2 ਵਾਰੀ ਹੋਈ ਹੈ, 1 ਵਾਰੀ ਜਾਂਚ ਦਾ ਨਤੀਜਾ ਕੁਝ ਹੋਰ ਹੈ, ਦੂਸਰੀ ਵਾਰੀ ਜਾਂਚ ਦਾ ਨਤੀਜਾ ਕੋਈ ਹੋਰ ਹੈ, ਮੈਂ ਕਹਿੰਦਾ ਜਾਂਚ ਅਧਿਕਾਰੀ ਵੀ ਦਬਲਣੇ ਚਾਹੀਦੇ ਆ ਕਿ ਜੋ ਤੁਸੀਂ ਜਾਂਚ ਕਰਨ ਲੱਗੇ ਸੀ, ਇੱਕੋ ਕੰਮ ਦੀਆਂ 2 ਜਾਂਚਾਂ ਦੇ ਨਤੀਜੇ ਤੋਂ ਵੱਖ-ਵੱਖ ਕਿਵੇਂ ਹੋ ਸਕਦੇ ਆ। ਜਾਣੀ ਧਰਮਸੋਤ ਸਾਹਿਬ ਦੀ ਇੱਕ ਡਿਊਟੀ ਤਾਂ ਇਹ ਬਣਦੀ ਸੀ ਨਾ। ਅਸੀਂ ਨਹੀਂ ਕਹਿੰਦੇ ਤੁਸੀਂ ਧੇਲਾ ਵੀ ਖਾਧਾ, ਅਸੀਂ ਨਹੀਂ ਕਹਿੰਦੇ ਕਿ ਤੁਹਾਡੇ ਡਿਪਾਰਟਮੈਂਟ 'ਚ ਘਪਲਾ ਹੋਇਆ, ਪਰ ਸਾਡਾ ਸਵਾਲ ਇਹ ਹੈ ਕਿ ਆਮ ਪਰਿਵਾਰਾਂ ਦੇ SC ST ਭਾਈਚਾਰੇ ਦੇ ਬੱਚੇ ਤੰਗ ਪਰੇਸ਼ਾਨ ਹੋਏ ਕਿ ਨਹੀਂ ਹੋਏ? ਜੇ ਕਿਸੇ ਕਾਲਜ ਨੇ ਪੈਸੇ ਮੋੜੇ ਆ, ਜੇ ਕਿਸੇ ਕਾਲਜ ਨੇ ਪੈਸੇ ਮੋੜੇ ਆ ਤਾਂ ਕੀ ਕਾਰਵਾਈ ਕੀਤੀ ਗਈ, ਜਾਂਚ ਪੜਤਾਲ ਕੀਤੀ ਗਈ ਕਿ ਭਾਈ ਉਹਨਾਂ ਨੇ ਪੈਸੇ ਪਹਿਲਾਂ ਖਾਦੇ ਕਿਉਂ, ਕਿਹਦੇ ਕਹਿਣ ਦੇ ਉੱਤੇ ਖਾਦੇ, ਕਿਹਦੇ ਨਾਲ ਰਲ ਮਿਲ ਕੇ ਖਾਦੇ, ਤੇ ਜੇ ਨਾ ਪਤਾ ਲੱਗਦਾ ਤਾਂ ਮਤਲਬ ਪੈਸੇ ਖਾ ਕੇ ਡਕਾਰ ਵੀ ਨਹੀਂ ਸੀ ਮਾਰਨਾ। ਨਹੀਂ, ਇਹ ਤਾਂ ਗੱਲ ਹੈਗੀ ਆ। ਦੇਖੋ ਕਾਰਨ ਇਹ ਆ ਵੀ ਮੈਂ ਚਾਹੁੰਦਾ ਆਪਾਂ WhatsApp 'ਚ ਥੋੜ੍ਹਾ ਜਿਹਾ ਨੂੰ ਕਲੀਅਰ ਹੀ ਕਰ ਦਈਏ, ਕਿਉਂਕਿ ਕਾਂਗਰਸ ਸਰਕਾਰ ਤੋਂ ਪਹਿਲਾਂ ਦਾ ਚੱਲਦਾ ਆਉਂਦਾ ਨਾ ਇਹ ਕੰਮ SC ST ਜਿਹੜਾ ਜੀ ਸਕਾਲਰਸ਼ਿਪ ਦਾ ਰੌਲਾ, ਵੀ ਅਸਲ ਦੇ ਵਿੱਚ ਇਹ ਸਰਕਾਰ ਨੇ ਤਾਂ ਸਕੀਮ ਇਸ ਕਰਕੇ ਦਿੱਤੀ ਸੀ ਨਾ ਵੀ ਹਾਂ ਯਾਰ ਜਿਹੜਾ ਕੋਈ ਕਮਜ਼ੋਰ ਹੈ ਵਿਦਿਆਰਥੀ, ਜੇ ਉਹ ਪੜ੍ਹਨਾ ਚਾਹੁੰਦਾ ਤਾਂ ਆਪਾਂ ਉਹਦੀ ਫਾਈਨੈਂਸ਼ੀਅਲੀ ਹੈਲਪ ਕਰ ਦਿੰਦੇ ਹਾਂ ਜੀ। ਵੀ ਸਕੂਲ ਹੈ, ਸਕੂਲ ਕਹਿਣਾ, ਕੋਈ ਕਾਲਜ ਹੈ, ਕੋਈ ਇੰਸਟੀਚਿਊਟ ਹੈ, ਜੇ ਉਹਨੂੰ ਲੱਗਦਾ ਵੀ ਉਹਨੇ ਫਲਾਨਾ ਕੋਰਸ ਕਰਨਾ ਤੇ ਉਹਦੀ ਜਿਹੜੀ ਫੀਸ ਹੈ ਉਹਦੇ ਵਿੱਚ ਮਦਦ ਹੋ ਜਾਵੇ। ਹੁਣ ਉਸ ਮਦਦ ਦੇ ਵਿੱਚ ਅਗਲੇ ਨੂੰ ਜਾਪਿਆ ਵੀ ਯਾਰ ਠੀਕ ਆ, ਇਹਦਾ ਨਾਂ ਇੱਥੇ ਦਾਖਲ ਕਰ ਲਓ, ਪੈਸੇ ਆ ਜਾਣੀ। ਚੱਕਰ ਇਹੋ ਹੀ ਪਿਆ ਨਾ ਵੀ ਜਵਾਕ ਇੱਕ ਹੁੰਦਾ ਸੀ ਤੇ ਨਾ ਉਹਦਾ ਕਈ ਥਾਈਂ ਦਾਖਲ ਹੁੰਦਾ ਸੀ। ਤੇ ਜਦੋਂ ਬਾਅਦ 'ਚ ਪਤਾ ਲੱਗਿਆ ਵੀ ਯਾਰ ਅੱਛਾ ਯਾਰ ਇਹ ਬੱਚਾ ਤੁਸੀਂ ਕਹਿੰਦੇ ਵੀ ਇੱਥੇ ਵੀ ਆ ਤੇ ਇਹ ਬੱਚਾ ਇੱਥੇ ਵੀ, ਤੇ ਇਹ ਬੱਚਾ ਇੱਥੇ ਵੀ ਹੈਗਾ ਜੀ, ਉੱਥੋਂ ਪੇਚਾ ਪੈ ਗਿਆ ਵੀ ਇੱਕ ਹੀ ਜਵਾਕ ਇੰਨੇ ਕਾਲਜਾਂ ਦੇ ਵਿੱਚ ਇੱਕ ਹੀ ਟਾਈਮ ਤੇ ਕਿੱਦਾਂ ਪੜ੍ਹ ਸਕਦਾ, ਇਹਦਾ ਜਵਾਬ ਦੇ ਦਿਓ। ਹੁਣ ਇੱਥੋਂ ਗਰਾਰੀ ਚੱਲੀ, ਘੁੰਮਦੀ ਘੁਮਾਉਂਦੀ ਆਣ ਕੇ ਅਜੇ ਤੱਕ ਆਪਾਂ ਤਾਂ ਨਹੀਂ ਸੁਣਿਆ ਵੀ ਜਾਂ ਕਿਸੇ ਮੰਤਰੀ ਸਾਹਿਬ ਜਾਂ ਕਿਸੇ ਅਫਸਰ ਸਾਹਿਬ ਜਾਂ ਕਿਸੇ ਹੋਰ ਦਾ ਨਾਂ ਆਇਆ ਹੋਵੇ। ਪਰ ਹਾਂ ਜਿਹੜੀ ਤੁਸੀਂ ਗੱਲ ਕਹੀ ਵੀ 3-3 4-4 ਸਾਲ ਜਵਾਕਾਂ ਦੀ ਜ਼ਿੰਦਗੀ ਦੇ ਖਤਮ ਹੋ ਗਏ ਜਿਨ੍ਹਾਂ ਨੇ ਪੜ੍ਹਨਾ ਸੀ। ਜੀ ਸੰਧਾਲੀਆ ਸਾਹਿਬ, ਤੁਸੀਂ ਦੇਖੋ ਨਾ ਕਿ ਇੱਕ ਆਮ ਬੱਚਾ ਜਿਹਦੇ ਸਾਹਮਣੇ ਹੁਣ ਤਾਂ ਸਮੱਸਿਆਵਾਂ ਹੀ ਬਹੁਤ ਨੇ, ਮੋਬਾਈਲ ਉਹਦੀ ਜੇਬ ਦੇ ਵਿੱਚ ਆ, TV ਘਰ ਦੇ ਵਿੱਚ ਲੱਗਾ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਦਾ ਧਿਆਨ ਵੰਡਾਉਂਦੀਆਂ। ਹੁਣ ਬੱਚਾ ਪੜ੍ਹਾਈ ਵੱਲ ਧਿਆਨ ਦੇਊਗਾ ਜਾਂ ਇਸ ਚੀਜ਼ ਦੇ ਵੱਲ ਧਿਆਨ ਦੇਊਗਾ ਕਿ ਪਤਾ ਨਹੀਂ ਪੇਪਰ ਦੇ ਹੋਣਾ ਕਿ ਨਹੀਂ ਹੋਣਾ। ਹੁਣ ਬੱਚਾ ਸਾਰਾ ਸਾਲ ਪੜ੍ਹੂਗਾ ਜਾਂ ਇਸ ਗੱਲ ਦੇ ਵੱਲ ਧਿਆਨ ਦੇਊਗਾ, ਪਤਾ ਨਹੀਂ ਯਾਰ ਰੋਲ ਨੰਬਰ ਮਿਲਣਾ ਕਿ ਨਹੀਂ ਮਿਲਣਾ, ਪਤਾ ਨਹੀਂ ਫੀਸ ਆਉਣੀ ਕਿ ਨਹੀਂ ਆਉਣੀ, ਚੈੱਕ ਲੈ ਕੇ ਰੱਖ ਲਿਆ ਕਾਲਜ ਵਾਲਿਆਂ ਨੇ, ਖਾਤਾ ਖੁਲਾਤਾ ਸੀ ਮੇਰਾ, ਪਤਾ ਨਹੀਂ ਪੈਸੇ ਮਿਲਣੇ ਕਿ ਨਹੀਂ ਮਿਲਣੇ। ਜਾਣੀ ਕਿ ਜਿਸ ਸਮੇਂ ਦੇ ਵਿੱਚ ਜਾ ਕੇ ਉਹ ਬੱਚਿਆਂ ਨੇ ਪੜ੍ਹਨਾ ਹੁੰਦਾ ਸੀ, ਅੱਗੇ ਜਾ ਕੇ ਤਰੱਕੀਆਂ ਕਰਨੀਆਂ ਸੀ, ਉਹ 4-5 ਸਾਲ ਦਾ ਤੁਸੀਂ ਰੋਲ ਕੇ ਰੱਖ ਦਿੱਤੇ। ਅਸੀਂ ਨਹੀਂ ਕਹਿੰਦੇ ਕਿ ਧਰਮਸੋਤ ਸਾਹਿਬ ਦਾ ਕਸੂਰ ਹੈ, ਪਰ ਇਹ ਸਾਰਾ ਕੁਝ ਜੇ ਘਟਿਆ ਵਾਪਰਿਆ, ਕਸੂਰ ਕਿਹਦਾ ਉਹ ਵੀ ਤਾਂ ਪਤਾ ਨਹੀਂ ਲਾਇਆ ਕਿਸੇ ਨੇ। ਹਾਂ, ਮਤਲਬ ਚਲੋ ਆਸ ਕਰਦੇ ਹਾਂ ਵੀ ਹੁਣ ਜੇ ਮਾਨ ਸਾਹਿਬ ਨੇ ਇਸ਼ਾਰਾ ਕੀਤਾ ਵੀ ਇਸ ਤਰ੍ਹਾਂ ਹੋਊਗਾ ਤੇ ਉਹ ਸਿਰਫ ਤੇ ਸਿਰਫ ਇਹਨਾਂ ਦੇ ਕਾਰਵਾਈ ਦੇ ਰੂਪ ਦੇ ਵਿੱਚ ਨਹੀਂ ਹੋਊਗਾ ਜਾਂ ਕਿਸੇ ਦੋਸ਼ੀ ਦੀ ਕਾਰਵਾਈ ਦੀ ਗੱਲ ਨਹੀਂ ਹੋਊਗੀ। ਉਹ ਜਿਹੜੇ ਜਵਾਕ ਹੁਣ ਇਸ ਵਕਤ ਨੇ ਜੀ, ਐਟਲੀਸਟ ਉਹਨਾਂ ਦੀ ਜ਼ਿੰਦਗੀ ਸਿੱਧੀ ਹੋ ਜਾਵੇ ਵੀ ਯਾਰ ਚਲੋ ਪਿਛਲਾ ਸਮਾਂ ਤੇ ਔਖਾ ਸੀਗਾ, ਲੰਘ ਗਿਆ, ਹੋਣ ਵਾਲੇ ਆਏ ਨੇ, ਇਹਨਾਂ ਨੇ ਸਾਰੇ ਕੁਝ ਨੂੰ ਦਰੁਸਤ ਕਰ ਦਿੱਤਾ ਜੀ। ਕਿਉਂਕਿ ਮੇਰੇ ਖਿਆਲ ਨਾਲ ਜੇ ਉਹਨਾਂ ਦੀ ਜ਼ਿੰਦਗੀ ਦਰੁਸਤ ਹੋ ਜਾਵੇ ਤੇ ਅਗਲੇ ਨੂੰ ਟਾਈਮ ਦੇ ਉੱਪਰ ਉਹਦੀ ਡਿਗਰੀ ਮਿਲ ਜਾਵੇ, ਕੱਲ੍ਹ ਨੂੰ ਅਗਲਾ ਰੋਟੀ ਤੇ ਪੈ ਜਾਊ, ਹੋਰ ਕੀ ਚਾਹੀਦਾ। ਨਹੀਂ ਇੱਦਾਂ ਹੀ ਆ। ਬਾਕੀ ਸੰਧਾਲੀਆ ਸਾਹਿਬ, ਉਹ ਰੋਟੀ ਤੇ ਪਏ ਨਾ ਪਏ, ਕਈ ਰੋਟੀ ਪੈ ਗਏ ਸੀ, ਕਿਉਂਕਿ ਭੁਪਿੰਦਰ ਹਨੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਾਣਜਾ ਤੇ ਵਾਹਵਾ ਦੇਰ ਤੋਂ ਅੰਦਰ। ਹੁਣ ਰੌਲਾ ਪੈ ਗਿਆ ਅਚਾਨਕ ਜੀ, ਚਰਨਜੀਤ ਸਿੰਘ ਚੰਨੀ ਸਾਹਿਬ ਨੂੰ ED ਨੇ ਸੰਮਨ ਭੇਜਿਆ, ਦਿੱਲੀ ਸੱਦ ਲਿਆ। ਖਬਰਾਂ 2-3 ਘੰਟੇ ਮੀਡੀਆ ਵਾਲਿਆਂ ਨੇ ਠੋਕ ਕੇ ਸਵਾਦ ਲੈ ਕੇ ਚਲਾਈਆਂ ਕਿ ਆਖਿਰਕਾਰ ਚੰਨੀ ਸਾਹਿਬ ਨੂੰ ਸੰਮਨ ਮਿਲਿਆ। ਬਾਅਦ ਵਿੱਚ ਉਹਨਾਂ ਨੇ ਟਵੀਟ ਕੀਤਾ, ਕਹਿੰਦੇ ਮੈਂ ਤਾਂ ਪੇਸ਼ ਵੀ ਹੋਇਆ, ਜਲੰਧਰ ਗਿਆ ਸੀ, ਹੁਣ ਮੈਨੂੰ ਦੁਬਾਰਾ ਨਹੀਂ ਕਿਸੇ ਨੇ ਸੱਦਿਆ, ਤੁਹਾਨੂੰ ਉਦੋਂ ਤਾਂ ਪਤਾ ਹੀ ਨਹੀਂ ਲੱਗਾ।
ਹੁਣ ਇਹ ਪਤਾ ਲੱਗਾ ਕਿ 5-6 ਘੰਟੇ ਲਗਾਤਾਰ ਉਹਨਾਂ ਦੀ ਪੁੱਛਗਿੱਛ ਹੋਈ ਹੈ। ਭੁਪਿੰਦਰ ਹਨੀ ਦੇ ਨਾਲ ਉਹ ਕਿੱਥੇ ਕਿੱਥੇ ਗਏ, ਕੀ ਸਾਂਝਾ ਸੀ ਕੀ ਨਹੀਂ ਸਾਂਝਾ ਸੀ, ਉਹ ਸਾਰਾ ਕੁਝ ਪੁੱਛਿਆ। ਤੇ ਚੰਨੀ ਸਾਹਿਬ ਤਾਂ ਇਹ ਵੀ ਕਹਿੰਦੇ ਆ, ਕਹਿੰਦੇ ਜੀ ਮੈਂ ਤਾਂ ਸੰਤੁਸ਼ਟ ਕਰਾ ਕੇ ਆਇਆ, ਜਿਹੜੇ ਸਵਾਲ ਉਹਨਾਂ ਨੇ ਪੁੱਛੇ ਮੈਂ ਜਵਾਬ ਦੇ ਦਿੱਤੇ ਆ, ਤੇ ਬਾਕੀ ਮੈਨੂੰ ਅੱਗੋਂ ਸੱਦਿਆ ਨਹੀਂ ਗਿਆ, ਨਾ ਮੈਨੂੰ ਆਸ ਹੈ ਕਿ ਮੈਨੂੰ ਦੁਬਾਰਾ ਸੱਦਣਗੇ। ਪਰ ਸਵਾਲ ਸੰਧਾਲੀਆ ਸਾਹਿਬ ਇਹ ਪੈਦਾ ਹੁੰਦਾ, ਸਾਨੂੰ ਨਹੀਂ ਪਤਾ ਚੰਨੀ ਸਾਹਿਬ ਦਾ ਕੋਈ ਕਸੂਰ ਹੈਗਾ ਕਿ ਨਹੀਂ ਹੈਗਾ, ਪਰ ਰੌਲਾ ਇਹ ਹੈ ਕਿ ਜੇ ਬਦਲੀਆਂ ਤੇ ਨਿਯੁਕਤੀਆਂ ਦੀ ਵੀ ਗੱਲ ਆਉਂਦੀ ਸੀ, ਜੇ ਨਜਾਇਜ਼ ਰੇਤਾ ਦੀ ਵੀ ਗੱਲ ਆਉਂਦੀ ਸੀ, ਤੁਹਾਨੂੰ ਰਾਘਵ ਚੱਡਾ ਦਾ ਚੇਤਾ, ਰਾਜ ਸਭਾ ਦੇ ਮੈਂਬਰ ਨੇ ਪਰ ਉਦੋਂ ਨਹੀਂ ਸੀ। ਰਾਘਵ ਚੱਡਾ ਤੇ ਰੋਪੜ ਤੋਂ ਇਸ ਵੇਲੇ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਐਡਵੋਕੇਟ ਦਿਨੇਸ਼ ਚੱਡਾ, ਇਹਨਾਂ ਦੋਨਾਂ ਨੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣਿਆ ਤਾਂ ਸ਼੍ਰੀ ਚਮਕੌਰ ਸਾਹਿਬ ਦੇ ਇੱਕ ਪਿੰਡ ਦੇ ਵਿੱਚ ਜਾ ਕੇ ਕਿਹਾ ਸੀ ਕਿ ਆ ਦੇਖੋ ਜੀ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਵਿੱਚੋਂ ਨਜਾਇਜ਼ ਮਾਈਨਿੰਗ ਹੁੰਦੀ ਹੈ। ਉਹਦੇ ਤੋਂ ਬਾਅਦ ਇੱਕ ਫੋਰੈਸਟ ਆਫੀਸਰ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਕਿਹਾ ਸੀ ਕਿ ਮੈਂ ਆ ਦੇਖੋ ਜੀ ਇੰਨੀ ਤਰੀਕ ਨੂੰ ਚਿੱਠੀ ਲਿਖੀ ਸੀ, ਮੈਂ ਇਸੇ ਹਲਕੇ ਦੇ ਵਿੱਚ ਕੰਮ ਕਰਦਾ, ਕਿ ਆ ਦੇਖੋ ਜੰਗਲਾਤ ਵਿਭਾਗ ਦੇ ਏਰੀਆ ਦੇ ਵਿੱਚੋਂ ਨਜਾਇਜ਼ ਮਾਈਨਿੰਗ ਹੋਈ ਜਾਂਦੀ ਹੈ। ਕਹਿੰਦੇ ਮੇਰੀ ਚਿੱਠੀ ਦੇ ਉੱਤੇ ਕਾਰਵਾਈ ਤਾਂ ਕੋਈ ਨਹੀਂ ਹੋਈ, ਕੋਈ ਕਾਰਵਾਈ ਨਹੀਂ ਹੋਈ ਮੇਰੀ ਚਿੱਠੀ ਦੇ ਉੱਤੇ। ਹਾਂ ਇੰਨਾ ਕੰਮ ਜ਼ਰੂਰ ਹੋ ਗਿਆ ਕਿ ਮੈਨੂੰ ਬਦਲੀ ਦੇ ਆਰਡਰ ਆ ਗਿਆ ਕਿ ਭਾਈ ਤੂੰ ਇੱਥੋਂ ਚੱਲ ਜੇ, ਤੈਨੂੰ ਬਹੁਤਾ ਨਜ਼ਰ ਆਉਂਦਾ ਨਾ ਕਿ ਇੱਥੋਂ ਨਜਾਇਜ਼ ਮਾਈਨਿੰਗ ਹੁੰਦੀ ਹੈ। ਉਹਦੇ ਤੋਂ ਬਾਅਦ ਜਦੋਂ ਭੁਪਿੰਦਰ ਹਨੀ ਫੜਿਆ ਗਿਆ, ਕਿਉਂਕਿ ਰੌਲਾ ਇਕੱਲਾ ਇੰਨਾ ਨਹੀਂ ਹੈ ਕਿ ਚੰਨੀ ਸਾਹਿਬ ਉਸ ਮਾਮਲੇ ਦੇ ਨਾਲ ਸੰਬੰਧਿਤ ਹੈ ਜਾਂ ਨਹੀਂ ਹੈ, ਪਰ ਨਿਯੁਕਤੀਆਂ ਤੇ ਬਦਲੀਆਂ, ਮੰਨ ਲਓ ਤੁਹਾਡੀ ਦੁਕਾਨ ਹੈ, ਮੈਂ ਤੁਹਾਡੀ ਦੁਕਾਨ ਦੇ ਆਧਾਰ ਦੇ ਉੱਤੇ ਬਾਹਰ ਕੋਈ ਸੌਦੇ ਕਰੀ ਜਾਵਾਂ, ਥੋੜਾ ਬਹੁਤ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ, ਜਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆ 2-3 ਬੰਦੇ ਮੇਰੇ ਨਾਲ ਰਹਿੰਦੇ ਆ, ਮੇਰੇ ਨਾਂ ਨੂੰ ਵਰਤ ਜਾਣਗੇ ਤੇ ਮੈਂ ਫਿਰ ਇਹਨਾਂ ਦਾ ਖਿਆਲ ਰੱਖਾਂ, ਤੁਸੀਂ ਖਿਆਲ ਰੱਖੋਗੇ। ਜਿੱਥੇ ਜਾਂਦੇ ਅਗਲੇ ਨੂੰ ਟੈਲੀਫੋਨ ਕਰਕੇ ਬੰਦਾ ਪੁੱਛ ਸਕਦਾ। ਹੁਣ ਕਿਹਦੀਆਂ ਬਦਲੀਆਂ ਕਿਹਦੀਆਂ ਨਿਯੁਕਤੀਆਂ ਜੇ ਹੋਈਆਂ। ਦੂਸਰੀ ਗੱਲ ਕਿ ਜੇ ਕਿਸੇ ਨੇ ਬਦਲੀ ਤੇ ਨਿਯੁਕਤੀ ਕਰਾਉਣ ਦੇ ਲਈ ਪੈਸੇ ਦਿੱਤੇ ਕਿਸੇ ਅਫਸਰ ਨੇ, ਸੰਧਾਲੀਆ ਸਾਹਿਬ ਉਹ ਪੈਸੇ 1 ਨੰਬਰ ਦੇ ਤਾਂ ਹੋਣੇ ਨਹੀਂ, ਉਹ 2 ਨੰਬਰ ਦੇ ਪੈਸੇ ਉਹਨਾਂ ਦੇ ਕੋਲੋਂ ਕਿੱਥੋਂ ਆਏ, ਇਹ ਵੀ ਪਤਾ ਲੱਗਣਾ ਚਾਹੀਦਾ ਕਿ ਉਹ 2 ਨੰਬਰ ਦੇ ਢੰਗ ਤਰੀਕੇ ਨਾਲ ਕਮਾਏ ਆ ਕਿ 1 ਨੰਬਰ ਨਾਲ ਕਮਾਏ ਆ, ਇਹ ਵੀ ਪਤਾ ਲੱਗਣਾ ਚਾਹੀਦਾ। ਤੀਸਰਾ, ਜੇ ਉਹਨੇ 10 ਕਰੋੜ ਰੁਪਈਆ ਇਕੱਠਾ ਕਰ ਲਿਆ ਸੀ ਰੇਤੇ ਦੀ ਨਜਾਇਜ਼ ਮਾਈਨਿੰਗ ਤੋਂ, ਉਹਦੇ ਪਿੱਛੇ ਕਿਹਦਾ ਹੱਥ ਸੀ, ਕੌਣ ਉਹਨੂੰ ਸਰਕਾਰੀ ਸਮਾਗਮਾਂ 'ਚ ਲੈ ਜਾਂਦਾ ਰਿਹਾ, ਕਿਹਨੇ ਜਿਪਸੀਆਂ ਦਿੱਤੀਆਂ, ਕਿਹਨੇ ਐਮਐਲਏ ਦਾ ਸਟicker ਲਾਉਣ ਨੂੰ ਦਿੱਤਾ, ਕਿਹਨੇ ਕਮਾਂਡੋ ਦਿੱਤੇ, ਹਿਸਾਬ ਕਿਤਾਬ ਤਾਂ ਹੋਣਾ ਹੀ ਚਾਹੀਦਾ ਨਾ। ਇਹ ਆਹੀ ਗੱਲ ਤੇ ਜਿੰਪਾ ਸਾਹਿਬ ਪੁੱਛਦੇ ਆ, ਮੰਤਰੀ ਨੇ ਆਮ ਆਦਮੀ ਪਾਰਟੀ ਦੇ ਜੀ, ਉਹ ਕਹਿੰਦੇ ਠੀਕ ਆ, ਮੈਂ ਨਹੀਂ ਕਹਿੰਦਾ ਵੀ ਉਹਨਾਂ ਦਾ ਕਸੂਰ ਆ, ਪਰ ਕਾਰਨ ਹੈ ਵੀ ਉਹ ਕਹਿੰਦੇ ਮੈਂ ਸੰਤੁਸ਼ਟ ਕਰਾ ਆਇਆ, ਪਰ ਕਹਿੰਦੇ ਵੀ ਮੈਨੂੰ ਸਮਝ ਨਹੀਂ ਆਇਆ ਵੀ 10 ਕਰੋੜ ਅਚਾਨਕ ਘਰੋਂ ਫੜਿਆ ਜਾਵੇ ਤੇ ਬੰਦੇ ਨੂੰ ਪਤਾ ਨਹੀਂ ਹੋਵੇ ਵੀ ਕਿੱਥੋਂ ਆਇਆ ਜੀ। ਦੂਜੀ ਗੱਲ ਆ ਜਿਹੜੀ ਉਹ ਕਹਿੰਦੇ ਵੀ ਠੀਕ ਹੈ, ਉਹ ਕਹਿੰਦੇ ਵੀ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ, ਕਿਸੇ ਆਮ ਬੰਦੇ ਨੂੰ ਕਿਉਂ ਨਹੀਂ ਆਉਂਦਾ ਵੀ ਸਵੇਰੇ ਬੰਦਾ, ਗੱਲ ਤਾਂ ਸੋਚਣ ਵਾਲੀ ਆ ਵੀ WhatsApp ਸਵੇਰੇ ਘਰੋਂ ਨਿਕਲਣ ਤੇ ਕਾਲੀਆਂ ਵਰਦੀਆਂ ਪਾ ਕੇ 5-7-10 ਬੰਦੇ ਖਲੋਤੇ ਹੋਣ, ਇੱਕ ਜਿਪਸੀ ਅੱਗੇ ਹੋਵੇ ਇੱਕ ਪਿੱਛੇ ਹੋਵੇ ਤੇ ਨਾਲ ਹੀ ਬਾਹੋਂ ਫੜ ਕੇ ਕਹਿਣ ਸਰ ਤੁਸੀਂ ਹੁਣ ਇਸ ਗੱਡੀ 'ਚ ਬਹਿਣਾ, ਆਮ ਬੰਦਾ ਤਾਂ ਮੋਰੇ ਦੌੜ ਪੈਂਦਾ ਹੈ ਨਾ, ਆਹ ਲਓ ਜੀ ਗੱਡੀ ਤੇ ਐਮਐਲਏ ਦਾ ਸਟicker ਲੱਗਾ, ਤੁਸੀਂ ਹੁਣ ਇਹਦੇ 'ਚ ਬਹਿਣਾ ਜੀ। ਇੱਦਾਂ ਦੇ ਹੁੰਦਾ ਨਹੀਂਗਾ ਨਾ, ਮਤਲਬ ਇਹ ਆ ਵੀ ਉਹ ਕਿਤੇੋਂ ਤੇ ਆਰਡਰ ਹੋਊਗਾ, ਕਿਸੇ ਨੂੰ ਤੇ ਪਤਾ ਹੀ ਹੋਊਗਾ ਨਾ, ਕਿਉਂਕਿ ਹੁਣ ਜੇ ਮੰਨ ਲਓ ਵੀ ਭੁਪਿੰਦਰ ਹਨੀ ਉਹਨਾਂ ਦਾ ਆਪਣਾ ਕੋਈ ਕੰਮ ਸੀ, ਉਹਨਾਂ ਦਾ ਕੋਈ ਲੈਣਾ ਦੇਣਾ ਹੈ ਨਹੀਂ ਸੀ, ਇਹਦਾ ਮੰਨ ਲਓ ਸਰਕਾਰੀ ਬੰਦੇ ਸਰਕਾਰੀ ਗੱਡੀਆਂ ਉਹਨਾਂ ਨੂੰ ਮਿਲਣੀਆਂ ਨਹੀਂ ਸੀ ਚਾਹੀਦੀਆਂ, ਤੇ ਜੇ ਮੰਨ ਲਓ ਵੀ ਚੰਨੀ ਸਾਹਿਬ ਕਹਿੰਦੇ ਵੀ ਮੈਨੂੰ ਉਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ ਜੀ, ਤੇ ਫਿਰ ਜ਼ਰੂਰ ਉਹੋ ਜਿਹੇ ਬੰਦੇ ਦਾ ਕਿਸੇ ਨਾ ਕਿਸੇ ਦਾ ਉਹ ਨਾਂ ਦੱਸ ਸਕਦੇ ਵੀ ਮੈਂ ਤਾਂ ਨਹੀਂ ਸੀ ਕਰਦਾ, ਪਰ ਮੈਨੂੰ ਲੱਗਦਾ ਵੀ ਫਲਾਣੇ ਬੰਦੇ ਦੇ ਥਰੂ ਉਹਨੇ ਕਿਤੇ ਕਰਾਇਆ ਨਾ ਹੋਵੇ, ਆਪੇ ਉਹਦਾ ਨਾਂ ਪਤਾ ਲੱਗ ਜੂ। ਨਹੀਂ ਦੇਖੋ, ਆਖਿਰਕਾਰ ਸੱਚ ਸਾਹਮਣੇ ਆਉਣਾ ਚਾਹੀਦਾ। ਅਸੀਂ ਨਹੀਂ ਕਹਿੰਦੇ ਚੰਨੀ ਸਾਹਿਬ ਦਾ ਉਹਦੇ ਵਿੱਚ ਕਸੂਰ ਹੈ, ਪਰ ਜੇ ਚੰਨੀ ਸਾਹਿਬ ਦਾ ਨਹੀਂ ਕਸੂਰ ਤਾਂ ਫਿਰ ਕਸੂਰ ਕਿਹਦਾ, ਇਹ ਵੀ ਪਤਾ ਲੱਗਣਾ ਚਾਹੀਦਾ। ਮੈਂ ਕਹਿੰਦਾ ਆਮ ਆਦਮੀ ਪਾਰਟੀ ਵਾਲੇ ਵੀ ਜਿਹੜੀਆਂ ਖੱਡਾਂ ਦੇ ਵਿੱਚ ਉਦੋਂ ਛਾਪੇ ਮਾਰੇ ਸੀ, ਹਿਸਾਬ ਕਿਤਾਬ ਹੁਣ ਕਰਾ ਲਓ, ਭੁਰਾ ਛੇਤੀ ਹੋ ਜਾਊਗਾ, ਭੁਰਾ ਹਿਸਾਬ ਕਿਤਾਬ ਦੇ ਨਾਲ ਹੋ ਜਾਊਗਾ, ਪਰ ਜਿਹੜਾ ਅਸਲ ਦੋਸ਼ੀ ਉਹਨੂੰ ਛੱਡਣਾ ਨਹੀਂ ਚਾਹੀਦਾ। ਇੱਕ ਵਾਰੀ ਤਾਂ ਪੰਜਾਬ ਦੇ ਸਾਹਮਣੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਜਾਵੇ ਨਾ ਕਿ ਭਾਈ ਇੱਥੇ ਹੋ ਸਕਦਾ ਕੋਈ ਨਾ ਕੋਈ ਬੰਦਾ ਭ੍ਰਿਸ਼ਟਾਚਾਰ ਕਰ ਜਾਏ, ਪਰ ਜਿਹੜਾ ਭ੍ਰਿਸ਼ਟਾਚਾਰ ਕਰਦਾ ਹੈ ਉਹ ਫਿਰ ਬਖਸ਼ਿਆ ਨਹੀਂ ਜਾਂਦਾ, ਉਹ ਫਿਰ ਕੰਮ ਅਗਲੇ ਪਾਸੇ ਨੂੰ ਹੀ ਜਾਂਦਾ, ਉਹ ਫਿਰ ਬੰਦਾ ਕਿਤੇ ਨਾ ਕਿਤੇ ਅੜਿੱਕੇ ਆ ਹੀ ਜਾਂਦਾ। ਇੱਦਾਂ ਦੀ ਜੇ ਪਿਰਤ ਪੈ ਜਾਵੇ, ਸੰਧਾਲੀਆ ਸਾਹਿਬ ਗੱਲ ਫੇਰ ਬਣਦੀ ਹੈ। ਨਹੀਂ ਦੇਖੋ, ਪਿਰਤ ਪੈ ਜਾਵੇ ਤੇ ਚੰਗੀ ਗੱਲ ਹੈ, ਪਰ ਫਿਲਹਾਲ ਅਜੇ ਵੀ ਉਹੀ ਗੱਲ ਹੀ ਹੈ, ਬੱਸ ਚੱਲਦੀ। ਉਹ ਕਹਿੰਦਾ ਮੈਂ ਤੁਹਾਨੂੰ ਦੱਸਾਂ ਵੀ ਇਹਨੇ ਪਹੁੰਚ ਜਾਣਾ ਹੀ, ਉਹ ਕਹਿੰਦਾ ਨਹੀਂ 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 ਇਹ ਨਹੀਂ ਉਹ ਪਹੁੰਚਣੀ ਕਿਤੇ ਵੀ, ਕਿਉਂਕਿ ਪਿਛਲੇ ਰਿਕਾਰਡ ਦੇ ਹਿਸਾਬ ਨਾਲ ਜਿਹੜੀਆਂ ਵੀ ਬੱਸਾਂ ਇਸ ਸੜਕ ਤੇ ਗਈਆਂ ਨੇ ਜੀ, ਉਹ ਸਵਾਰੀਆਂ ਲੈ ਕੇ ਮੰਜ਼ਿਲ ਤੇ ਨਹੀਂ ਪਹੁੰਚੀਆਂ। ਹੁਣ ਇਹ ਬੱਸ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਇਹਦੇ ਬਾਰੇ ਪਤਾ ਨਹੀਂ, ਇਹਦੇ ਬਾਰੇ ਪਤਾ ਨਹੀਂ। ਚਲੋ ਆਪਾਂ ਥੋੜੀ ਜਿਹੀ ਕਣਕ ਦੀ ਗੱਲ ਕਰ ਲਈਏ। ਹੁਣ ਇਹ ਵੀ ਨਹੀਂ ਕਹਿ ਸਕਦੇ ਕਿ ਤੇਰੇ ਕਣਕ ਦੀ ਰਾਖੀ ਕੌਣ ਕਿੱਦਾਂ ਕਿਉਂ ਨਹੀਂ ਬਹਿੰਦਾ ਤੇ ਕਦੋਂ ਨਹੀਂ ਬਹਿੰਦਾ। ਸੰਧਾਲੀਆ ਸਾਹਿਬ ਕੁਦਰਤ ਪਤਾ ਨਹੀਂ ਮਿਹਰਬਾਨ ਹੈ, ਪਤਾ ਨਹੀਂ ਕ੍ਰੋਧਵਾਨ ਹੈ, ਪਤਾ ਨਹੀਂ ਕੀ ਹੈ। ਕੁਦਰਤ ਆ ਫਿਰ ਕੁਦਰਤ ਆ ਨਾ, ਕੁਦਰਤ ਦੀਆਂ ਕੁਦਰਤ ਜਾਣੇ। ਤੁਸੀਂ ਇਹ ਦੇਖੋ ਕਿ ਪਹਿਲਾਂ ਤਾਂ ਇਹ ਚਰਚਾ ਚੱਲੀ ਕਿ ਗਰਮੀ ਬਹੁਤ ਹੈ, ਦਾਣਾ ਕਮਜ਼ੋਰ ਹੋ ਗਿਆ ਕਣਕ ਦਾ, ਪਤਲਾ ਰਹਿ ਗਿਆ, ਸੁੰਗੜ ਗਿਆ ਕਣਕ ਦਾ ਦਾਣਾ, ਇਸ ਕਰਕੇ ਕੇਂਦਰੀ ਖਰੀਦ ਏਜੰਸੀਆਂ ਵਾਲੇ ਕਹਿੰਦੇ ਆ ਕਿ ਭਾਈ ਔਖਾ ਹੈ। ਹੁਣ ਕੇਂਦਰੀ ਖਰੀਦ ਏਜੰਸੀਆਂ ਦੇ ਬੰਦੇ ਆਏ,
FCI ਦੇ ਅਧਿਕਾਰੀ ਨਾਲ, ਪੰਜਾਬ ਦੀਆਂ ਖਰੀਦ ਏਜੰਸੀਆਂ ਦੇ ਅਧਿਕਾਰੀ ਨਾਲ, ਪੰਜਾਬ ਸਰਕਾਰ ਦੇ ਅਧਿਕਾਰੀ ਨਾਲ, ਤੇ ਸਾਰਿਆਂ ਨੇ ਸਾਂਝੇ ਤੌਰ ਦੇ ਉੱਤੇ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਗਏ ਤੇ ਉਹਨਾਂ ਨੇ ਫਿਰ ਬੀਤੇ ਕੱਲ ਨਮੂਨੇ ਇਕੱਠੇ ਕਰ ਲਏ ਕਿ ਭਈ ਆਹ ਦੇਖੋ ਮੰਡੀ ਦੇ ਵਿੱਚ ਦਾਣੇ ਆਏ ਆ, ਇੰਨੀ ਇਹਦੇ ਵਿੱਚ ਨਮੀ ਹੈ, ਇੰਨਾ ਇਹਦਾ ਕਣਕ ਦੇ ਦਾਣੇ ਦਾ ਸਾਈਜ਼ ਹੈ। ਅੱਜ ਉਹਨਾਂ ਨੇ ਸਾਰਾ ਦਿਨ ਪੰਜਾਬ 'ਚ ਬੈਠ ਕੇ ਰਿਪੋਰਟ ਤਿਆਰ ਕਰਨੀ ਹੈ ਕਿ ਭਾਈ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚੋਂ ਇੰਨੇ ਨਮੂਨੇ, ਇੰਨੇ ਸੈਂਪਲ ਲਏ ਗਏ ਆ। ਉਹਦੀ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਉਹਦੇ ਵਿੱਚੋਂ ਕਣਕ ਦੇ ਦਾਣੇ ਦਾ ਸਾਈਜ਼, ਨਮੀ ਜਾਂ ਬਦਰੰਗ ਦਾਣਾ ਇੰਨਾ ਕੁ ਆਉਂਦਾ ਹੈ, ਕਿਉਂਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਕੁਦਰਤੀ ਕਰੋਪੀ ਹੈ, ਢਿੱਲ ਦਿੱਤੀ ਜਾਵੇ। ਜੇ ਤੁਸੀਂ 6% ਕਮਜ਼ੋਰ ਦਾਣਾ ਖਰੀਦਦੇ ਹੋ ਤਾਂ 12, 15, 20% ਕਮਜ਼ੋਰ ਦਾਣਾ ਖਰੀਦ ਲਓ, ਜਿਹਦੇ ਨਾਲ ਕਿ ਕਿਉਂਕਿ ਕਿਸਾਨ ਦਾ ਕਸੂਰ ਕੋਈ ਨਹੀਂ, ਕੁਦਰਤ ਕਰੋਧਵਨ ਹੋਈ ਹੈ। ਉਹ ਕੀ ਰਿਪੋਰਟ ਭਲ ਕੇ ਜਾਂਦੀ ਹੈ, ਉਹ ਰਿਪੋਰਟ ਜਦੋਂ ਜਾਂਦੀ ਹੈ ਤੇ ਉਹਦੇ ਤੋਂ ਬਾਅਦ ਫੈਸਲਾ ਕੀ ਆਉਂਦਾ ਹੈ, ਕੀ ਢਿੱਲ ਮਿਲਦੀ ਹੈ, ਕਿ ਉਹਦੇ ਤੋਂ ਬਾਅਦ ਕਣਕ ਦੀ ਖਰੀਦ ਜਿਹੜੀ ਹੈ ਚੰਗੇ ਤਰੀਕੇ ਸ਼ੁਰੂ ਹੋ ਜੂਗੀ। ਇੱਕ ਤਾਂ ਇਹ ਸਵਾਲ। ਦੂਸਰਾ, ਇਹਦੇ ਵਿੱਚ ਹੀ ਹੁਣ ਮੀਂਹ ਕਣੀ ਦਾ ਮੌਸਮ ਆ ਗਿਆ। ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਕਿ 4 ਦਿਨ ਹੁਣ ਖੁਸ਼ਕ ਨਿਕਲਣਗੇ, ਪਰ ਅਚਾਨਕ ਸੰਧਾਲੀਆ ਸਾਹਿਬ ਜਦੋਂ ਬੱਦਲਬਾਈ ਹੋਈ, ਜਦੋਂ ਮਾੜੀ ਮਾੜੀ ਹਨੇਰੀ ਚੱਲਣ ਲੱਗੀ, ਜਦੋਂ ਛਿੱਟਾਂ ਪੈਣ ਲੱਗੀਆਂ, ਇੱਕ ਵਾਰੀ ਤਾਂ ਡੋਬੂ ਪੈਂਦੇ ਸੀ ਨਾ ਕਿਸਾਨ ਦੇ ਦਿਲ ਨੂੰ। ਨਹੀਂ ਪੂਰੇ ਪੈਂਦੇ ਆ। ਤੁਸੀਂ ਦੇਖੋ ਨਾ ਵੀ ਇਹ ਉਹ ਚੀਜ਼ ਆ ਵੀ ਜਦੋਂ ਤਾਂ ਲੋੜ ਆ ਉਦੋਂ ਮੀਂਹ ਕਣੀ ਹੈ ਨਹੀਂ ਜੀ, ਤੇ ਜੇ ਉਦੋਂ ਮੀਂਹ ਕਣੀ ਹੋਇਆ ਹੁੰਦਾ ਤੇ ਸ਼ਾਇਦ ਅੱਜ ਜਿਹੜੇ ਆਪਾਂ 6% ਤੋਂ 12-15% ਕਮਜ਼ੋਰ ਦਾਣੇ ਦੀ ਅਪਡੇਟ ਲੱਭਦੇ ਫਿਰਦੇ, ਉਹਦੀ ਲੋੜ ਹੀ ਨਾ ਪੈਂਦੀ ਜੀ। ਤੇ ਹੁਣ ਜਦੋਂ ਇਹ ਆ ਵੀ ਚਲੋ ਆਹ 4 ਦਿਨ ਸੁੱਕੇ ਹੀ ਲੰਘ ਜਾਣ, ਵੀ ਉਹ ਜਾਣੇ ਵੱਢੀ ਜਾਵੇ, ਸਾਂਭੀ ਜਾਵੇ, ਤੂੜੀ ਬਣਾ ਕੇ ਅੰਦਰ ਪਾ ਲਈਏ ਜਾਂ ਕੋਈ ਮੂਸਲ ਬੰਨ੍ਹ ਲਈਏ, ਕੁੱਪ ਬੰਨ੍ਹ ਲਈਏ। ਉਹ ਜਿੱਥੇ ਤਾਂ ਪੰਜਾਬ ਦੇ ਵਿੱਚ ਘਰ ਘਰ ਇਹ ਚਰਚਾ ਚੱਲਦੀ ਹੈ, ਉੱਥੇ ਹੁਣ ਜਦੋਂ ਉੱਧਰੋਂ ਕਹਿੰਦਾ ਇੱਧਰੋਂ ਜਦੋਂ ਲਿਸ਼ਕਦਾ ਹੀ ਜੀ, ਇੱਧਰੋਂ ਜਦੋਂ ਜਾਪਦਾ ਉਹ ਕਾਲੀ ਜੀ ਘਟਾ ਆਉਂਦੀ ਹੈ। ਉਹ ਕਾਲੀ ਘਟਾ ਤੇ ਲਿਸ਼ਕਦਾ ਨਹੀਂ ਹੁੰਦਾ, ਉਹ ਤੇ ਇੱਕ ਤਰ੍ਹਾਂ ਨਾਲ ਅੱਧਾ ਪਚਦਾ ਹਾਰਟ ਅਟੈਕ ਹੋਣ ਵਾਲੀ ਗੱਲ ਹੁੰਦੀ ਹੈ। ਹਾਂ, ਨਹੀਂ ਪੂਰੀ, ਕਿ ਉੱਥੇ ਕਿਉਂਕਿ ਜਦੋਂ ਕਿਸਾਨ ਉੱਪਰ ਨੂੰ ਦੇਖਦਾ, ਤਰਪਾਲ ਕੋਲ ਨਹੀਂ, ਸ਼ੈੱਡ ਕੋਲ ਨਹੀਂ, ਮੰਡੀ ਦੇ ਵਿੱਚ ਦਾਣੇ ਨੰਗੇ ਪਏ ਆ, ਪਤਾ ਨਹੀਂ ਉੱਥੇ ਤਰਪਾਲ ਲੱਭਣੀ ਕਿ ਨਹੀਂ ਲੱਭਣੀ। ਜੇ 2 ਦਿਨ ਗਿੱਲੀ ਰਹਿ ਗਈ ਤਾਂ ਬਦਰੰਗ ਹੋ ਜੂਗੀ, ਕਣਕ ਪੈਸੇ 4 ਘੱਟ ਮਿਲਣਗੇ। ਇੱਕ ਸਮੱਸਿਆ ਨਹੀਂ। ਹਾਲਾਂਕਿ ਵਿਦੇਸ਼ਾਂ ਦੇ ਵਿੱਚੋਂ ਵਿੱਚ ਵਿਚਾਲੇ ਇਦਾਂ ਦੀਆਂ ਖਬਰਾਂ ਆਉਣ ਲੱਗ ਪਈਆਂ। ਸੰਧਾਲੀਆ ਸਾਹਿਬ 2-3 ਸੱਜਣਾਂ ਦੇ ਸੁਨੇਹੇ ਆਏ, ਕਹਿੰਦੇ ਜੀ 5-5 ਹਜ਼ਾਰ ਤਾਂ ਖੇਤ ਦਾ ਠੇਕਾ ਪਹਿਲਾਂ ਹੀ ਘੱਟ ਲੈ ਰਿਹਾ ਸੀ, ਪਰ ਕਿਉਂਕਿ ਐਤਕੀ ਗਰਮੀ ਬਹੁਤ ਪੈ ਗਈ ਹੈ, ਕਣਕ ਦੇ ਦਾਣੇ ਸੁੰਗੜ ਗਏ, ਝਾੜ ਬਹੁਤ ਘਟ ਗਿਆ, ਤੇ ਅਸੀਂ ਕਹਿੰਦੇ ਆਪੋ ਆਪਣੇ ਪਿੰਡ ਟੈਲੀਫੋਨ ਕਰ ਦਿੱਤਾ ਹੈ ਜਿਹੜੇ ਬੰਦਿਆਂ ਨੇ ਵੀ ਜ਼ਮੀਨਾਂ ਸਾਡੀਆਂ ਠੇਕੇ ਤੇ ਵਾਹੀਆਂ ਸੀ ਕਿ 5-5 ਹਜ਼ਾਰ ਐਤਕੀ ਕਣਕ ਦੇ ਘਾਟੇ ਦੇ ਕਰਕੇ ਤੁਹਾਡੇ ਤੋਂ ਹੋਰ ਘੱਟ ਲੈ ਲੈਣਾ। ਹੁਣ ਦੇਖੋ ਤੁਸੀਂ NRI ਤਾਂ ਸੋਚਦੇ ਆ, ਹੋਰ ਬਹੁਤ ਸਾਰੇ ਸਿਵਰਤਨ ਸੋਚਦੇ ਆ, ਪਰ ਜਿਨ੍ਹਾਂ ਦੀ ਡਿਊਟੀ ਹੈ ਕਿ ਸੋਚੋ, ਉਹ ਕੁਛ ਹੋਰ ਹੀ ਸੋਚੀ ਜਾਂਦੇ ਆ। ਨਹੀਂ ਸੋਚਣ ਦੀ ਕਿਹਾ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਉਹ ਕਹਿੰਦੇ ਵੀ ਝਾੜ ਘਟਿਆ ਜੀ। ਪੰਜਾਬ ਸਰਕਾਰ ਨੂੰ ਚਾਹੀਦਾ 500 ਰੁਪਈਆ ਪ੍ਰਤੀ ਕੁਆਂਟਲ ਜੀ, ਇਹ ਨਾਲ ਮੁਆਵਜ਼ਾ ਕਹਿ ਲਓ ਜਾਂ ਨਾਲ ਕਹਿ ਲਓ ਕਿ ਵੀ ਸਹਾਇਤਾ ਜਿਹੜੀ ਆ ਉਹ ਦੇਵੇ ਪੰਜਾਬ ਸਰਕਾਰ, ਪ੍ਰਤੀ ਕੁਆਂਟਲ 500 ਰੁਪਈਆ। ਇਹ ਗੱਲ ਫੇਰ ਬਣਦੀ ਹੈ, ਇਹ ਬਣਦੀ ਗੱਲ। ਇੱਕ ਸੰਧਾਲੀਆ ਸਾਹਿਬ ਮੇਰੇ ਮਨ ਦੇ ਵਿੱਚ ਆਉਂਦਾ ਸੀ ਕਿ ਆਪਾਂ ਗੱਲ ਜ਼ਰੂਰ ਹੀ ਕਰਨੀ ਹੈ, ਚਾਹੇ ਕੋਈ 20 ਵਾਰੀ ਰੋਕੇ। ਪਿਛਲੇ ਦਿਨੀ ਭਗਵੰਤ ਮਾਨ ਸਾਹਿਬ ਨੇ ਚਰਖਾ ਕੱਤਿਆ ਸੀ ਗੁਜਰਾਤ 'ਚ ਜਾ ਕੇ, ਤੇ ਗੁਜਰਾਤ ਦੇ ਵਿੱਚ ਇਹ ਕਿਹਾ ਸੀ ਜੀ ਦੇਖੋ ਗੁਜਰਾਤ ਦੇ ਇੱਕ ਸ਼ਹਿਰ ਦੇ ਵਿੱਚ ਤਾਂ ਅਸੀਂ ਕਾਂਗਰਸ ਤੋਂ ਵੱਡੀ ਪਾਰਟੀ ਬਣ ਗਏ ਆ, ਹੁਣ ਤਾਂ ਲੋਕਾਂ ਦਾ ਪੰਜਾਬ ਦੀ ਜਿੱਤ ਤੋਂ ਬਾਅਦ ਸਭ ਤੋਂ ਵੱਧ ਧਿਆਨ ਹੀ ਇੱਧਰਲੇ ਪਾਸੇ ਹੈ ਕਿ ਆਮ ਆਦਮੀ ਪਾਰਟੀ ਗੁਜਰਾਤ ਦੇ ਵਿੱਚ ਕਿਹੋ ਜਿਹਾ ਪ੍ਰਦਰਸ਼ਨ ਕਰੂਗੀ। ਤੇ ਉਹਦੇ ਤੋਂ ਬਾਅਦ ਲਗਾਤਾਰ ਇਹ ਚਰਚਾ ਚੱਲਦੀ ਸੀ ਕਿ ਕਾਂਗਰਸ ਪਾਰਟੀ ਵੀ ਹੁਣ ਗੁਜਰਾਤ ਦੇ ਵਿੱਚ ਸਰਗਰਮੀ ਤੇਜ਼ ਕਰ ਦਊ, ਕਿਉਂਕਿ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਗਈ ਹੈ ਉਹਨੇ ਕਾਂਗਰਸ ਪਾਰਟੀ ਨੂੰ ਪਛਾੜ ਦਿੱਤਾ। ਆਪ ਮੁੱਖ ਵਿਰੋਧੀ ਧਿਰ ਜਾਂ ਸੱਤਾਧਾਰੀ ਧਿਰ ਬਣ ਗਈ ਹੈ, ਜਿਵੇਂ ਉਹਨਾਂ ਨੇ ਦਿੱਲੀ 'ਚ ਕੀਤਾ, ਜਿਵੇਂ ਪੰਜਾਬ ਦੇ ਵਿੱਚ ਕੀਤਾ, ਤੇ ਹੁਣ ਇੱਧਰਲੇ ਪਾਸੇ ਸ਼ੁਰੂ ਹੋ ਗਿਆ। ਹੁਣ ਕੀ ਸੱਚੀ ਮੁੱਚੀ ਆਮ ਆਦਮੀ ਪਾਰਟੀ ਉੱਥੇ ਕਾਂਗਰਸ ਪਾਰਟੀ ਦਾ ਬਦਲ ਬਣ ਜੂ? ਕਿਉਂਕਿ ਜਿਹੜੇ ਸ਼ਹਿਰ ਦੇ ਵਿੱਚ ਸੂਰਤ ਦੇ ਵਿੱਚ ਜਿੱਤੇ ਉਹ ਵਿਰੋਧੀ ਧਿਰ 'ਚ ਆਏ, ਕਾਂਗਰਸ ਨੂੰ ਵੀ ਪਛਾੜ ਕੇ ਆਏ, ਨੰਬਰ 1 ਤੇ ਭਾਰਤੀ ਜਨਤਾ ਪਾਰਟੀ ਹੈ। ਹੁਣ ਸੰਧਾਲੀਆ ਸਾਹਿਬ ਹੋਇਆ ਕੀ ਹੈ, ਤੁਸੀਂ ਦੇਖੋ ਕਿ ਕਾਂਗਰਸ ਦਾ ਤਾਣਾ ਬਾਣਾ ਇੰਨਾ ਉਲਝਿਆ, ਕੇਜਰੀਵਾਲ ਸਾਹਿਬ ਨੇ ਕੋਈ ਨਾ ਕੋਈ ਮੀਟਰ ਲਾ ਕੇ ਚੈੱਕ ਤਾਂ ਕੀਤਾ ਹੋਣਾ ਕਿ ਇੱਥੇ ਸਾਡੀਆਂ ਸੰਭਾਵਨਾਵਾਂ ਕਿੱਦਾਂ ਦੀਆਂ। ਤਾਣਾ ਬਾਣਾ ਇੰਨਾ ਉਲਝ ਗਿਆ ਕਿ ਇੱਕ ਪਾਰਟੀਦਾਰ ਅੰਦੋਲਨ ਚੱਲਿਆ ਸੀ ਗੁਜਰਾਤ ਦੇ ਵਿੱਚ, ਹਾਰਦਿਕ ਪਟੇਲ ਨੇ ਅਗਵਾਈ ਕੀਤੀ ਸੀ, ਨੌਜਵਾਨ ਲੀਡਰ ਹੈ ਉਹ। ਪਾਰਟੀਦਾਰ ਭਾਈਚਾਰਾ ਹਾਰਦਿਕ ਪਟੇਲ ਦੇ ਪਿੱਛੇ ਲੱਗ ਗਿਆ। ਕਾਂਗਰਸ ਪਾਰਟੀ ਨੇ ਹਾਰਦਿਕ ਪਟੇਲ ਦੇ ਉੱਤੇ ਡੋਰੇ ਪਾਏ, ਉਹਨੂੰ ਕਾਂਗਰਸ ਪਾਰਟੀ ਦਾ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਣਾਤਾ ਕਿ ਭਾਈ ਆਪਦੇ ਭਾਈਚਾਰੇ ਦੀਆਂ ਸਾਰੀਆਂ ਵੋਟਾਂ ਲੈ ਕੇ ਆਈ। ਠੀਕ ਗੱਲ ਹੈ। ਇਹਦੇ ਬਾਵਜੂਦ ਵੀ ਕਾਂਗਰਸ ਪਾਰਟੀ ਇਲੈਕਸ਼ਨ ਗੁਜਰਾਤ ਦੇ ਵਿੱਚ ਪਿਛਲੇ ਵਾਰੀ ਦੇ ਹਾਰ ਗਈ। ਐਤਕੀ ਹੁਣ ਅਗਲੇ ਸਾਲ ਇਲੈਕਸ਼ਨ ਹੋਣੀ ਹੈ, ਉਹਦੀ ਤਿਆਰੀ ਹੈ। ਪਰ ਇੱਕ ਹਾਰਦਿਕ ਪਟੇਲ ਨੇ ਇੰਟਰਵਿਊ ਦੇ ਦਿੱਤੀ ਜਿਹਦੇ ਤੋਂ ਸਾਫ਼ ਪਤਾ ਲੱਗ ਗਿਆ ਕਿ ਕੇਜਰੀਵਾਲ ਸਾਹਿਬ ਜਾ ਕੇ ਗੁਜਰਾਤ 'ਚ ਮੁੱਛਾਂ ਨੂੰ ਵੱਟ ਕਿਉਂ ਦਿੰਦੇ ਆ। ਹਾਰਦਿਕ ਪਟੇਲ ਹੋਰੀ ਕਹਿੰਦੇ ਜੀ ਦੇਖੋ ਮੈਂ ਕਾਂਗਰਸ ਪਾਰਟੀ ਦੇ ਵਿੱਚ ਆਇਆ ਸੀ ਤੇ ਬਹੁਤ ਸਾਰੀਆਂ ਆਸਾਂ ਲੈ ਕੇ ਆਇਆ ਸੀ, ਹੁਣ ਕਹਿੰਦੇ ਮੈਨੂੰ ਹੌਲੀ ਹੌਲੀ ਸਮਝ ਆ ਗਈ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਣ ਕੇ ਕਿ ਕਾਂਗਰਸ ਪਾਰਟੀ
20-25 ਸਾਲ ਤੋਂ ਗੁਜਰਾਤ ਦੇ ਵਿੱਚ ਜਿੱਤ ਕੇ ਆਉਣੀ ਸਕੀ। ਉਹ ਕਹਿੰਦੇ ਜਦ ਬਹਿਣਾ ਹੀ ਨਹੀਂ ਇਕੱਠੇ ਹੋ ਕੇ, ਜਿੰਨੇ ਮੂੰਹ ਨੇ ਉਨੇ ਹੀ ਇਹਨਾਂ ਦੇ ਵਾਅਦੇ ਨੇ, ਜਿੰਨੇ ਮੂੰਹ ਨੇ ਉਨੀਆਂ ਹੀ ਗੱਲਾਂ ਨੇ, ਇੱਕ ਲੀਡਰ ਦੀ ਦੂਜੇ ਨਾਲ ਕਦੇ ਬਣਦੀ ਨਹੀਂ, ਤਾਂ ਫਿਰ ਜਿੱਤ ਕਿੱਥੋਂ ਜਾਣਗੇ? ਇਸੇ ਕਰਕੇ ਭਾਰਤੀ ਜਨਤਾ ਪਾਰਟੀ ਮਜ਼ਬੂਤ ਹੋਈ ਜਾਂਦੀ ਹੈ। ਦੂਸਰਾ, ਉਹਨਾਂ ਨੇ ਸੰਧਾਲੀਆ ਸਾਹਿਬ ਇੱਥੋਂ ਤੱਕ ਕਹਿ ਦਿੱਤਾ, ਉਹ ਕਹਿੰਦੇ ਜੀ ਮੈਂ ਕਾਰਜਕਾਰੀ ਪ੍ਰਧਾਨ ਜ਼ਰੂਰ ਹਾਂ ਸੂਬਾ ਕਾਂਗਰਸ ਦਾ, ਪਰ ਬਹੁਤੇ ਲੀਡਰ ਮੇਰੇ ਨਾਲ ਖਾਰ ਖਾਈ ਜਾਂਦੇ ਆ, ਮੈਨੂੰ ਕੋਈ ਸਹਿਯੋਗ ਨਹੀਂ ਦਿੰਦੇ, ਮੈਨੂੰ ਤੰਗ ਪਰੇਸ਼ਾਨ ਕਰਦੇ ਆ, ਮੇਰਾ ਕੰਮ ਕਰਨਾ ਔਖਾ ਹੋ ਗਿਆ। ਤੇ ਨਾਲ ਦੀ ਨਾਲ ਉਹ ਕਹਿੰਦੇ ਮੈਂ ਕਈ ਵਾਰੀ ਕਾਂਗਰਸ ਪਾਰਟੀ ਦੇ ਸਭ ਤੋਂ ਜ਼ਮੀਨੀ ਪੱਧਰ ਤੇ ਤਾਕਤਵਰ ਲੀਡਰ ਨੇ ਰਾਹੁਲ ਗਾਂਧੀ, ਮੈਂ ਉਹਨਾਂ ਨੂੰ ਮਿਲਿਆ, ਮੈਂ ਜਾ ਕੇ ਕਿਹਾ ਕਿ ਰਾਹੁਲ ਗਾਂਧੀ ਜੀ ਭਾਜਪਾ ਨਹੀਂ ਜਿੱਤਦੀ, ਉੱਥੇ ਆਪਣੇ ਬੰਦਿਆਂ ਦਾ ਇੱਕ ਸੁਰ ਨਾ ਹੋਣਾ ਹਾਰਦਾ, ਤੇ ਮੈਨੂੰ ਤਾਂ ਕਿਤੇ ਕੰਮ ਹੀ ਨਹੀਂ ਕਰਨ ਦਿੰਦੇ। ਪਰ ਕਹਿੰਦੇ ਜਿੰਨੀ ਵਾਰੀ ਮੈਂ ਰਾਹੁਲ ਗਾਂਧੀ ਸਾਹਿਬ ਕੋਲ ਗਿਆ, ਮਿਲਦੇ ਬਹੁਤ ਵਧੀਆ, ਚਾਹ ਦਾ ਕੱਪ ਪਿਲਾਉਂਦੇ ਆ, ਨਾਲ ਬਿਸਕੁਟ ਖਵਾਉਂਦੇ ਆ। ਇਹ ਵੀ ਕਹਿੰਦੇ ਮੈਂ ਕਾਰਵਾਈ ਕਰੂੰਗਾ, ਪਰ ਕਾਰਵਾਈ ਕਦੀ ਉਹਨਾਂ ਨੇ ਵੀ ਨਹੀਂ ਕੀਤੀ। ਮੈਂ ਬਹੁਤ ਨਿਰਾਸ਼ ਹਾਂ। ਇਹਨੇ ਨਿਰਾਸ਼ ਕਰਕੇ ਦੇਖੋ ਨਾ, ਕਾਰਨ ਹੈ ਵੀ ਇਕੱਲੀ ਗੁਜਰਾਤ ਦੀ ਗੱਲ ਤਾਂ ਹੈ ਨਹੀਂ ਜੀ। ਪੰਜਾਬ ਦੀ ਉਦਾਹਰਨ ਆਪਣੇ ਕੋਲੇ ਹੈਗੀ ਆ, ਹੋਰ ਵੱਖ-ਵੱਖ ਸਟੇਟਾਂ ਦੀ ਆਪਣੇ ਕੋਲੇ ਹੈਗੀ ਹੈ। ਇਹਦਾ ਮਤਲਬ ਕੋਈ ਨਾ ਕੋਈ ਤਾਰ ਤੇ ਐਸੀ ਗਲਤ ਜੁੜੀ ਹੈ ਜੀ ਕਾਂਗਰਸ ਪਾਰਟੀ ਦੇ ਵਿੱਚ ਹੀ, ਜਿਹੜੀ ਤਾਰ ਛਾਟ ਮਾਰਦੀ ਜੀ। ਜਿੱਦਾਂ ਕਹਿੰਦੇ ਵੀ ਯਾਰ ਬਾਕੀ ਤਾਂ ਠੀਕ ਹੈ, ਪਤਾ ਨਹੀਂ ਕਰੰਟ ਜਿਹਾ ਆਉਂਦਾ, ਉਹ ਜਿਹੜਾ ਕਰੰਟ ਜਿਹਾ ਆਉਂਦਾ ਨਾ, ਮੈਨੂੰ ਲੱਗਦਾ ਵੀ ਉਹੀ ਕਿਤੇ ਨਾ ਕਿਤੇ ਕਸੂਰ ਆ। ਹੁਣ ਇਹ ਤੇ ਗੱਲ ਪੱਕੀ ਆ ਵੀ ਜੇ ਹਰੇਕ ਸਟੇਟ ਦੇ ਵਿੱਚ ਹੀ ਕਾਂਗਰਸ ਪਾਰਟੀ ਦੇ ਵਿੱਚ ਖਲਾਰਾ, ਤੇ ਕਿਤੇ ਨਾ ਕਿਤੇ ਇਹ ਸਾਰੇ ਕੁਝ ਦੀ ਗੱਲ ਉੱਪਰ ਹਾਈ ਕਮਾਂਡ ਤੇ ਜਾਣੀ ਜੀ। ਕਿਉਂਕਿ ਜੇ ਹਾਈ ਕਮਾਂਡ ਤਕੜੀ ਹੋਵੇ, ਉਹਨੂੰ ਪਤਾ ਹੋਵੇ ਵੀ ਕਿਹੜੀ ਤਾਰ ਨੂੰ ਆਪਾਂ ਕਿੱਦਾਂ ਜੋੜਨਾ ਵੀ ਉਹ ਕਰੰਟ ਨਾ ਮਾਰੇ ਤੇ ਸਹੀ ਕੰਮ ਕਰੇ, ਤੇ ਫਿਰ ਤੇ ਸਾਰੇ ਮਸਲੇ ਹੱਲ ਹੋ ਜਾਣ। ਤੇ ਆਪਾਂ ਮੇਰੇ ਖਿਆਲ ਹੁਣ ਤਾਂ ਕਈ ਸਾਲ ਹੋ ਗਏ ਇਸ ਚੀਜ਼ ਨੂੰ ਦੇਖਦਿਆਂ ਨੂੰ ਵੀ ਹਾਈ ਕਮਾਂਡ ਦੇ ਵਿੱਚ ਵੀ ਇਸ ਚੀਜ਼ ਦਾ ਰੌਲਾ ਵੀ ਹਾਂ ਵੀ ਕਿਹਨੂੰ ਦੇਣੀ ਹੈ ਵਾਗਡੋਰ, ਸੋਨੀਆ ਗਾਂਧੀ ਜੀ ਕੋਲ ਹੋਵੇ, ਰਾਹੁਲ ਗਾਂਧੀ ਜੀ ਨੂੰ ਰੱਖਣਾ, ਨਹੀਂ ਜੀ ਹੁਣ ਤਾਂ ਉਹਨਾਂ ਦੇ ਭੈਣ ਜੀ ਆ ਗਏ ਜੀ, ਉਹਨਾਂ ਨੂੰ ਵਾਗਡੋਰ ਦਿੱਤੀ ਜਾਵੇ। ਅਜੇ ਹੁਣ ਉਹਨਾਂ ਤਿੰਨਾਂ ਲੀਡਰਾਂ ਦੇ ਵਿੱਚ ਹੀ ਅਲੱਗ-ਅਲੱਗ ਸਪੋਰਟਰ ਬਣ ਗਏ, ਸੋਨੀਆ ਜੀ ਦੇ ਆਪਣੇ ਨੇ, ਰਾਹੁਲ ਹੋਰਾਂ ਦੇ ਆਪਣੇ ਨੇ, ਪ੍ਰਿਅੰਕਾ ਹੋਰਾਂ ਦੇ ਆਪਣੇ ਨੇ, ਤੇ ਉਹਨਾਂ ਤਿੰਨਾਂ ਦੇ ਵੀ ਉਲਟੋ ਬਾਈਆਂ ਤਈਆਂ ਵਾਲਾ ਜਿਹੜਾ ਜਥਾ ਉਹ ਵੱਖਰਾ ਤੁਰਿਆ ਫਿਰਦਾ ਵੀ ਨਾ ਇਹਨਾਂ ਤਿੰਨਾਂ ਨੂੰ ਵੀ ਪਾਸੇ ਕਰ ਦਿਓ। ਹੁਣ ਜੇ ਉੱਪਰਲੇ ਲੈਵਲ ਤੱਕ ਇਸ ਪੱਧਰ ਦੀ ਲੜਾਈ ਹੋਊਗੀ ਤੇ ਸਟੇਟਾਂ 'ਚ ਤੁਹਾਨੂੰ ਪਤਾ ਹੈ ਵੀ ਕੀ ਬਣਨਾ। ਸੰਧਾਲੀਆ ਸਾਹਿਬ, ਵੈਸੇ ਆ ਗੱਲ ਤੁਹਾਡੀ ਮੇਰੇ ਮਨ ਨੂੰ ਲੱਗੀ ਹੈ ਕਿ ਤਿੰਨਾਂ ਦੇ ਆਪੋ ਆਪਣੇ ਧੜੇ ਬਣ ਗਏ, ਤੇ ਧੜੇ ਇੰਨੇ ਮਜ਼ਬੂਤ ਹੈ ਕਿ ਜੇ ਬੀਬੀ ਪ੍ਰਿਅੰਕਾ ਗਾਂਧੀ ਆਪਣੇ ਧੜੇ ਨੂੰ ਨਾਲ ਲੈ ਕੇ ਯੂਪੀ ਦੀ ਇਲੈਕਸ਼ਨ ਲੜਦੇ ਤਾਂ ਬੁਰੇ ਤਰੀਕੇ ਹਾਰਦੇ ਆ। ਜੇ ਰਾਹੁਲ ਗਾਂਧੀ ਕਿਸੇ ਹੋਰ ਸੂਬੇ ਦੀ, ਪੰਜਾਬ ਵਰਗੇ ਸੂਬੇ ਦੀ ਇਲੈਕਸ਼ਨ ਆਪਣੇ ਸਾਥੀਆਂ ਨਾਲ ਲੈ ਕੇ ਅੱਗੇ ਹੋ ਕੇ ਲੜਦੇ ਆ ਤਾਂ ਬੁਰੇ ਤਰੀਕੇ ਹਾਰਦੇ ਆ। ਤੇ ਬੀਬੀ ਸੋਨੀਆ ਗਾਂਧੀ ਦੀ ਅਗਵਾਈ ਤੇ ਕਾਂਗਰਸ ਪਾਰਟੀ ਬਹੁਤ ਵਾਰੀ ਹਾਰ ਚੁੱਕੀ ਹੈ। ਹੁਣ ਜੇ ਇਹਨਾਂ ਨੂੰ ਅਜੇ ਤੱਕ ਇੰਨਾ ਹੀ ਨਹੀਂ ਸਮਝ ਆਉਂਦਾ ਕਿ ਅਸੀਂ ਅੱਡ-ਅੱਡ ਧੜੇ ਬਣਾ ਲਏ, ਧੜੇ ਬਣਾ ਕੇ ਨੁਕਸਾਨ ਕਰਤਾ, ਕਾਂਗਰਸ ਪਾਰਟੀ ਜਿਹੜੀ ਹੈ ਜ਼ੀਰੋ ਹੋ ਚੱਲੀ ਦੇਸ਼ ਦੇ ਵਿੱਚ, ਅਜੇ ਵੀ ਨਹੀਂ ਸਮਝ ਆਉਂਦਾ, ਤਾਂ ਇਹਨਾਂ ਨੂੰ ਫਿਰ ਸਮਝ ਆਉਣਾ ਨਹੀਂ। ਇਹਨਾਂ ਨੇ ਕਰੀ ਜ਼ੀਰੋ ਤੇ ਜਾ ਕੇ ਜਦੋਂ ਸ਼ੂਨਯ ਹੋ ਗਿਆ ਨਾ, ਕਿ ਸ਼ੂਨਯ ਬਿਲਕੁਲ ਹੀ ਸਿਫਰ, ਜ਼ੀਰੋ, ਉਦੋਂ ਫਿਰ ਇਹਨਾਂ ਨੂੰ ਰਾਹ ਨਹੀਂ ਲੱਭਣਾ ਕਿਧਰਲੇ ਪਾਸੇ। ਜੇ ਇਹਨਾਂ ਦੇ ਆਹੀ ਹਾਲਾਤ ਰਹੇ, ਆਮ ਆਦਮੀ ਪਾਰਟੀ ਨੂੰ ਮੌਕਾ ਮਿਲ ਜਾਣਾ ਕਿ ਵਧੂਗਾ ਜੀ, ਮਿਲ ਜਾਣਾ। ਮੇਰੇ ਖਿਆਲ ਨਾਲ ਇੱਕ ਚੀਜ਼ ਤੇ ਹੋਰ ਜਿਹੜੀ ਧਿਆਨ ਦੇਣ ਵਾਲੀ ਹੈ ਉਹ ਇਹ ਹੈ ਕਿ ਜੇ ਸਭ ਤੋਂ ਪੁਰਾਣੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਪਾਰਟੀ ਜੀ, ਉਹ ਕਾਂਗਰਸ ਪਾਰਟੀ ਜੇ ਪਹਿਲਾਂ ਸਾਰਾ ਕੁਝ ਦਰੁਸਤ ਚੱਲਦਾ ਸੀ ਤੇ ਉਦੋਂ ਉਹਦੇ 'ਚ ਕੀ ਖਾਸ ਗੱਲ ਸੀ, ਤੇ ਜੇ ਹੁਣ ਨਹੀਂ ਚੱਲਦਾ ਤੇ ਉਦੋਂ ਕੀ ਕਮੀ ਆ ਗਈ। ਦੂਜੀ ਗੱਲ, ਜੇ ਆਪਾਂ ਆਂਢ ਗੁਆਂਢ ਵਾਲੀਆਂ ਪਾਰਟੀਆਂ ਦੀ ਗੱਲ ਕਰ ਲਈ, ਇਸ ਵਕਤ ਟੱਕਰ ਤੇ ਬੀਜੇਪੀ ਨੇ ਦਿੱਤੀ ਸਾਰੇ ਥਾਵਾਂ ਦੇ ਉੱਤੇ। ਹੁਣ ਬੀਜੇਪੀ ਦੀ ਤੁਸੀਂ ਇਹ ਦੇਖ ਲਓ ਵੀ ਜੇ ਲੀਡਰਸ਼ਿਪ ਉੱਪਰ 1 2 3 ਚਿਹਰੇ ਨਜ਼ਰ ਆਉਂਦੇ ਨੇ ਜੀ, ਤੇ ਉਹਨਾਂ ਚਿਹਰਿਆਂ ਤੋਂ ਇਲਾਵਾ ਹੋਰ ਥੱਲੇ ਕੋਈ ਨਜ਼ਰ ਨਹੀਂ ਆਉਂਦਾ। ਜੇ ਉੱਪਰੋਂ ਕੋਈ ਹੁਕਮ ਆਰਡਰ ਆ ਜਾਂਦਾ ਤੇ ਅਗਲੇ ਥੱਲੇ ਤੱਕ ਉਹੀ ਮੰਨਦੇ ਨੇ ਵੀ ਜੋ ਕਹਿਤਾ ਉਹੀ ਕਰਨਾ। ਉਹਦੀ ਇੱਕ ਬੜੀ ਵਧੀਆ ਉਦਾਹਰਨ ਆਪਾਂ ਪਿਛਲੇ ਕਿਸਾਨ ਅੰਦੋਲਨ ਦੀ ਦੇ ਦਿੰਦੇ ਆ ਵੀ ਸਾਲ, ਸਵਾ ਸਾਲ, 1.5 ਸਾਲ ਕਈ ਕੁਝ ਚੱਲਿਆ। ਹਰੇਕ ਬੰਦਾ ਕਹਿੰਦਾ ਸੀ ਵੀ ਯਾਰ ਵੀਰ ਤੂੰ ਇੱਥੇ ਗਲਤ ਆ, ਪਰ ਜਿਹੜਾ ਬੰਦਾ ਲੀਡਰ ਹੁਣ ਪਾਰਟੀ ਜਿੰਨੇ ਰਹਿਣਾ ਸੀ ਉਹਨੂੰ ਪਤਾ ਵੀ ਹੁੰਦਾ ਸੀ ਵੀ ਮੈਂ ਗਲਤ ਆ, ਪਾਰਟੀ ਗਲਤ ਆ, ਪਰ ਉਹ ਕਦੀ ਮੰਨਿਆ ਨਹੀਂ। ਹਾਂ, ਉਹਦੇ 'ਚੋਂ 2-4 ਬੰਦੇ ਜ਼ਰੂਰ ਖਿਸਕੇ ਜਿਨ੍ਹਾਂ ਨੇ ਲਾਂਭੇ ਹੋਏ ਵੀ ਨਹੀਂ ਯਾਰ ਇਹ ਪਾਰਟੀ ਠੀਕ ਨਹੀਂ, ਇੱਦਾਂ ਉੱਦਾਂ, ਜਿਹੜੇ ਚੱਲ ਗਏ, ਪਰ ਬਹੁਤਾ ਕਰਕੇ ਅਗਲੇ ਕਹਿੰਦੇ ਵੀ ਯਾਰ ਜੇ ਉਹਨਾਂ ਨੇ ਕਹਿਤਾ ਤੇ ਸਹੀ ਆ ਤੇ ਸਹੀ ਆ। ਜਿੱਦਣ ਨੂੰ ਉਹਨਾਂ ਨੇ ਖੇਤੀ ਅੰਦੋਲਨ ਨੂੰ ਖਤਮ ਕਰਨ ਦੇ ਲਈ ਕਾਨੂੰਨ ਖਤਮ ਕੀਤੇ ਵੀ ਨਹੀਂ ਯਾਰ ਚਲੋ ਇਹ ਵਾਪਸ ਲੈਂਦੇ ਆ, ਉਹ ਦਿਨ ਬਿਲਕੁਲ ਹੀ ਉਹੀ ਉਲਟੇ ਬਿਆਨ, ਬਿਲਕੁਲ ਜੀ ਉਹਨਾਂ ਨੇ ਕੀਤਾ ਤੇ ਕੀਤਾ। ਮਤਲਬ ਕਹਿਣ ਤੋਂ ਇਹ ਵੀ ਜੋ ਹਾਈ ਕਮਾਂਡ ਜਾਂ ਜੋ ਉੱਪਰਲੀ ਲੀਡਰਸ਼ਿਪ ਕਹਿੰਦੀ ਆ ਥੱਲੇ ਤੱਕ ਉਸੇ ਸੁਰ 'ਚ ਹੀ। ਤੇ ਇੱਥੇ ਆਪਾਂ ਜਦੋਂ ਕਾਂਗਰਸ ਪਾਰਟੀ ਵਾਲੇ ਪਾਸੇ ਦੇਖਦੇ ਹਾਂ, ਉੱਪਰੋਂ ਹਾਈ ਕਮਾਂਡ ਕੁਛ ਕਹਿੰਦੀ ਆ, ਉਹਨਾਂ ਵੱਲੋਂ ਲਾਇਆ ਇੰਚਾਰਜ ਕੁਛ ਕਹਿੰਦਾ, ਇੰਚਾਰਜ ਦੇ ਨਾਲ ਪ੍ਰਧਾਨ ਕੁਛ ਕਹਿੰਦਾ, ਪ੍ਰਧਾਨ ਜੀ ਦੇ ਨਾਲ ਜਿਹੜੇ ਥੱਲੇ ਵਾਲੇ ਲੋਕਲ ਪ੍ਰਧਾਨ ਹੁੰਦੇ ਆ ਉਹ ਕੁਛ ਕਹਿੰਦੇ ਆ, ਤੇ ਫਿਰ ਗੱਡੀ ਕਿੱਥੋਂ ਚੱਲਣੀ? ਨਹੀਂ, ਗੱਡੀ ਦੇਖੋ ਚੱਲ ਪੈਣੀ ਹੈ। ਇੱਕ ਕਾਰਨ ਦੱਸੋ ਨੋਟਿਸ ਕੱਢਿਆ, ਇੱਕ ਬੰਦਾ ਕੱਢਿਆ ਸਰਜੀਤ ਸਿੰਘ ਧਮਾਨ, ਤੇ ਕਾਰਨ ਦੱਸੋ ਨੋਟਿਸ ਜਿਹੜਾ ਉਹ ਕੱਢਿਆ ਸੁਨੀਲ ਜਾਖੜ ਨੂੰ। ਜਾਣੀ ਕਿ ਇੰਨੀ ਪਾਰਦਰਸ਼ੀ ਨੀਤੀ ਹੈ। ਹਾਲਾਂਕਿ ਸ਼ਮਸ਼ੇਰ ਸਿੰਘ ਦੂਲੋ ਹੋਰਾਂ ਨੇ ਚੱਲਦੀ ਇਲੈਕਸ਼ਨ 'ਚ ਦੋਸ਼ ਲਾਏ ਸੀ ਕਿ ਭਾਈ ਪਾਰਟੀ ਦੀਆਂ ਟਿਕਟਾਂ ਵਿਕੀਆਂ। ਇਹਨਾਂ ਬੰਦਿਆਂ ਨੇ, ਜਿਹੜੇ ਬੰਦੇ 2 ਨੰਬਰ ਦਾ ਕੰਮ ਕਰਦੇ ਆ, ਉਹਨਾਂ ਦੇ ਕਹਿਣ ਤੇ ਉਹਨਾਂ ਦੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ। ਦੂਲੋ ਸਾਹਿਬ ਨੂੰ ਕੋਈ ਨੋਟਿਸ ਨਹੀਂ। ਰਾਣਾ ਗੁਰਜੀਤ ਸਿੰਘ ਹੋਰੀ
ਆਪਣੇ ਆਜ਼ਾਦ ਉਮੀਦਵਾਰ ਦੇ ਰੂਪ 'ਚ ਖੜੇ ਬੇਟੇ ਦੇ ਹੱਕ 'ਚ ਪ੍ਰਚਾਰ ਕਰਦੇ ਰਹੇ, ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਸ਼ਰੇਆਮ, ਕੋਈ ਲੋਕਲ ਕੋ ਨਹੀਂ, ਉਹਨਾਂ ਦੇ ਖਿਲਾਫ ਤਾਂ ਕੋਈ ਕਾਰਵਾਈ ਨਹੀਂ। ਸਿੱਧੂ ਸਾਹਿਬ ਨੇ ਬੀਬੀ ਪ੍ਰਿਯੰਕਾ ਗਾਂਧੀ ਦੇ ਸਾਹਮਣੇ ਭਾਸ਼ਣ ਨਹੀਂ ਸੀ ਦਿੱਤਾ, ਉਹਨਾਂ ਦੇ ਖਿਲਾਫ ਤਾਂ ਕੋਈ ਕਾਰਵਾਈ ਨਹੀਂ। ਮਨੀਸ਼ ਤਿਵਾੜੀ ਹੋਰਾਂ ਨੇ, ਉਧਰਲੇ ਪਾਸੇ ਜਸਵੀਰ ਸਿੰਘ ਡਿੰਪਾ ਹੋਰਾਂ ਨੇ ਕੀ ਕੁਝ ਨਹੀਂ ਸੀ ਕਿਹਾ, ਬਾੜਮੇਰ ਦਾ ਠੱਗ ਤੱਕ ਕਹਿਤਾ ਸੀ ਕਾਂਗਰਸ ਪਾਰਟੀ ਦੇ ਸੂਬਾ ਇੰਚਾਰਜ ਨੂੰ, ਉਹਨਾਂ ਦੇ ਖਿਲਾਫ ਤਾਂ ਕੋਈ ਕਾਰਵਾਈ ਨਹੀਂ। ਯਾਨੀ ਜਿੰਨੇ ਫਾਰਮੂਲੇ ਤੁਸੀਂ ਲਾਗੂ ਕੀਤੇ ਸਾਰੇ ਫੇਲ ਹੋ ਗਏ। ਕਾਰਵਾਈਆਂ ਤੁਸੀਂ ਚੁਣ ਚੁਣ ਕੇ ਕਰਦੇ ਹੋ, ਤੇ ਜੇ ਹਾਲਾਤ ਇਦਾਂ ਦੇ ਰਹੇ ਫਿਰ ਤਾਂ ਠੀਕ ਹੀ ਹੈ ਭਾਈ। ਹਾਂਜੀ ਚਲੋ ਇਹ ਹੁਣ ਕਾਂਗਰਸ ਪਾਰਟੀ ਜਾਣੇ ਭਾਈ ਸਾਹਿਬ, ਕਿਉਂਕਿ ਪਾਰਟੀ ਉਹਨਾਂ ਦੀ ਜੀ, ਚਲਾਉਣੀ ਉਹਨਾਂ ਨੇ, ਆਹਾ ਤੇ ਜੇ ਚੱਲਦੀ ਹੈ ਤੇ ਠੀਕ ਹੈ। ਜਿੱਦਾਂ ਟਰੱਕਾਂ ਮਾਰ ਲਿਆ ਜੇ ਲੰਘਦੀ ਤੇ ਲੰਘਾ ਲਾ, ਨਹੀਂ ਤੇ ਫਿਰ ਪਿੱਛੇ ਲਾ ਲਾ। ਜੀ, ਉਹੀ ਕੰਮ ਇਹਨਾਂ ਦਾ ਵੀ ਜੇ ਚੱਲਦੀ ਹੈ ਤੇ ਚਲਾ ਲੈਣੀ ਤੇ ਫਿਰ ਠੀਕ ਹੈ, ਮਗਰ ਤਾਂ ਲੱਗੇ ਹੀ ਆ ਆਲਰੇਡੀ। ਨਹੀਂ ਲੱਗੇ ਆ। ਬਾਕੀ ਦਿੱਲੀ ਦੇ ਵਿੱਚ ਨਾ ਮੀਟਿੰਗਾਂ ਕਹਿੰਦੇ ਚੱਲ ਰਹੀਆਂ, ਅਜੇ ਪੁਸ਼ਟੀ ਨਹੀਂ ਹੋਈ। ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਕਹਿੰਦੇ 3 ਹਫ਼ਤੇ ਹੋ ਗਏ ਉਹ ਦਿੱਲੀ ਜਾਂਦੇ ਆ, ਦਿੱਲੀ ਸਰਕਾਰ ਦੇ ਨਾਲ ਮੀਟਿੰਗਾਂ ਕਰਦੇ ਆ ਕਿ ਭਾਈ 2018 ਦੀਆਂ ਸਾਡੀਆਂ ਸਰਕਾਰੀ ਬੱਸਾਂ ਦਿੱਲੀ ਏਅਰਪੋਰਟ ਤੇ ਜਾ ਨਹੀਂ ਰਹੀਆਂ, ਬੰਦ ਨੇ, ਦਬਾਅ ਬੜਾ, ਪ੍ਰੈਸ਼ਰ ਬੜਾ। ਅਸੀਂ ਲੋਕਾਂ ਦੇ ਵਿੱਚ ਵਾਅਦਾ ਕਰਕੇ ਆਏ ਆ ਕਿ ਜੇ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਚਲਾਵਾਂਗੇ ਬੱਸਾਂ। ਉਧਰ ਦਿੱਲੀ ਦੀ ਸਰਕਾਰ ਆਪਣੇ ਤਰਕ ਦਿੰਦੀ ਹੋਊਗੀ ਜੋ ਵੀ ਗੱਲ ਹੈ। ਹੁਣ ਤੁਸੀਂ ਦੇਖੋ ਕਿ 2018 ਦੇ ਵਿੱਚ ਕੰਮ ਸ਼ੁਰੂ ਹੋਇਆ ਸੀ ਦੁਬਾਰਾ, ਪਰ ਮਹੀਨੇ ਕੁ ਬਾਅਦ ਹੀ ਦਿੱਲੀ ਸਰਕਾਰ ਨੇ ਸਖਤੀ ਕਰ ਦਿੱਤੀ ਸੀ, ਉਸ ਤੋਂ ਬਾਅਦ ਬੰਦ ਹੋ ਗਿਆ। ਹੁਣ ਇਹ ਵੀ ਪਤਾ ਲੱਗਾ ਕਿ ਮੁੱਢਲੀਆਂ ਸ਼ਰਤਾਂ ਦੇ ਵਿੱਚੋਂ ਇੱਕ ਇਹ ਵੀ ਹੈ ਕਿ ਜੇ ਤੁਸੀਂ ਅੰਤਰਰਾਸ਼ਟਰੀ ਹਵਾਈ ਅੱਡੇ IGI ਜਿਹੜਾ ਇੰਟਰਨੈਸ਼ਨਲ ਏਅਰਪੋਰਟ ਹੈ, ਕਿ ਜੇ ਉੱਥੇ ਤੱਕ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ PRTC ਪੰਜਾਬ ਰੋਡਵੇਜ਼ ਜਾਣ, ਉਹਨਾਂ ਨੂੰ ਇੱਕ ਵੱਖਰਾ ਟਰਮੀਨਲ ਲੈਣਾ ਪਊਗਾ। ਨਿੱਜੀ ਬੱਸਾਂ ਜਿਹੜੀਆਂ ਚੱਲਦੀਆਂ ਉੱਥੇ ਨੇੜੇ ਹੀ ਇੱਕ ਗਰਾਊਂਡ ਉਹਨਾਂ ਨੇ ਖਰੀਦੀ, ਅੱਧਾ ਕੁ ਮਿੰਟ ਲੱਗਦਾ ਤੁਰ ਕੇ ਜਾਓ, ਉਹਨਾਂ ਦੀਆਂ ਬੱਸਾਂ ਉੱਥੇ ਖੜੀਆਂ ਹੁੰਦੀਆਂ। ਇੱਦਾਂ ਦਾ ਹੀ ਇੱਕ ਟਰਮੀਨਲ ਦਾ ਪ੍ਰਬੰਧ ਜਿਹੜਾ ਉਹ ਸਰਕਾਰੀ ਬੱਸ ਸੇਵਾ ਵਾਲੀ ਪੰਜਾਬ ਸਰਕਾਰ ਨੂੰ ਕਰਨਾ ਪਊਗਾ। ਉਹਦੇ ਤੋਂ ਬਾਅਦ ਉਮੀਦ ਕਰਦੇ ਹਾਂ ਕਿ ਸ਼ਾਇਦ ਕੰਮ ਚੱਲ ਜੂ। ਪਰ ਇਸ ਵੇਲੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ 2000 ਤੋਂ ਲੈ ਕੇ 4500 ਤੱਕ ਪ੍ਰਾਈਵੇਟ ਬੱਸਾਂ ਦੇ ਵਿੱਚ ਦਿੱਲੀ ਏਅਰਪੋਰਟ ਤੱਕ ਖਪੜਿਆ ਜਾਂਦਾ। ਫਿਰ ਕਹਿੰਦੇ 800 ਤੋਂ ਲੈ ਕੇ 1800 ਤੱਕ ਦੀ ਹੀ ਟਿਕਟ ਹੋਊਗੀ। ਇੰਨਾ ਕੁ ਫਾਇਦਾ ਲੋਕਾਂ ਨੂੰ ਹੋ ਜੂ। ਲਾਗੂ ਕਦੋਂ ਹੁੰਦਾ, ਇੰਪਲੀਮੈਂਟ ਕਦੋਂ ਹੁੰਦਾ, ਉਹਦੀ ਉਡੀਕ ਰਹੇਗੀ। ਨਹੀਂ ਚਲੋ ਜੇ ਬੰਦੇ ਲੱਗੇ ਆ ਤੇ ਫਿਰ ਠੀਕ ਹੈ ਜੀ। ਕਾਰਨ ਤੇ ਇਹੀ ਹੈ ਨਾ ਵੀ ਇੱਕ ਗੱਲ ਹੁੰਦੀ ਹੈ ਵੀ ਅਜੇ ਸ਼ੁਰੂ ਹੀ ਨਹੀਂ ਹੋਈ ਜੀ, ਤੇ ਜੇ ਸ਼ੁਰੂ ਹੋਈ ਹੌਲੀ ਹੌਲੀ ਤੁਰ ਪਏ ਆ ਤੇ ਕਿਸੇ ਪਾਸੇ ਪਹੁੰਚਣਗੇ। ਜੇ ਪਹੁੰਚ ਜਾਣ ਤੇ ਚੰਗੀ ਗੱਲ, ਕਿਉਂਕਿ ਜੇ ਇਹ ਪਹੁੰਚ ਗਏ, ਉਦੋਂ ਤੇ ਜੇ ਰਾਜਾ ਵੜਿੰਗ ਸਾਹਿਬ ਹੁੰਦੇ ਸੀ ਮੰਤਰੀ, ਜਦੋਂ ਉਹਨਾਂ ਨੇ ਅੰਮ੍ਰਿਤਸਰ ਇੱਕ ਹੋਟਲ ਦੇ ਵਿੱਚ ਆਣ ਕੇ ਕੇਜਰੀਵਾਲ ਸਾਹਿਬ ਨੂੰ ਕਿਹਾ ਨਾ ਇੱਥੇ ਲੌਬੀ 'ਚ ਖੜ ਕੇ ਮੇਰੇ ਨਾਲ ਗੱਲ ਕਰੋ ਜੀ, ਮੈਂ ਤੁਹਾਡੇ ਘਰੇ ਬਹਿ ਕੇ ਆਇਆ ਜੀ। ਉਦੋਂ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਵੀ ਯਾਰ ਹਰਜ ਕੀ, ਅਸੀਂ ਤੇ ਖੁਦ ਚਾਹੁੰਦੇ ਹਾਂ ਵੀ ਗੱਡੀਆਂ ਚੱਲਣ। ਉਦੋਂ ਤਾਂ ਠੀਕ ਸੀ, ਪੋਲੀਟੀਕਲ ਪਾਰਟੀਆਂ ਅੱਡੋ ਅੱਡ ਸੀਗੀਆਂ। ਹੁਣ ਤੇ ਪਾਰਟੀ ਵੀ ਉਹਨਾਂ ਦੀ, ਸਰਕਾਰ ਵੀ ਉਹਨਾਂ ਦੀ, ਉੱਧਰ ਵੀ ਉਹਨਾਂ ਦੀ ਸਰਕਾਰ, ਉੱਧਰ ਵੀ ਉਹਨਾਂ ਦੀ ਸਰਕਾਰ। ਹੁਣ ਤੇ ਮੇਰੇ ਖਿਆਲ ਨਾਲ ਚੱਲਣ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਨਹੀਂ, ਉਮੀਦ ਕਰਦੇ ਹਾਂ ਕਿ ਅਰਵਿੰਦ ਕੇਜਰੀਵਾਲ ਬਾਰ-ਬਾਰ ਵੈਸੇ ਪੰਜਾਬ ਆਉਂਦੇ ਆ। ਅਸੀਂ ਤਾਂ ਸੁੱਖ ਨਾਲ ਹੁਣ ਉਲਾਂਭੇ ਵੀ ਆਉਣ ਲੱਗ ਪਏ, ਸੱਚਾਈ ਕੀ ਆ ਪਤਾ ਨਹੀਂ। ਉਲਾਂਭੇ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਦਿੱਤੇ। ਗੁਜਰਾਤ ਜਾਣ ਤਾਂ ਕਹਿੰਦੇ ਜੀ ਹੈਲੀਕਾਪਟਰ ਪੰਜਾਬ ਦਾ, ਹਿਮਾਚਲ ਜਾਣ ਤਾਂ ਹੈਲੀਕਾਪਟਰ ਪੰਜਾਬ ਦਾ। ਕਹਿੰਦੇ ਹੁਣ ਤਾਂ ਉਹਨਾਂ ਨੂੰ ਸਿਕਿਉਰਿਟੀ ਵੀ ਪੰਜਾਬ ਵਾਲਿਆਂ ਦੇ ਖਾਤੇ 'ਚ ਦਿੱਤੀ, ਤਨਖਾਹਾਂ ਅਸੀਂ ਦੇਣੀਆਂ, ਸੁਰੱਖਿਆ ਉਹਨਾਂ ਦੀ ਕਰਨਗੇ। ਜੇ ਇਹ ਗੱਲਾਂ ਸੱਚੀਆਂ ਤਾਂ ਮਾੜੀਆਂ, ਪਰ ਫਿਰ ਵੀ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਅਗਲੀ ਵਾਰੀ ਪੰਜਾਬ ਆਉਣ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਬੱਸ ਸੇਵਾ ਦਾ ਐਲਾਨ ਜ਼ਰੂਰ ਕਰ ਜਾਣ ਕਿ ਭਾਈ ਸਰਕਾਰੀ ਬੱਸਾਂ ਹੁਣ ਇੰਟਰਨੈਸ਼ਨਲ ਹਵਾਈ ਅੱਡੇ ਤੱਕ, ਦਿੱਲੀ ਤੱਕ ਪੰਜਾਬ ਦੇ ਵਿੱਚੋਂ ਜਾਣਗੀਆਂ ਜ਼ਰੂਰ। ਚੱਲੀਏ ਹੁਣ ਆਪਾਂ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।